ਜਾਂ ਫੈਮਲੀਆਂ ਆਉਂਦੀਆਂ ਜੀ ਉਹਨਾਂ 'ਤੇ ਬੜਾ ਅਸਰ ਪਊਗਾ ਜੀ। ਤੇ ਇਹ ਜਿਹੜਾ ਕਾਨੂੰਨ ਇਹਨਾਂ ਚੇਂਜ ਕੀਤਾ ਵੇ ਉਸਦੇ ਦੋ ਵੱਡੇ ਕਾਰਨ ਸਨ ਜਿਹੜੇ ਉਹਨਾਂ ਨੇ ਖਾਸ ਕਰ ਮੈਂਸ਼ਨ ਕੀਤੇ। ਸਾਰੇ ਨਿਊਜ਼ ਮੀਡੀਆ ਚੈਨਲ 'ਤੇ ਖਬਰਾਂ ਹੋਈਆਂ ਜੀ ਕਿ ਜਿਹੜੇ ਖਾਸ ਕਰ ਇਹਨਾਂ ਨਾਈਜੀਰੀਅਨ ਦਾ ਨਾਂ ਲਿਆ ਕਿ ਇੱਕ ਬੰਦਾ ਆਉਂਦਾ ਸੀ ਤੇ ਨਾਲ 2-2 3-3 ਨਿਆਣੇ ਜਾਂ ਹਸਬੈਂਡ ਵਾਈਫ ਹੀ ਨਾਲ ਟੁਰ ਪੈਂਦੇ ਸਨ ਲੈ ਕੇ ਆਉਂਦੇ ਤੇ ਜਿਸ ਦੀ ਵਜ੍ਹਾ ਤੋਂ ਜਿਹੜੀ ਮਾਈਗ੍ਰੇਸ਼ਨ ਫਿਗਰ ਹੁੰਦੀ ਆ ਜੀ ਇਹ ਐਜਾ ਹੀ ਹੁੰਦਾ ਕਿ ਮੁਲਕ ਵਿੱਚ ਕਿੰਨੇ ਬੰਦੇ ਆਏ ਕਿੰਨੇ ਐਗਜ਼ਿਟ ਕਰਕੇ ਗਏ ਜੀ। ਤੇ ਜਿਹੜੇ ਲੋਕਾਂ ਦੀ ਆਉਣ ਦੀ ਤਾਦਾਦ ਸੀ ਜਿਹੜਾ ਟਾਰਗੇਟ ਸੀ 2030 ਦਾ ਜੀ ਉਹ ਅੱਜ ਹੀ ਪੂਰਾ ਹੋ ਗਿਆ ਜੀ। ਤੇ ਇੱਕ ਅੰਦਾਜ਼ੇ ਦੇ ਮੁਤਾਬਿਕ ਜਿਹੜੀ ਖਬਰਾਂ ਦੱਸ ਰਹੀਆਂ ਕਿ ਤਕਰੀਬਨ 8 ਲੱਖ ਬੰਦਾ ਵੜਾ ਆ ਜੇ ਕਿ ਟਾਰਗੇਟ ਸੀ 5 ਲੱਖ ਦਾ। ਅੱਛਾ ਜੀ। ਤੇ ਉਹ ਕਹਿ ਰਹੇ ਨੇ ਕਿ ਇੰਨੇ ਜ਼ਿਆਦਾ ਬੰਦੇ ਇਤਨੇ ਛੇਤੀ ਪੂਰੇ ਹੋ ਗਏ ਤੇ ਹੁਣ ਸਾਨੂੰ ਕੰਟਰੋਲ ਕਰਨਾ ਪਊਗਾ। ਇੱਕ ਤੇ ਇਹ ਬਹੁਤ ਵੱਡੀ ਵਜ੍ਹਾ ਬਣੀ। ਦੂਸਰੀ ਵਜ੍ਹਾ ਜੋ ਕਿ ਇਸ ਕਾਨੂੰਨ ਨੂੰ ਇਸ ਸ਼ਿਕੰਜੇ ਨੂੰ ਟਾਈਟ ਕਰਨ ਦੀ ਬਣੀ ਇਹ ਕਿ ਜਿਹੜੇ ਸਟੂਡੈਂਟ ਆਉਂਦੇ ਸਨ ਜਿਸ ਵਿੱਚ ਆਪਣੇ ਪੰਜਾਬੀ ਭੈਣ ਭਾਈ ਬਹੁਤ ਜ਼ਿਆਦਾ ਸਨ ਜੀ ਔਰ ਕੁਝ ਮੈਂ ਨਾਈਜੀਰੀਅਨ ਦਾ ਨਾਮ ਦੱਸਿਆ ਕਿਉਂਕਿ ਪੂਰੇ ਜਿਤਨੇ ਵੀ ਮੇਨ ਸਟ੍ਰੀਮ ਮੀਡੀਆ ਚੈਨਲ ਉਸ 'ਤੇ ਬਾਰ-ਬਾਰ ਦੁਹਰਾਇਆ ਜਾ ਰਿਹਾ। ਤੀਜੀ ਵਜ੍ਹਾ ਇਸ ਦੀ ਇਹ ਸੀ ਕਿ ਜਿਹੜੇ ਸਟੂਡੈਂਟ ਆਉਂਦੇ ਸਨ ਇਹ ਆਪਣੀਆਂ ਪੜ੍ਹਾਈਆਂ ਸਟੱਡੀਜ਼ ਕੰਪਲੀਟ ਨਹੀਂ ਕਰਦੇ ਸਨ। ਇਹ ਆਣੇ ਨਾਲ ਹੀ ਠੀਕ ਆ ਮਹੀਨਾ 2 ਮਹੀਨਾ ਕੁਝ ਤੇ ਸ਼ਾਇਦ ਉਹ ਵੀ ਨਹੀਂ ਗਏ ਹੋਣਗੇ ਵਰਕ ਪਰਮਿਟ ਜਾਂ ਦੂਜੀ ਕੈਟੇਗਰੀ ਸਵਿਚ ਕਰਾ ਲੈਂਦੇ ਸਨ। ਤੇ ਜਿਹੜਾ ਸਟੂਡੈਂਟ ਵੀਜ਼ੇ ਦਾ ਮਕਸਦ ਸੀ ਯੂਕੇ ਆਉਣੇ ਦਾ ਉਹ ਡਿਫੀਟ ਹੋ ਰਿਹਾ ਸੀ। ਉਹ ਹੈ ਨਹੀਂ ਕਿ ਸਟੂਡੈਂਟ ਵੀਜ਼ਾ ਦਾ ਬਹਾਨਾ ਲਾ ਕੇ ਤੁਸੀਂ ਇੱਥੇ ਪੱਕੇ ਹੋਣੇ ਵਾਸਤੇ ਆਉਣਾ ਚਾਹੁੰਦੇ ਸੋ ਫੈਮਿਲੀ ਮਾਈਗ੍ਰੇਟ ਕਰਵਾਏ ਸੋ। ਤੇ ਜਦੋਂ ਹੋਮ ਆਫਿਸ ਸੈਕਟਰੀ ਸੁਹੇਲਾ ਬ੍ਰੈਵਰਮੈਨ ਵੈਨ ਸ਼ੀ ਸੀ ਆਲ ਦਿਸ ਜਦੋਂ ਉਹਨੇ ਗੱਲਾਂ ਦੇਖੀਆਂ ਨੈਟ ਮਾਈਗ੍ਰੇਸ਼ਨ ਰੇਟ ਵੱਧ ਗਈ ਤੇ ਉਹਨਾਂ ਦੀ ਜਿਹੜੀ ਫਿਗਰਸ ਆਈਨ ਸਾਰੀ ਤੇ ਉਹਨਾਂ ਆਖਿਆ ਕਿ ਇਹ ਬਈ ਇਸ ਰੂਟ ਨੂੰ ਅਬਿਊਜ਼ ਹੋ ਰਿਹਾ। ਯੂਨੀਵਰਸਿਟੀਆਂ ਨੇ ਕੰਪਲੇਨਾਂ ਕੀਤੀਆਂ ਕਿ ਸਾਡੇ ਪੈਸੇ ਮਾਰੇ ਜਾ ਰਹੇ ਕਿਉਂ ਜ਼ਾਰੀ ਗੱਲ ਹੈ ਜਦੋਂ ਸਟੂਡੈਂਟ ਪੜੂਗਾ ਨਹੀਂ ਤੇ ਫੀਸਾਂ ਨਹੀਂ ਭਰੂਗਾ। ਜਦੋਂ ਫੀਸਾਂ ਨਹੀਂ ਭਰੂਗਾ ਤੇ ਯੂਨੀਵਰਸਿਟੀਆਂ ਘੱਟ ਜਾਵਣਗੀਆਂ। ਤੇ ਜਿਹੜਾ ਪੋਸਟ ਸਟੱਡੀ ਵਰਕ ਇੱਕ ਓਪਨ ਵਰਕ ਪਰਮਿਟ ਜਿਹਨੂੰ ਆਈਦਾ ਸੀ ਉਹ ਇਸੀ ਮਕਸਦ ਵਾਸਤੇ ਬਣਿਆ ਸੀ। ਉਹ ਇਸੀ ਮਕਸਦ ਵਾਸਤੇ ਖੁੱਲਿਆ ਸੀ ਕਿ ਸਟੂਡੈਂਟ ਆ ਕੇ ਪੜ੍ਹਨ ਫੀਸਾਂ ਭਰਨ ਡਿਗਰੀਆਂ ਕੰਪਲੀਟ ਕਰਨ ਔਰ 2 ਸਾਲ ਦਾ ਪੋਸਟ ਸਟੱਡੀ ਵਰਕ ਲਵਣ ਤੇ ਉਹ ਮਕਸਦ ਪੂਰਾ ਨਹੀਂ ਹੋ ਰਿਹਾ ਸੀ। ਤੇ ਉਹਨਾਂ ਨੇ ਉਹਦੀ ਵਜ੍ਹਾ ਦੇਖੀ ਕਿ ਜਿਹੜੇ ਸਟੂਡੈਂਟ 2 ਤਰੀਕੇ ਤੇ 2 ਚੀਜ਼ਾਂ ਜਿਹੜੀਆਂ ਹੈਗੀਆਂ ਉਹਨੂੰ ਉਹਦਾ ਅਬਿਊਜ਼ ਹੋ ਰਿਹਾ। ਇੱਕ ਫੈਮਲੀਆਂ ਆ ਰਹੀਆਂ ਦੂਜਾ ਸਟੱਡੀ ਕੰਪਲੀਟ ਨਹੀਂ ਹੋ ਰਹੀ ਸੀ ਵਰਕ ਪਰਮਿਟ ਤੇ ਜਿਹਨੂੰ ਸਕਿੱਲ ਵਰਕਰ ਵੀਜ਼ਾ ਕਹੀਦਾ ਸਵਿਚ ਕਰ ਰਹੇ ਸਨ। ਪਰ ਸੌਰੀ ਤੁਹਾਡੇ ਕੋਲ ਮੈਂ ਗੱਲ ਟੋਕਦਾ ਪਰ ਇਹਨਾਂ ਨੇ ਜਿਹੜਾ ਰੂਲ ਬਣਾਇਆ ਕਿ ਜਦੋਂ ਆਪਾਂ ਇੱਥੇ ਸਟੂਡੈਂਟ ਆ ਉਹ ਕਰ ਸਕਦਾ ਵੀਜ਼ਾ ਸਵਿਚ ਕਰ ਸਕਦਾ ਵਰਕ ਪਰਮਿਟ ਵਿੱਚ ਤਾਂ ਜਿਹੜੇ ਸਟੂਡੈਂਟ ਪਹਿਲਾਂ ਆਉਂਦੇ ਸੀ ਜਾਂ 2-3 ਮਹੀਨੇ ਦੇ ਵਿੱਚ ਉਹ ਕਰ ਲੈਂਦੇ ਸੀ ਉਹ ਰੋਂਗ ਸੀ ਜਾਂ ਰਾਈਟ ਸੀ? ਅੱਛਾ ਭਾਜੀ ਇਹ ਉਹ ਰੋਂਗ ਸੀ ਜਾਂ ਰਾਈਟ ਸੀ ਅਸੀਂ ਹਮੇਸ਼ਾ ਪ੍ਰੋਗਰਾਮ ਵਿੱਚ ਇਹੀ ਚਰਚਾ ਕੀਤੀ ਆ ਇਹੀ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਅਗਰ ਤੁਸੀਂ ਸਟੂਡੈਂਟ ਵੀਜ਼ੇ ਤੇ ਆਉਂਦੇ ਹੋ ਤੇ ਸਟੱਡੀ ਕੰਪਲੀਟ ਕਰੋ ਜਾਂ ਸਟੂਡੈਂਟ ਵੀਜ਼ੇ ਤੇ ਆਓ ਨਾ ਅਗਰ ਆਉਂਦੇ ਹੋ ਤਾਂ ਸਟੱਡੀ ਕੰਪਲੀਟ ਕਰੋ ਜਾਂ ਘੱਟੋ ਘੱਟ 1 ਸਾਲ ਤੇ ਉਸ ਵੀਜ਼ੇ ਤੇ ਤੁਸੀਂ ਸਪੈਂਡ ਕਰੋ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਜੈਨੂਇਨਲੀ ਪੜ੍ਹਨੇ ਵਾਸਤੇ ਬੱਚੇ ਦਾ ਮਕਸਦ ਪੜ੍ਹਨਾ ਹੀ ਹੋਗਾ। ਠੀਕ ਆ ਤੇ ਲੇਕਿਨ ਇਹ ਜੋ ਨਹੀਂ ਹੋ ਰਿਹਾ ਸੀ ਅਸੀਂ ਬਾਰ-ਬਾਰ ਪ੍ਰੋਗਰਾਮ ਵਿੱਚ ਆਖਿਆ ਠੀਕ ਆ ਕਿਉਂਕਿ ਵਰਕ ਪਰਮਿਟ ਥੋੜੇ ਆਸਾਨੀ ਨਾਲ ਹੁਕੂਮਤ ਨੇ ਉਸ ਤੇ ਢੀਲ ਦਿੱਤੀ ਸੀ ਛੂਟ ਦਿੱਤੀ ਸੀ ਇੰਪਲੋਇਰ ਨੂੰ ਸਪਾਂਸਰ ਲਾਇਸੈਂਸ ਦੇਈ ਜਾ ਰਹੀ ਸੀ ਤੇ ਇਹ ਬੱਚੇ ਸਾਰੇ ਵਨ ਵੇ ਔਰ ਅਦਰ ਬਾਈ ਹੁੱਕ ਔਰ ਬਾਈ ਕਰੂਕ ਸਾਰੇ ਵਰਕ ਪਰਮਿਟ ਦੇ ਦੁਆਰੇ ਜਾ ਰਹੇ ਸਨ। ਠੀਕ ਆ ਤੇ ਗਵਰਨਮੈਂਟ ਨੇ ਦੇਖਾ ਕਿ ਯੂਨੀਵਰਸਿਟੀਆਂ ਦਾ ਰੈਵਨਿਊ ਘਾਟੇ 'ਚ ਨੈਟ ਮਾਈਗ੍ਰੇਸ਼ਨ ਰੇਟ ਵੱਧ ਗਈ ਹੈ ਤੇ ਠੀਕ ਸੀ ਗਲਤ ਸੀ ਓਬਵੀਅਸਲੀ ਤੁਸੀਂ ਅਗਰ 2 ਮਹੀਨੇ ਪਹਿਲੇ ਕਹਿੰਦੇ ਹੋ ਕਿ ਮੈਂ ਯੂਕੇ ਆਉਣਾ ਚਾਹੁੰਦਾ ਵਾਂ ਆਪਣੀ ਡਿਗਰੀ ਵਾਸਤੇ ਤੇ 2-3 ਮਹੀਨੇ ਬਾਅਦ ਤੁਸੀਂ ਇੱਕਦਮ ਤੋਂ ਹੀ ਆਪਣਾ ਜਿਹੜਾ ਮਕਸਦ ਚੇਂਜ ਕਰਦੇ ਹੋ ਤੇ ਕਲੀਅਰਲੀ ਹਕੂਮਤ ਨੇ ਦੇਖ ਲਿਆ ਕਿ ਅਬਿਊਜ਼ ਹੋ ਰਿਹਾ ਤੇ ਉਹਨੇ ਇਹ ਚੀਜ਼ ਦਾ ਜਨਵਰੀ ਤੋਂ 2024 ਤੋਂ ਪਾਬੰਦੀ ਲਾ ਦਿੱਤੀ ਤੇ ਅੱਜ ਦੀ ਡੇਟ ਜਿਹੜੇ ਇਹ ਵੀ ਨਾਲ ਦੱਸਾਂ ਚਲਾ ਕਿਉਂਕਿ ਬੱਚੇ ਕਨਫਿਊਜ਼ ਹੋ ਜਾਂਦੇ ਪੈਨਿਕ ਹੋ ਜਾਂਦੇ ਜਿਹੜੇ ਦਸੰਬਰ ਤੱਕ ਚੇਂਜ ਕਰਵਾਉਣਾ ਚਾਹੁੰਦੇ ਉਹ ਕਰਵਾ ਸਕਦੇ ਨੇ ਤੇ ਜਿਹੜੇ ਦਸੰਬਰ ਤੋਂ ਬਾਅਦ ਕਰਵਾਉਣਾ ਚਾਹੁੰਦੇ ਉਹ ਇੱਕ ਹੀ ਸੂਰਤ ਹੀ ਚੇਂਜ ਕਰਵਾ ਸਕਣਗੇ ਜਦੋਂ ਉਹਨਾਂ ਦਾ ਜਿਹੜਾ ਕੋਰਸ ਆ ਜਿਹਦੀ ਡਿਗਰੀ ਆ ਜਿਸ ਪੜ੍ਹਾਈ ਵਾਸਤੇ ਆਏ ਸਨ ਉਹ ਪੜ੍ਹਾਈ ਮੁਕੰਮਲ ਕਰਨ। ਜੀ ਬਿਲਕੁਲ ਹਾਂਜੀ ਬਿਲਕੁਲ ਜੀ ਤੁਹਾਨੂੰ ਦੱਸਦੇ ਜਾਈਏ ਕਿ ਪ੍ਰੋਗਰਾਮ ਸਾਡਾ ਇਹ ਲਾਈਵ ਚੱਲ ਰਿਹਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਨੇ ਸਵਾਲ ਪੁੱਛਣਾ ਹੋਏ ਇਮੀਗ੍ਰੇਸ਼ਨ ਬਾਰੇ ਤਾਂ ਤੁਸੀਂ ਸਟੂਡੀਓ ਵਿੱਚ ਕਾਲ ਸਾਡਾ ਨੰਬਰ ਜਿਹੜਾ ਸਕਰੀਨ 'ਤੇ ਲੱਗਾ ਹੈ ਕਿ ਤੁਸੀਂ ਜਾਣਕਾਰੀ ਲੈਣੀ ਹੋਵੇ ਕੋਈ ਵੀ ਜਾਣਕਾਰੀ ਤਾਂ ਤੁਸੀਂ ਨੰਬਰ ਲਾ ਸਕਦੇ ਹੋ। ਸੋ ਵਕੀਲ ਸਾਹਿਬ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਜਿਹੜੇ ਵੀਜ਼ੇ ਉਹਨਾਂ ਨੇ ਦਿੱਤੇ ਆ ਵੀਜ਼ੇ ਉਹਨਾਂ ਨੇ ਦੇ ਦਿੱਤੇ ਜਿਹੜੇ ਆਪਣੇ ਸਟੂਡੈਂਟ ਨੂੰ
ਪਰ ਦਿੱਤੇ ਤਾਂ ਉਹ ਲਾਅ ਉਹਨਾਂ ਨੇ ਹੀ ਬਣਾਇਆ, ਪਰ ਜੇ ਉਹ ਉਹਨਾਂ ਨੂੰ ਗਲਤ ਨਹੀਂ ਕਹਿ ਸਕਦੇ ਕਿ ਜਿਨ੍ਹਾਂ ਨੇ ਆਪਾਂ ਜਿਸ ਤਰ੍ਹਾਂ ਉਹਨਾਂ ਨੇ ਵੀਜ਼ਾ ਸਵਿਚ ਕਰ ਲਿਆ। ਜੀ ਭਾਜੀ ਬੜਾ ਪਿਆਰਾ ਗੱਲ ਆਖੀ ਤੁਸੀਂ। ਹਾਂ ਮੈਂ ਸਹਿਮਤ ਕਰਦਾ। ਕਾਨੂੰਨ ਤੁਸੀਂ ਹੀ ਬਣਾਇਆ, ਲੇਕਿਨ ਉਹਨਾਂ ਦਾ ਕਾਨੂੰਨ ਬਣਾਇਆ ਸੀ ਇਸ ਨੀਅਤ ਨਾਲ ਕਿ ਲੋਕੀ ਉਸ ਕਾਨੂੰਨ ਨੂੰ ਫੋਲੋ ਕਰਨਗੇ, ਲੇਕਿਨ ਅਗਰ ਲੋਕ ਉਸ ਦਾ ਗਲਤ ਇਸਤੇਮਾਲ ਕਰਨ, ਅਬਿਊਜ਼ ਕਰਨ ਤੇ ਉਹ ਕਾਨੂੰਨ ਬਿਲਕੁਲ ਕਾਨੂੰਨ ਬਣਾਇਆ ਸੀ। ਅਬਿਊਜ਼ ਦਾ ਮਤਲਬ ਕਿਦਾਂ ਕਿ ਅਬਿਊਜ਼ ਦਾ ਮਤਲਬ ਇਹ ਜੀ ਤੁਸੀਂ ਅਗਰ ਸਟੂਡੈਂਟ ਵੀਜ਼ੇ ਤੇ ਆਏ ਹੋ, ਡਿਗਰੀ ਕੰਪਲੀਟ ਕਰਨੇ ਵਾਸਤੇ ਆਏ ਹੋ, ਤੁਸੀਂ ਜਾਣਬੁੱਝ ਕੇ ਡਿਗਰੀ ਕੰਪਲੀਟ ਨਹੀਂ ਕਰ ਰਹੇ, ਤੁਸੀਂ ਵਰਕ ਪਰਮਿਟ ਸਵਿਚ ਕਰਕੇ, ਜਾਂ ਤੇ ਤੁਸੀਂ ਡਿਗਰੀ ਕੰਪਲੀਟ ਕਰਕੇ ਸਵਿਚ ਕਰੋ, ਦੈਟ ਮੇਕ ਸੈਂਸ ਹੈ ਨਾ। ਤੁਸੀਂ ਆਣੇ ਨਾਲ ਹੀ ਤੁਸਾਂ ਦੀ ਨੀਅਤ ਇਹ ਸੀ ਕਿ ਮੈਂ ਯੂਕੇ ਕਿਸੇ ਤਰੀਕੇ ਨਾਲ ਵੜ ਜਾਵਾਂ, ਸਟੱਡੀ ਦਾ ਬਹਾਨਾ ਲਾ ਕੇ ਵੜ ਜਾਵਾਂ, ਔਰ ਆਣੇ ਨਾਲ ਹੀ ਇੱਥੇ ਪਹਿਲੇ ਤੋਂ ਸੈਟਿੰਗ ਕੀਤੀ ਹੋਊਗੀ ਜਾਂ ਕੋਈ ਜੋ ਵੀ ਤੁਸਾਂ ਦਾ ਸਿਸਟਮ ਹੋਏਗਾ, ਤੁਸੀਂ ਆਣੇ ਨਾਲ ਹੀ ਸਵਿਚ ਕਰ ਗਏ ਵਰਕ ਪਰਮਿਟ ਤੇ ਇਸ ਵਾਸਤੇ ਗਵਰਨਮੈਂਟ ਨੂੰ ਇਹ ਬੜਾ ਮਾੜਾ ਲੱਗਿਆ। ਖਾਲੀ ਇਹ ਚੀਜ਼ ਨਹੀਂ ਹੈ ਭਾਜੀ, ਖਾਲੀ ਸਟੂਡੈਂਟ ਵੀਜ਼ੇ ਦਾ ਅਬਿਊਜ਼ ਨਹੀਂ ਹੈ, ਖਾਲੀ ਸਵਿਚਿੰਗ ਦਾ ਅਬਿਊਜ਼ ਨਹੀਂ ਹੈ। ਗਵਰਨਮੈਂਟ ਨੇ ਜਿਹੜੀ ਤਿੰਨ ਚਾਰ ਹੋਰ ਗੱਲਾਂ ਆਖੀਆਂ ਆਪਣੇ ਇਸ ਸਟੇਟਮੈਂਟ ਦੇ ਅੰਦਰ। ਉਹਨਾਂ ਨੇ ਆਖਿਆ ਕਿ ਜਿਹੜੇ ਏਜੰਟਸ ਹੈਗੇ, ਜਿਹੜੇ ਲੋਕਾਂ ਨੂੰ ਝੂਠੇ ਮੂਠੇ ਤਰੀਕੇ ਨਾਲ ਸਟੂਡੈਂਟ ਵੀਜ਼ੇ ਦੇ ਆੜ ਵਿੱਚ ਪਹੁੰਚਾ ਰਹੇ, ਅਸੀਂ ਉਹਨਾਂ 'ਤੇ ਸਖਤੀ ਕਰਾਂਗੇ। ਜੋ ਇਹਨਾਂ ਦੀ 23 ਮਈ ਦੀ ਸਟੇਟਮੈਂਟ ਆਈ ਆ, ਉਹਨਾਂ ਇਸ 'ਤੇ ਵੀ ਜ਼ੋਰ ਪਾਇਆ, ਠੀਕ ਆ, ਕਿ ਉਹਨਾਂ ਜਿਹੜਾ ਇੱਕ ਏਜੰਟਸ ਕੰਮ ਕਰ ਰਹੇ, ਜਿਹੜੇ ਸਟੂਡੈਂਟ ਏਜੰਟ ਜਾਂ ਕੰਸਲਟੈਂਟ ਆਪਾਂ ਜਿਹਨੂੰ ਕਹੀਦਾ, ਆਪਾਂ ਉਹਨਾਂ 'ਤੇ ਵੀ ਥੋੜ੍ਹੀ ਜਿਹੀ ਸਖਤਾਈ ਕਰਾਂਗੇ, ਉਹਨਾਂ 'ਤੇ ਵੀ ਥੋੜ੍ਹੀ ਜਿਹੀ ਸਕਰੂਟਨੀ ਕਰਾਂਗੇ। ਔਰ ਇੱਕ ਹੋਰ ਨਾਲੋਂ ਨਾਲ ਗੱਲ ਆਖੀ ਉਹਨਾਂ ਕਿ ਜਿਹੜੀ ਮੇਨਟੇਨੈਂਸ ਰਿਕੁਆਇਰਮੈਂਟ ਹੈਗੀ ਆ, ਜਿਹੜੇ ਆਪਾਂ ਫੰਡ ਸ਼ੋਅ ਕਰਦੇ ਨੇ, ਜਿਹੜੀ ਜਿਹਨੂੰ ਆਪਾਂ ਆਮ ਜ਼ੁਬਾਨੀ ਸ਼ੋਅ ਮਨੀ ਕਹਿੰਦੇ ਨੇ, ਉਹਨਾਂ ਦੀ ਵੀ ਉਸਦੀ ਵੀ ਜਿਹੜੀ ਹੈਗੀ ਆ ਅਮਾਊਂਟ ਵਧਾਵਣਗੇ, ਕਿਉਂਕਿ ਇੱਥੇ ਵੀ ਮਹਿੰਗਾਈ ਹੋ ਰਹੀ ਆ, ਲਿਵਿੰਗ ਦੀ ਜਿਹੜੀ ਕਾਸਟ ਹੈ ਵੱਧ ਰਹੀ ਆ, ਤੇ ਇਹ ਵੀ ਉਹਨਾਂ ਨਾਲੋਂ ਨਾਲ ਇਸ 'ਤੇ ਜ਼ੋਰ ਪਾਇਆ। ਤੇ ਚਾਰ ਚੀਜ਼ਾਂ ਉਹਨਾਂ ਆਖੀਆਂ ਕਿ ਸਟੂਡੈਂਟ ਵੀਜ਼ੇ ਦੇ ਡਿਪੈਂਡੈਂਟ ਤੇ, ਸਵਿਚਿੰਗ ਤੇ, ਜਿਹੜੇ ਇੰਟਰਨੈਸ਼ਨਲ ਸਟੱਡੀ ਏਜੰਟਸ ਹੈਗੇ ਕੰਸਲਟੈਂਟ, ਉਹਨਾਂ ਦੀ ਸਖਤਾਈ, ਉਹਨਾਂ ਨੂੰ ਹੋਰ ਮਜ਼ੀਦ ਉਹਨਾਂ ਦੀ ਟ੍ਰੇਨਿੰਗ ਹੋਏਗੀ ਜਾਂ ਉਹਨਾਂ ਨੂੰ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਦੇ ਸਟੂਡੈਂਟ ਤੁਸੀਂ ਭਰਤੀ ਕਰੋ, ਠੀਕ ਆ। ਔਰ ਚੌਥੀ ਚੀਜ਼ ਜਿਹੜੀ ਮੇਨਟੇਨੈਂਸ ਹੈਗੀ ਆ, ਇਹਨੂੰ ਵੀ ਵਧਾਇਆ ਜਾ ਰਿਹਾ। ਏਜੰਟ ਮਤਲਬ ਤੁਸੀਂ ਗੱਲ ਕੀਤੀ ਆ ਏਜੰਟ ਦੀ, ਏਜੰਟ ਤੁਸੀਂ ਉਹ ਕਹਿ ਰਹੇ ਆ ਕਿ ਜਿਹੜੇ ਪੰਜਾਬ ਤੋਂ ਜਾਂ ਆਪਣੇ ਕਿਸੇ ਵੀ ਮੁਲਕ ਵਿੱਚੋਂ ਭੇਜ ਦਿੰਦੇ ਸਟੂਡੈਂਟਸ ਨੂੰ ਵੀ ਤੁਹਾਡੇ ਕੋਈ ਨਹੀਂ ਅਸੀਂ ਪੈਸੇ ਲੈਵੇਂ, ਸਿੱਧਾ ਹੀ ਉਹਨਾਂ ਨਾਲ ਕਰ ਲੈਂਦੇ ਨਾ ਪੈਕੇਜ। ਸੋ ਉਹ ਉਹਨਾਂ ਦੇ ਸਕੰਜਾ ਕਿਸ ਤਰ੍ਹਾਂ ਕੱਸਣਗੇ ਇਹ, ਕਿਉਂਕਿ ਉਹ ਪਿੱਛੇ ਫੰਡ ਸ਼ੋ ਹੋ ਜਾਂਦੇ ਆ, ਸਾਰਾ ਕੁਝ ਹੋ ਜਾਂਦਾ, ਉਸ ਤੋਂ ਬਾਅਦ ਇਹ ਕਿ ਉਹਨਾਂ ਦਾ ਭਾਜੀ ਦੇਖੋ ਬਹੁਤ ਸਾਰੇ ਜਿਹੜੇ ਚੰਗੇ ਏਜੰਟਸ ਹੈਗੇ ਨਾ, ਜਿਹੜੇ ਜਿਹਨੂੰ ਆਪਾਂ ਕੰਸਲਟੈਂਟਸ ਵੀ ਕਹੀਦਾ, ਉਹਨਾਂ ਨੇ ਬਕਾਇਦਾ ਬ੍ਰਿਟਿਸ਼ ਕਾਉਂਸਲ ਕੋਲੋਂ ਕੋਰਸ ਕੀਤੇ ਹੁੰਦੇ, ਉਹਨਾਂ ਦੇ ਬਕਾਇਦਾ ਯੂਨੀਵਰਸਿਟੀਆਂ ਉਹਨਾਂ ਨੂੰ ਟ੍ਰੇਨ ਕਰਦੀਆਂ, ਠੀਕ ਆ। ਔਰ ਯੂਨੀਵਰਸਿਟੀਆਂ ਉਹਨਾਂ 'ਤੇ ਆਪਣਾ ਪੂਰਾ ਚੈੱਕ ਐਂਡ ਬੈਲੈਂਸ ਵੀ ਰੱਖਦੀ ਆ। ਜਿਹੜੇ ਚੰਗੇ ਏਜੰਟਸ ਹੈਗੇ ਉਹ ਕੀ ਕਰਦੇ ਨੇ ਕਿ ਉਹਨਾਂ ਦੇ ਦੇਖਦੇ ਨੇ ਕਿ ਜਿਹੜੇ ਸਟੂਡੈਂਟ ਉਹਨਾਂ ਭੇਜੇ ਕਿੰਨਿਆਂ ਨੇ ਫੀਸਾਂ ਪੂਰੀਆਂ ਭਰੀਆਂ, ਕਿੰਨਿਆਂ ਨੇ ਕੋਰਸ ਕੰਪਲੀਟ ਕੀਤਾ, ਕਿੰਨਿਆਂ ਦਾ ਵੀਜ਼ਾ ਸਕਸੈਸ ਰੇਸ਼ੋ ਕਿੰਨੀ ਹੈਗੀ ਆ, ਜਾਂ ਉਹ ਇਹ ਵੀ ਕਹਿ ਸਕਦੇ ਨੇ ਕਿ ਅੰਗਰੇਜ਼ੀ ਦਾ ਮਿਆਰ ਵਧਾਓ ਤੁਸੀਂ, ਕਿਉਂਕਿ ਜਿਹੜਾ ਬੱਚਾ ਜ਼ਿਆਦਾ ਲਾਇਕ ਹੋਏਗਾ, ਉਮੀਦ ਇਹ ਕੀਤੀ ਜਾਏਗੀ ਉਹ ਪੜ੍ਹਾਈ ਵਿੱਚ ਜ਼ਿਆਦਾ ਕਾਮਯਾਬੀ ਡਿਗਰੀ ਕੰਪਲੀਟ ਕਰੂਗਾ, ਤੇ ਉਹ ਹੋ ਸਕਦੇ ਉਹਨਾਂ ਨੂੰ ਆਖਣਗੇ ਤੁਸੀਂ ਆਪਣਾ ਐਜੂਕੇਸ਼ਨਲ ਸਟੈਂਡਰਡ ਵਧਾਓ ਆਪਣਾ, ਠੀਕ ਹੈ। ਜਾਂ ਜਿਨ੍ਹਾਂ ਦਾ ਸਟੱਡੀ ਵਿੱਚ ਗੈਪ ਜ਼ਿਆਦਾ ਹੈਗਾ ਉਹਨੂੰ ਘੱਟ ਤੋਂ ਘੱਟ ਕਰੋ, ਠੀਕ ਹੈ, ਅਨਲੈਸ ਕਿ ਉਹ ਮੈਚੁਰ ਸਟੂਡੈਂਟ ਹੋਣ। ਤੇ ਇਹ ਬਹੁਤ ਸਾਰੇ ਜਿਹੜੇ ਇਕਦਾਮ ਹਨ ਇਹ ਯੂਨੀਵਰਸਿਟੀਆਂ ਕਰੇਗੀ, ਯੂਨੀਵਰਸਿਟੀਆਂ ਕਰਕੇ ਆਈ ਐਮ ਵੈਰੀ ਸ਼ੋਰ। ਅੱਛਾ, ਯੂਨੀਵਰਸਿਟੀਆਂ 'ਤੇ ਜਿਹੜਾ ਹੈਗਾ ਨਾ, ਯੂਨੀਵਰਸਿਟੀਆਂ ਦਾ ਸਰਕਲ, ਇਸ 'ਤੇ ਵੀ ਬੜਾ ਇੱਕ ਗਮ ਹੈਗਾ ਕਿ ਉਹਨਾਂ ਦਾ ਰੈਵਨਿਊ ਮਾਰਾ ਜਾਏਗਾ, ਕਿਉਂਕਿ ਜਦੋਂ ਡਿਪੈਂਡੈਂਟ ਨਹੀਂ ਆਵਣਗੇ, ਠੀਕ ਆ, ਜਦੋਂ ਕੋਈ ਔਰਤ ਆਉਂਦੀ ਹੈ ਉਹਦਾ ਬੱਚਾ ਜਾਂ ਉਹਦਾ ਹਸਬੈਂਡ ਨਹੀਂ ਆਊਗਾ, ਉਹ ਇਕੱਲੀ ਆਊਗੀ ਨਹੀਂ, ਤੇ ਯੂਨੀਵਰਸਿਟੀਆਂ ਦਾ ਵੀ ਰੈਵਨਿਊ ਬੜਾ ਥੱਲੇ ਜਾਊਗਾ। ਇਹ ਯੂਨੀਵਰਸਿਟੀਆਂ ਹੁਣ ਸਾਰੇ ਆਪਣੀ ਪ੍ਰਪੋਜ਼ਲ ਪੇਸ਼ ਕਰਨਗੇ ਹਕੂਮਤ ਅੱਗੇ ਕਿ ਤੁਸਾਂ ਦੇ ਇਸ ਇਕਦਾਮ ਨਾਲ ਸਾਡਾ ਵੀ ਬੜਾ ਨੁਕਸਾਨ ਹੋ ਸਕਦਾ, ਤੇ ਇਹ ਹੁਣ ਆਉਣੇ ਦਿਨਾਂ ਪਤਾ ਲੱਗੂਗਾ ਕਿ ਯੂਨੀਵਰਸਿਟੀਆਂ ਦੀ ਜਿਹੜੀ ਐਸੋਸੀਏਸ਼ਨ ਹੈਗੀ ਆ, ਯੂਨੀਅਨ ਹੈਗੀ ਆ, ਉਹ ਇਸ ਸਿਲਸਿਲੇ 'ਚ ਆਪਣਾ ਕਿ ਹਕੂਮਤ ਦੇ ਅੱਗੇ ਆਪਣਾ ਮੌਕਫ ਪੇਸ਼ ਕਰਦੇ ਨੇ। ਜੀ ਬਿਲਕੁਲ ਜੀ, ਜਿਵੇਂ ਕਿ ਜਿਹੜੇ ਏਜੰਟ, ਠੱਗ ਏਜੰਟ ਵੀ ਕਹਿ ਸਕਦੇ ਆਪਾਂ ਉਹਨਾਂ ਨੂੰ, ਜਿਹੜੇ ਸਟੂਡੈਂਟ ਨੂੰ ਭੇਜ ਦਿੰਦੇ ਨੇ ਯੂਕੇ ਪੜ੍ਹਨ ਵਾਸਤੇ ਤੇ ਮੁੜ ਕੇ ਆ ਕੇ ਇੱਥੇ ਸਟੱਡੀ ਛੱਡੀ ਜਾਂਦੀ ਆ, ਜਾਂ ਉਹਨਾਂ ਨੂੰ ਪੂਰੇ ਜਿਹੜੀਆਂ ਉਹ ਸ਼ਰਤਾਂ ਹੁੰਦੀਆਂ ਪੂਰੀਆਂ ਨਹੀਂ ਕਰਦੇ, ਉਹਨਾਂ ਦੇ ਵੀ ਸ਼ਿਕੰਜਾ ਜਿਹੜਾ ਬਹੁਤ ਜ਼ਿਆਦਾ ਸਖਤੀ ਨਾਲ ਇਹ ਗੌਰਮੈਂਟ ਕਰ ਰਹੀ ਆ। ਸੋ ਹੁਣ ਬਹੁਤ ਹੀ ਧਿਆਨ ਨਾਲ ਜਿਹੜਾ ਆਪਾਂ ਨੂੰ ਗਾਂ ਜਿਹੜਾ ਜਦੋਂ ਤੁਸੀਂ ਯੂਕੇ ਆਉਣਾ ਤੇ ਵਧੀਆ ਵਕੀਲ ਕੋਲ ਸਲਾਹ ਲੈ ਕੇ ਕਿਸੇ ਕੋਲੋਂ, ਜਾਂ ਤੁਸੀਂ ਆਪਣੀ ਸਟੱਡੀ ਚੰਗੀ ਤਰ੍ਹਾਂ ਆਪ ਜਾਂ ਖੁਦ ਕਿਸੇ ਜਿਹੜੀ ਯੂਨੀਵਰਸਿਟੀ ਵਿੱਚ ਤੁਸੀਂ ਆਪ ਅਪਲਾਈ ਕਰੋ ਤੇ ਫਿਰ ਹੀ ਆਪਾਂ ਯੂਕੇ ਪਹੁੰਚ ਸਕਦੇ ਹਾਂ, ਪਰ ਨਹੀਂ ਤਾਂ ਪ੍ਰੋਬਲਮ ਤੁਹਾਨੂੰ ਪੈ ਸਕਦੀ ਆ। ਜੀ ਜਵੇਦ ਸਾਹਿਬ ਜੀ, ਨਾਲੋਂ ਨਾਲ ਤੁਸਾਂ ਦੀ ਮੈਂ ਗੱਲ ਅੱਗੇ ਵਧਾਵਾਂ ਕਿ ਆਪਾਂ ਨੇ ਹੋਮ ਆਫਿਸ ਨੇ ਸਟੂਡੈਂਟ ਨੂੰ ਟਾਰਗੇਟ ਕਰ ਰਹੇ ਨੇ, ਉਹ ਉਸਦਾ ਕਾਰਨ ਇਹ ਆ ਕਿ ਸਟੂਡੈਂਟ ਜਿਹੜੇ ਹੈਗੇ ਉਹ ਫੈਮਿਲੀ ਦੇ ਸੂਰਤ ਵਿੱਚ ਆਉਂਦੇ, ਲੇਕਿਨ ਨਾਲੋਂ ਨਾਲ ਜੇ ਇੱਥੇ ਦੇ ਜਿਹੜੇ ਥਿੰਕ ਟੈਂਕ ਹੈਗੇ, ਇੱਥੇ ਦੇ ਜਿਹੜੇ
ਸੋਚਣੇ ਸਮਝ ਅਕਲ ਬੁੱਧੀ ਵਾਲੇ ਲੋਕ ਹੈਗੇ ਜੀ, ਉਹ ਇਹ ਕਹਿ ਰਹੇ ਨੇ ਕਿ ਜਿਹੜੇ ਸਟੂਡੈਂਟ ਆ ਰਹੇ ਨੇ ਇਹਨਾਂ ਤੇ ਆਬਜੈਕਸ਼ਨ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਲੀਗਲ ਤਰੀਕੇ ਨਾਲ ਆ ਰਹੇ ਨੇ, ਇਹ ਇਲੀਗਲ ਤਰੀਕੇ ਨਾਲ ਨਹੀਂ ਆ ਰਹੇ, ਇਹ ਡੰਕੀਆਂ ਲਾ ਕੇ ਨਹੀਂ ਆ ਰਹੇ, ਇਹ ਸਿਸਟਮ ਦਾ ਹਿੱਸਾ ਬਣ ਰਹੇ ਨੇ, ਸਿਸਟਮ ਦੇ ਹਿੱਸੇ ਦੇ ਥਰੂ ਆ ਰਹੇ ਨੇ, ਠੀਕ ਹੈ। ਤੇ ਇਹ ਹੁਣ ਹਕੂਮਤਾਂ ਤੇ ਨਿਊਜ਼ ਚੈਨਲ ਤੇ ਆਪਾਂ ਖਬਰਾਂ ਸਾਰੀ ਦੇਖੀ ਦਾ ਕਿ ਉਹ ਕਹਿ ਰਹੇ ਨੇ ਕਿ ਇਹ ਤੇ ਇਹਨਾਂ ਦੇ ਜਿਹੜੇ ਡਿਪੈਂਡੈਂਟ ਆਉਂਦੇ ਨੇ ਉਹ ਟੈਕਸ ਭਰਦੇ ਨੇ, ਜਿਹੜੇ ਬੱਚੇ ਆਉਂਦੇ ਨੇ ਉਹ ਸਕੂਲ ਜਾਂਦੇ ਨੇ, ਠੀਕ ਹੈ, ਮਕਾਨ ਰੈਂਟਾਂ ਤੇ ਲੈਂਦੇ ਨੇ, ਠੀਕ ਆ, ਯਾਨੀ ਕਿ ਆਪਣਾ ਇਹ ਟੈਕਸ ਪੇ ਕਰ ਰਹੇ ਨੇ, ਠੀਕ ਆ, ਤੇ ਇਹ ਚੈਨਲ ਚੱਲਣਾ ਚਾਹੀਦਾ, ਠੀਕ ਆ, ਠੀਕ ਆ। ਇਹ ਆਪਣੇ NHS ਦੀ ਫੀਸ ਦੇ ਕੇ ਆਉਂਦੇ, ਜਿਸ ਤਰ੍ਹਾਂ ਆਪਣਾ ਸਭ ਨੂੰ ਪਤਾ ਹੈ ਕਿ ਜਿਹੜੇ ਡਿਪੈਂਡੈਂਟ ਜਾਂ ਸਟੂਡੈਂਟ ਹੁੰਦੇ ਉਹ ਹਰ ਸਾਲ ਤਕਰੀਬਨ 650 ਪੌਣੇ 700 ਪਾਉਂਡ ਇੱਕ ਸਾਲ ਦੀ ਫੀਸ ਭਰਦੇ ਨੇ NHS ਦੇ ਜਾਂ ਮੈਡੀਕਲ ਦੇ ਪੈਸੇ ਭਰਦੇ ਨੇ, ਠੀਕ ਆ, ਤੇ ਉਹਨਾਂ ਵਾਸਤੇ ਇਹ ਸਖਤੀ ਨਹੀਂ ਹੋਣੀ ਚਾਹੀਦੀ। ਇੱਕ ਤੇ ਹਕੂਮਤੀ ਜਿਹੜੇ ਖਾਨੇ ਜਾਂ ਆਪੋਜੀਸ਼ਨ ਦੀ ਪਾਰਟੀ ਇਹ ਵੀ ਕਹਿ ਰਹੀ ਆ ਕਿ ਇਹ ਤੇ ਲੀਗਲ ਚੈਨਲ ਦੇ ਥਰੂ ਆ ਰਹੇ ਨੇ, ਇਹਨਾਂ ਨੂੰ ਨਹੀਂ ਰੋਕਣਾ ਚਾਹੀਦਾ। ਅਗਰ ਤੁਸੀਂ ਰੋਕਣਾ ਹੈ ਤੇ ਜਿਹੜੇ ਡੰਕੀਆਂ ਲਾ ਕੇ ਆਉਂਦੇ ਉਹਨਾਂ ਨੂੰ ਰੋਕੋ ਤੁਸੀਂ, ਜਿਹੜੇ ਨਾ ਟੈਕਸ ਭਰਦੇ ਨੇ, ਜਿਹੜੇ ਨਾ ਲੀਗਲ ਤਰੀਕੇ ਨਾਲ ਆਉਂਦੇ ਨਾ ਸਿਸਟਮ ਦਾ ਹਿੱਸਾ ਨੇ। ਤੇ ਇੱਕ ਤੇ ਇਹ ਬਹੁਤ ਡਿਬੇਟ ਹੋ ਰਹੀ ਹੈ ਇਸ ਤੇ, ਦੂਜੀ ਇਹ ਡਿਬੇਟ ਬਣਦੀ ਵੀ ਆ ਜਵੇਰ ਸਾਹਿਬ, ਕਿਉਂਕਿ ਆਪਾਂ ਦੇਖਦੇ ਹਾਂ ਕਿ ਜਿਹੜੇ ਤਾਂ ਡੰਕੀਆਂ ਲਾ ਕੇ ਆਉਂਦੇ ਨੇ ਉਹਨਾਂ ਨੂੰ ਤਾਂ ਹੋਟਲ ਵੀ ਦਿੱਤੇ ਜਾਂਦੇ ਆ ਲੰਡਨ ਵਿੱਚ, ਇਹ ਤੁਹਾਨੂੰ ਵੀ ਪਤਾ, ਤੇ ਇੱਕ ਪਾਸੇ ਗਵਰਨਮੈਂਟ ਸਖਤੀ ਕਰੀ ਜਾਂਦੀ ਆ। ਇਹ ਫਿਰ ਜਿਹੜੀਆਂ ਦੋ ਗੱਲਾਂ ਇਹ ਕਿਉਂਕਿ ਹਿਊਮਨ ਰਾਈਟਸ ਤਾਂ ਸਾਰਿਆਂ ਲਈ ਇੱਕ ਆ ਜੀ। ਇਹ ਬਾਜੀ ਬੜੀ ਤੁਸੀਂ ਇੱਕ ਪੋਲੀਟੀਸ਼ੀਅਨ ਵਾਲੀ ਗੱਲ ਕੀਤੀ ਹੈ, ਲੱਗਦਾ ਤੁਸੀਂ ਪੋਲੀਟੀਸ਼ੀਅਨ ਖਬਰਾਂ ਬੜੀਆਂ ਦੇਖਦੇ ਹੋ, ਖਬਰਾਂ ਦੇਖਦੇ ਨੇ, ਪਰ ਪੋਲਿਟਿਕਸ ਦੇਖੋ ਜੀ, ਇਹ ਪੋਲਿਟਿਕਸ ਹੀ ਕਰ ਰਹੇ ਨਾ ਜੀ। ਜਿਹੜੀ ਹਿਊਮਨ ਰਾਈਟਸ ਠੀਕ ਆਖੀ ਹੈ, ਇਹ ਗੱਲ ਬਿਲਕੁਲ ਠੀਕ ਹੈਗੀ ਆ। ਜਿਹੜੇ ਬਿਨਾਂ ਕੰਟਰੀਬਿਊਟ ਕਰਦੇ सोसाइटी का हिस्से बड़े आते उन्होंने तो होटलों के अंदर जगह दी जा रही है, ठीक है, बिल्कुल, तो इस पर भी डिबेट चर्चा हो रही है, ठीक है। लेकिन भाजी मसला है ना कि एक कंट्री ह्यूमन राइट्स का कंट्री है, ठीक है, एक एडवांस कंट्री है, तो इतने हर जिस तरह घर जो वड्डा होंदा ना वो सारियां दे दुख दर्द उन्होंने दी हेल्प करता, तो ये इंग्लैंड जो ਅੱਜ ਦੀ ਦੌਰ ਵਿੱਚ ਜਾਂ ਪਹਿਲੇ ਵੀ ਇੱਕ ਵੱਡਾ ਦੇਸ਼ ਹੈਗਾ, ਪਾਵਰਫੁਲ ਦੇਸ਼ ਹੈਗਾ, ਇਕਨੋਮੀ ਚੰਗੀ ਹੈਗੀ, ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਚੰਗੀ ਨਹੀਂ ਆ, ਲੇਕਿਨ ਇਸਦਾ ਹੱਕ ਬਣਦਾ ਕਿ ਜਿਹੜੇ ਗਰੀਬ ਕੰਟਰੀਆਂ ਜਾਂ ਜਿਹੜੇ ਜਿਨ੍ਹਾਂ ਕੰਟਰੀਆਂ ਜੰਗਾਂ ਲੱਗੀਆਂ ਉਹਨਾਂ ਦੀ ਹੈਲਪ ਕਰੇ, ਤੇ ਇਹਨਾਂ ਨੂੰ ਉਹ ਆਪਣਾ ਹਿੱਸਾ ਪਾਉਣਾ ਪੈਂਦਾ ਵੱਡਾ ਹੋਣ ਦੀ ਸੂਰਤ ਵਿੱਚ। ਨਹੀਂ ਤਾਂ ਫਿਰ ਜੀ ਹਾਂਜੀ ਸੌਰੀ ਇਹ ਹਿੱਸਾ ਫਿਰ ਪਾਉਣ ਨਾ, ਹੁਣ ਜਿੱਥੋਂ ਪੰਜਾਬ ਤੋਂ ਸਾਡੇ ਲੋਕੀ ਜੇ ਕੋਈ ਡੰਕੀ ਲਾ ਕੇ ਆਉਂਦਾ ਆ ਉਹਨਾਂ ਨੂੰ ਕਹਿੰਦੇ ਆ ਤੁਹਾਨੂੰ ਅਸੀਂ ਵਾਪਸ ਭੇਜਣਾ, ਤੇ ਜਿਹੜੇ ਇੱਥੇ ਹੋਰ ਕੰਟਰੀਆਂ ਚੋਂ ਆਉਂਦੇ ਜਾਂ ਪੰਜਾਬ ਚੋਂ ਲਾ ਲਓ ਜਾਂ ਆਪਣੇ ਕੋਈ ਵੀ ਮੁਲਕ ਵਿੱਚੋਂ ਆਪਾਂ ਕਹਿ ਸਕਦੇ ਹਾਂ ਜੀ ਉੱਥੇ ਵੀ ਰਾਜ ਕਰਕੇ ਆਏ ਇਹ, ਹਾਂਜੀ, ਤੇ ਪਰ ਇਹ ਜਿਹੜੀਆਂ ਹੋਰਾਂ ਕੰਟਰੀਆਂ ਦੇ ਵਿੱਚੋਂ ਉਹਨਾਂ ਨੂੰ ਦੋ ਚੀਜ਼ਾਂ ਬਣ ਜਾਂਦੀਆਂ। ਇਹ ਜਿਹੜੀ ਪਾਲਿਸੀ ਹੈਗੀ ਹੈ ਨਾ ਅਸਾਈਲਮ ਦੀ ਪਾਲਿਸੀ ਜਾਂ ਡੰਕੀ ਜਾਂ ਇਲੀਗਲ ਬੰਦਿਆਂ ਦੀ, ਇਹ ਪਾਲਿਸੀ ਇਸ ਮੁਲਕ ਵਿੱਚ ਹਮੇਸ਼ਾ ਤੋਂ ਡਿਸਪਿਊਟਡ ਰਹੀ ਆ, ਇਸ ਤੇ ਹਮੇਸ਼ਾ ਦੋ ਰਾਏ ਰਹੀਆਂ, ਇਸ ਤੇ ਹਕੂਮਤ ਕਦੀ ਕਾਨੂੰਨ ਸਕਸੈਸਫੁਲ ਲੈਜਿਸਲੇਸ਼ਨ ਨਹੀਂ ਕਰ ਸਕੀ ਔਰ ਇਹ ਕਦੀ ਸ਼ਾਇਦ ਕਰ ਵੀ ਨਾ ਸਕੀ। ਹੁਣ ਤੁਸੀਂ ਪਿੱਛੇ ਆਪਾਂ ਨੇ ਸ਼ੋਅ ਕੀਤਾ ਸੀ ਜਿਸ ਇਹ ਆਖਿਆ ਸੀ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਫਰਾਂਸ ਹਕੂਮਤ ਨੂੰ 480 ਮਿਲੀਅਨ ਪਾਉਂਡ ਦਿੱਤੇ ਇਹਨਾਂ ਲੋਕਾਂ ਨੂੰ ਤੇ ਰੋਕਣ ਵਾਸਤੇ, ਠੀਕ ਹੈ ਜੀ। ਇਹ ਸਾਰੇ ਇਕਦਾਮ ਇਹਨਾਂ ਇਹ ਕੀਤੇ ਨੇ, ਲੇਕਿਨ ਇਹਨਾਂ ਕੋਲ ਕਦੀ ਹੋਇਆ ਨਹੀਂ, ਠੀਕ ਆ। ਇਹ ਹਕੂਮਤ ਭਲੇ ਲੇਬਰ ਹੋਵੇ, ਕੰਜ਼ਰਵੇਟਿਵ ਹੋਵੇ ਜਾਂ ਕਿਹੜੀ ਵੀ ਪਾਰਟੀ ਹੋਵੇ, ਇਹ ਇੱਕ ਇਫੈਕਟਿਵ ਇਮੀਗ੍ਰੇਸ਼ਨ ਕੰਟਰੋਲ ਨਹੀਂ ਕਰ ਸਕੇ ਇਲੀਗਲ ਬੰਦਿਆਂ ਵਾਸਤੇ, ਠੀਕ ਆ। ਇਹ ਹਮੇਸ਼ਾ ਇਸ ਹਕੂਮਤ ਦੀ ਜਾਂ ਹੋਮ ਆਫਿਸ ਦੀ ਨਾਕਾਮੀ ਰਹੀ ਹੈ, ਇਹ ਸਭ ਨੂੰ ਪਤਾ ਹੈ, ਹਰ ਗਵਰਨਮੈਂਟ ਦੇ ਦੌਰ 'ਚ ਰਹੀ ਹੈ, ਠੀਕ ਹੈ। ਤੇ ਲੇਕਿਨ ਇਹ ਗੱਲ ਤੁਹਾਡੀ ਬਿਲਕੁਲ ਠੀਕ ਆ, ਇਟ ਮੇਕ ਸੈਂਸ ਐਜ਼ ਵੈਲ ਕਿ ਤੁਸੀਂ ਉਹਨਾਂ ਨੂੰ ਸਹੂਲਤਾਂ ਦੇ ਰਹੇ ਹੋ ਔਰ ਜਿਹੜੇ ਪੈਸੇ ਦੇ ਕੇ ਆ ਰਹੇ ਇਹਨਾਂ ਨੂੰ ਤੁਸੀਂ ਸਖਤਾਈ ਕਰ ਰਹੇ ਹੋ, ਹਾਂਜੀ। ਲੌਜੀਕਲੀ ਗੱਲ ਤੁਹਾਡੀ ਬਿਲਕੁਲ ਠੀਕ ਹੈ। ਲੌਜੀਕਲੀ ਦੇਖੋ ਜੀ, ਜਿਸ ਤਰ੍ਹਾਂ ਆਪਾਂ ਦੇਖੋ ਕਿੰਨੀ ਫੀਸ ਭਰਦੇ ਆ ਆਪਣੇ ਸਟੂਡੈਂਟ ਹੈ ਨਾ, ਜੇ ਆਪਾਂ ਵਰਕ ਪਰਮਿਟ ਵੀ ਲਈਏ ਤਾਂ ਵਰਕ ਪਰਮਿਟ ਤੇ ਵੀ ਕਿੰਨੇ ਪੈਸੇ ਲੱਗ ਜਾਂਦੇ ਆ, ਟੈਕਸ ਭਰੀ ਜਾਂਦਾ, ਸਾਰਾ ਕੁਝ ਟੈਕਸ ਵੀ ਜਾਂਦਾ, ਸਾਰਾ ਕੁਝ ਲੀਗਲ ਤਰੀਕੇ ਨਾਲ ਆ ਨਾ। ਤੇ ਜਿਹੜੇ ਜਾਂ ਤਾਂ ਫਿਰ ਜਿਹੜੇ ਦੂਸਰੇ ਜਿਹੜੇ ਆ ਰਹੇ ਆ ਉਹਨਾਂ ਨੂੰ ਤੁਸੀਂ ਇਹ ਵੀ ਪਹਿਲਾਂ ਗਲਤ ਰੋਕਣਾ, ਜੇ ਤੁਸੀਂ ਆਪਾਂ ਜੇ ਇਮੀਗ੍ਰੇਸ਼ਨ ਰੋਕਣੀ ਆ ਤਾਂ ਉੱਥੇ ਰੋਕੀ ਜਾਵੇ, ਇਦਾਂ ਜਿਹੜੀ ਸਹੀ ਤਰੀਕੇ ਨਾਲ ਆ ਰਹੀ ਆ ਇਹ ਨਹੀਂ ਰੋਕੀ ਜਾਣੀ ਚਾਹੀਦੀ। ਇਹਦੇ ਬਾਰੇ ਮੈਂ ਸਹਿਮਤ ਕਰਦਾ ਤੁਹਾਨੂੰ ਇਸ ਪੁਆਇੰਟ ਤੇ। ਹਕੂਮਤ ਦੀ ਇਸ ਤੇ ਬੜੀ ਡਿਵਾਈਡਡ ਓਪੀਨੀਅਨ ਆ, ਇਸ ਤੇ ਜਿਹੜੀ ਹੋਮ ਸੈਕਟਰੀ ਹੈਗੀ ਆ ਉਹ ਭਾਜੀ ਗ੍ਰੈਸਪ ਨਹੀਂ ਕਰ ਸਕੀ, ਇਸ ਤੇ ਜਿਹੜੀ ਪਿਛਲੀ ਹੋਮ ਸੈਕਟਰੀ ਸੀ, ਠੀਕ ਹੈ ਨਾ, ਪ੍ਰੀਤੀ ਪਟੇਲ, ਉਹ ਨਹੀਂ ਇਸ ਤੇ ਕਾਬੂ ਪਾ ਸਕੀ, ਜਾਂ ਉਸ ਤੋਂ ਜਿਹੜੇ ਪਹਿਲੇ ਵੀ ਸਨ। ਇਹ ਇੱਕ ਐਸਾ ਇੱਕ ਮੁੱਦਾ ਹੈ ਜਿਸ ਤੇ ਕੋਈ ਵੀ ਹਕੂਮਤ ਕਾਮਯਾਬੀ ਨਾਲ ਕੋਈ ਦਾਅਵਾ ਨਹੀਂ ਕਰ ਸਕਦੀ ਕਿ ਅਸੀਂ ਰੋਕ ਸਕਦੇ ਹਾਂ। ਤੁਸੀਂ ਭਾਜੀ ਉਹ ਗੱਲਾਂ ਛੱਡੋ, ਜਿਹੜੇ 1.5 ਮਿਲੀਅਨ ਆਲਰੇਡੀ ਇਸ ਮੁਲਕ ਵਿੱਚ ਇਲੀਗਲ ਬੰਦੇ ਰਹਿ ਰਹੇ, ਇਹ ਯਾਦ ਹੈ ਜਦੋਂ ਬੋਰਿਸ ਜੌਨਸਨ ਸਾਹਿਬ ਪ੍ਰਾਈਮ ਮਿਨਿਸਟਰ ਸਨ, ਅਸੀਂ ਪਾਰਲੀਮੈਂਟ ਦੇ ਸਾਹਮਣੇ ਗਏ ਸਾਂ, ਪਾਰਲੀਮੈਂਟ ਦੇ ਅੰਦਰ ਜਿਹੜੀ ਪਟੀਸ਼ਨ ਸੀ ਐਮਨੈਸਟੀ ਦੀ ਤਹਿਰੀਕ ਜਿਹਨੇ ਉਹਨਾਂ ਪਾਰਲੀਮੈਂਟ ਦੀ ਕਮੇਟੀ ਨੇ ਇਹ ਆਖਿਆ ਸੀ ਕਿ ਅਸੀਂ ਇਹਨਾਂ ਜਿਹੜੇ 1.5 ਮਿਲੀਅਨ ਲੋਕੀ ਅੱਗੇ ਇਹਨਾਂ ਦੇ ਮੁਤਲਕ ਸੋਚਾਂਗੇ। ਇਹ ਹਾਲੇ ਤੱਕ ਉਸ ਪਟੀਸ਼ਨ ਤੇ
ਕੋਈ ਕਾਨੂੰਨ ਸਾਜ਼ੀ ਨਹੀਂ ਕਰ ਸਕੇ, ਬਾਕੀ ਗੱਲਾਂ ਤੇ ਤੁਸੀਂ ਦੂਰ ਰੱਖੋ, ਠੀਕ ਆ। ਉਹ ਜੇ 1.5 ਮਿਲੀਅਨ ਬੰਦੇ ਉਹ ਹਾਲੀ ਵੀ ਧੱਕੇ ਖਾ ਰਹੇ, ਅਸੀਂ ਆਵਾਜ਼ ਚੱਕੀ ਸੀ, ਅੱਜ ਵੀ ਚੱਕ ਰਹੇ ਹਾਂ, ਠੀਕ ਹੈ। ਤੇ ਇਹ ਜਿਹੜਾ ਮੁੱਦਾ ਹੈ ਇਲੀਗਲ ਮਾਈਗ੍ਰੇਸ਼ਨ ਦਾ ਜਾਂ ਯੂਕੇ ਦੇ ਅੰਦਰ ਮਾਈਗ੍ਰੇਸ਼ਨ ਰੇਟ ਨੈਟ ਮਾਈਗ੍ਰੇਸ਼ਨ ਰੇਟ ਕੰਟਰੋਲ ਕਰਨ ਦਾ, ਇਹ ਹਮੇਸ਼ਾ ਦਾ ਡਿਸਪਿਊਟਡ ਰਿਹਾ, ਠੀਕ ਆ। ਹੁਣ ਇਹ ਵੀ ਮੈਂ ਇੱਕ ਹੋਰ ਨਾਲ ਗੱਲ ਦੱਸਾਂ, ਹੁਣ ਸਰਕਾਰ ਕਰੰਟ ਸਰਕਾਰ ਕਿਉਂ ਸਟੂਡੈਂਟ ਤੇ ਉਂਗਲੀ ਚੁੱਕ ਰਹੀ ਆ, ਕਿਉਂਕਿ ਇਹਨਾਂ ਕੋਲ ਇਲੀਗਲ ਮਾਈਗ੍ਰੇਸ਼ਨ ਕੰਟਰੋਲ ਨਹੀਂ ਹੋਈ, ਠੀਕ ਆ। ਇਹਨਾਂ ਨੇ ਲੋਕਾਂ ਨੂੰ, ਇੱਥੇ ਦੀ ਆਵਾਮ ਨੇ, ਬ੍ਰਿਟਿਸ਼ ਜਨਤਾ ਨੂੰ ਸ਼ੋਅ ਕਰਨ ਵਾਸਤੇ ਕਿ ਅਸੀਂ ਵਾਅਦਾ ਜਦੋਂ ਕੀਤਾ ਸੀ ਹਕੂਮਤ ਵਿੱਚ ਆਏ ਸਾਂ ਕਿ ਅਸੀਂ ਨੈਟ ਮਾਈਗ੍ਰੇਸ਼ਨ ਰੇਟ ਕੰਟਰੋਲ ਕਰਾਂਗੇ, ਇਹ ਇਹਨਾਂ ਕੋਲ ਕੰਟਰੋਲ ਨਹੀਂ ਹੋਈ। ਇਹਨਾਂ ਸਾਰਾ ਮੁੱਦਾ ਸਟੂਡੈਂਟ 'ਤੇ ਪਾ ਦਿੱਤਾ ਕਿ ਇੱਥੇ ਦੀ ਆਮ ਪਬਲਿਕ ਨੂੰ ਦੱਸਣ ਵਾਸਤੇ ਕਿ ਦੇਖੋ ਜੀ ਅਸੀਂ ਆਉਣੇ ਵਾਲੇ ਦਿਨਾਂ 'ਚ ਇਹ ਇਕਦਾਮ ਕਰ ਰਹੇ ਹਾਂ, ਇਹ ਸਖਤਾਈਆਂ ਕਰ ਰਹੇ ਹਾਂ ਔਰ ਮੁਲਕ ਦੇ ਅੰਦਰ ਅਸੀਂ ਇਮੀਗ੍ਰੇਸ਼ਨ 'ਤੇ ਕੰਟਰੋਲ ਕਰ ਰਹੇ ਹਾਂ। ਤੇ ਇਹਨਾਂ ਦਾ ਜਿਹੜਾ ਨਜ਼ਲਾ, ਇਹਨਾਂ ਦਾ ਜਿਹੜੀ ਸਖਤਾਈ ਹੈ ਸਾਰੀ ਇਸ ਪਾਸੇ ਆ ਗਈ, ਉਸ ਪਾਸੇ ਇਹਨਾਂ ਦਾ ਕੋਈ ਇਖਤਿਆਰ ਨਹੀਂ ਚੱਲ ਸका, ਠੀਕ ਹੈ। ਕਿਉਂਕਿ ਜਦੋਂ ਇਹ ਜਾਂਦੇ ਨੇ ਯੂਕਰੇਨੀਅਨ ਤੇ ਇਹਨਾਂ ਨੂੰ ਯੂਰਪ ਨੂੰ ਖੁਸ਼ ਕਰਨਾ ਪੈਂਦਾ ਹੈ, ਕਿਉਂਕਿ ਹਰ ਦੂਜੇ ਯੂਰਪੀਅਨ ਕੰਟਰੀ ਨੇ ਰਸ਼ੀਆ ਦੇ ਅਗੇਂਸਟ ਯੂਕਰੇਨੀਅਨ ਦੇ ਜਿਹੜੇ ਬਾਸ਼ਿੰਦੇ ਅੱਗੇ ਉਹਨਾਂ ਨੂੰ ਸਪੋਰਟ ਕੀਤਾ ਤੇ ਇਹਨਾਂ ਨੂੰ ਆਪਣਾ ਹਿੱਸਾ ਪਾਉਣਾ ਪੈਂਦਾ। ਤੇ ਬਾਕੀ ਵੀ ਦੇਸ਼ਾਂ ਜਿਹੜੇ ਜੰਗਾਂ ਲੱਗੀਆਂ ਉਹਨਾਂ ਨੂੰ ਸਪੋਰਟ ਕਰਨਾ ਪੈਂਦਾ ਤੇ ਇਸ ਵਾਸਤੇ ਉੱਥੇ ਇਹਨਾਂ ਨੂੰ ਬੜਾ ਪ੍ਰੈਸ਼ਰ ਸੀ। ਔਰ ਇਹਦਾ ਗੱਲ ਹੈ ਬ੍ਰੈਕਸਿਟ ਹੋ ਗਈ ਹੈ ਤੇ ਪ੍ਰੈਸ਼ਰ ਇਹਨਾਂ ਤੇ ਘੱਟ ਹੋ ਗਿਆ, ਲੇਕਿਨ ਫਿਰ ਵੀ ਇੰਟਰਨੈਸ਼ਨਲ ਕਮਿਊਨਿਟੀ ਦੇ ਅੰਦਰ ਮੂੰਹ ਟਿਕਾਉਣੇ ਵਾਸਤੇ ਤੁਹਾਨੂੰ ਕੋਈ ਨਾ ਕੋਈ ਹਮਦਰਦੀ ਜਤਾਉਣੀ ਪੈਂਦੀ ਹੈ ਕਿ ਅਸੀਂ ਇਹਨਾਂ ਮੁਲਕਾਂ ਨਾਲ ਬੜੀ ਨਰਮੀ ਵਰਤਾਓ ਕਰ ਰਹੇ ਹਾਂ। ਤੇ ਇੰਟਰਨੈਸ਼ਨਲ ਸਟੂਡੈਂਟ ਤੇ ਜਿਹੜਾ ਅਸੀਂ ਇਹਨਾਂ ਦਾ ਡਾਇਰੈਕਟ ਕੰਟਰੋਲ ਲਗਾ ਕਿ ਯੂਰਪੀਅਨ ਯੂਨੀਅਨ ਦੇ ਰੂਲ ਨੂੰ ਫੋਲੋ ਨਹੀਂ ਕਰਨਾ ਪੈਂਦਾ ਜਾਂ ਇੰਟਰਨੈਸ਼ਨਲ ਕਮਿਊਨਿਟੀ ਦੀ ਰੂਲ ਨੂੰ ਫੋਲੋ ਨਹੀਂ ਕਰਨਾ ਪੈਂਦਾ, ਇਸ ਵਾਸਤੇ ਇਹਨਾਂ ਨਿਸ਼ਾਨਾ ਸਿੱਧਾ ਇੰਟਰਨੈਸ਼ਨਲ ਯੂਰਪੀਅਨ ਇੰਟਰਨੈਸ਼ਨਲ ਸਟੂਡੈਂਟ ਤੇ ਆ ਗਿਆ। ਲੇਕਿਨ ਭਾਜੀ ਗੱਲ ਮੈਂ ਅੱਗੇ ਵਧਾਉਣਾ, ਅਨਲੈਸ ਤੁਸੀਂ ਕਾਲ ਲੈਣਾ ਚਾਹੁੰਦੇ ਹੋ। ਨਹੀਂ ਹਲੇ ਕਾਲ ਨਹੀਂ। ਅੱਛਾ ਗੱਲ ਇਹ ਹੈ ਕਿ ਆਪਾਂ ਨੇ ਹਰ ਟੀਵੀ ਚੈਨਲ ਤੇ, ਹਰ ਦੂਜੇ ਤੀਜੇ ਸੋਸ਼ਲ ਮੀਡੀਆ ਤੇ ਖਬਰਾਂ ਤੇ ਆ ਰਹੀਆਂ, ਡਿਪੈਂਡੈਂਟ 2024 ਤੋਂ ਨਹੀਂ ਆ ਸਕਦੇ, ਸਵਿਚਿੰਗ ਨਹੀਂ ਹੋ ਸਕਦੀ, ਠੀਕ ਆ। ਚਲੋ ਹੁਣ ਸਭ ਤੋਂ ਜ਼ਿਆਦਾ ਪਰੇਸ਼ਾਨ ਹੈਗੇ ਏਜੰਟ ਹੈਗੇ, ਕੰਸਲਟੈਂਟ ਹੈਗੇ ਜਿਹੜੇ ਯੂਕੇ ਦੇ ਬਾਹਰ ਹੈਗੇ ਜਾਂ ਯੂਕੇ ਦੇ ਅੰਦਰ ਹੈਗੇ, ਕਿਉਂਕਿ ਉਹਨਾਂ ਦੀ ਦੁਕਾਨਾਂ ਹੋ ਜਾਣੀਆਂ ਬੰਦ, ਠੀਕ ਆ। ਸਾਰਾ ਜ਼ੋਰ ਆ ਜਾਣਾ ਵਰਕ ਪਰਮਿਟ ਤੇ, ਕਿਉਂਕਿ ਡਿਪੈਂਡੈਂਟ ਤੇ ਆ ਨਹੀਂ ਸਕੂਗਾ ਆਪਣੇ ਦੇਸ਼ਾਂ ਤੋਂ, ਪੰਜਾਬ ਤੋਂ, ਜਿੱਥੋਂ ਵੀ, ਠੀਕ ਆ। ਤੇ ਫਿਰ ਲੋਕੀ ਕਿਸ ਤੇ ਆਵਣਗੇ? ਵਰਕ ਪਰਮਿਟ ਤੇ ਆਵਣਗੇ, ਕਿਉਂਕਿ ਵਰਕ ਪਰਮਿਟ ਤੁਸੀਂ ਡਿਪੈਂਡੈਂਟ ਆਪਣੇ ਨਾਲ ਆਣ ਸਕਦੇ ਹੋ, ਠੀਕ ਆ। ਵਰਕ ਪਰਮਿਟ ਸੌਰੀ ਇਹਦੇ ਵਿੱਚ ਆਪਾਂ ਐਡ ਕਰਦੇ ਥੋੜਾ ਜਿਹਾ, ਜਦੋਂ ਆਪਾਂ ਮੇਰੇ ਖਿਆਲ ਨਾਲ ਕਾਲ ਲੈ ਲਈਏ ਆਪਾਂ ਥੋੜੀ ਜਿਹੀ। ਹਾਂਜੀ ਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਪਹਿਲਾਂ ਸਵਾਲ ਪੁੱਛਣਾ ਤੁਹਾਨੂੰ ਇੱਕ। ਹਾਂਜੀ ਪੁੱਛੋ ਜੀ। ਮੁੰਡਾ ਹੈ ਜੀ ਇੱਕ 23 ਸਾਲ ਦਾ ਇੰਡੀਆ 'ਚ ਜੀ, ਤੇ ਉਹਨੇ BSc ਕੀਤੀ ਹੈ ਨਰਸਿੰਗ ਵਿੱਚ। ਜੀ ਬੋਲੋ ਭਾਜੀ। ਹਾਂਜੀ ਸਵਾਲ ਆਪਣਾ ਪੂਰਾ ਕਰੋ ਭਾਜੀ, ਦੇਣਗੇ ਜਵਾਬ ਭਾਜੀ। BSc ਉਹਨੇ ਕੀਤੀ ਹੈ ਨਰਸਿੰਗ ਵਿੱਚ, ਉਹ ਇੱਥੇ ਕੰਮ ਕਰਨ ਵਾਸਤੇ ਆਉਂਦਾ ਹੈ ਐਜ਼ ਅ ਨਰਸ। ਠੀਕ ਹੈ ਭਾਜੀ, ਥੈਂਕ ਯੂ। ਸਵਾਲ ਆਪਾਂ ਨੇ ਲੈ ਲਿਆ, ਥੈਂਕ ਯੂ ਭਾਜੀ। ਜਿਨ੍ਹਾਂ ਨੇ ਨਰਸਿੰਗ ਦਾ ਕੀਤੀ ਆ ਜਾਂ ਹੈਲਥ ਕੇਅਰ ਇੰਡਸਟਰੀ ਦੇ ਅੰਦਰ ਕੋਈ ਕੋਰਸ ਜਾਂ ਕੋਈ ਕੁਆਲੀਫਿਕੇਸ਼ਨ ਹੈਗੀ ਆ, ਵਰਕ ਪਰਮਿਟ ਆਉਣ ਵਾਸਤੇ ਸਭ ਤੋਂ ਪਹਿਲੇ ਤੁਹਾਨੂੰ ਇੱਥੇ ਦੀ ਕੋਈ ਕੇਅਰ ਹੋਮ ਜਾਂ ਹੈਲਥ ਕੇਅਰ ਦੀ ਏਜੰਸੀ ਢੂੰਡਣੀ ਪਊਗੀ ਜਿਹੜੇ ਉਹਨੂੰ ਸਪੋਂਸਰ ਕਰੂ। ਜਦੋਂ ਸਪੋਂਸਰ ਉਹਨੂੰ ਮੁੰਡੇ ਨੂੰ ਕਰਨਗੇ, ਅੰਗਰੇਜ਼ੀ ਦਾ ਉਹਦਾ ਆਈਲੈਟਸ 4 ਬੈਂਡ ਦੇ ਬਰਾਬਰ ਸਕੋਰ ਹੋਊਗਾ ਜਾਂ 4 ਬੈਂਡ ਹੋਊਗਾ, ਤੇ ਫਿਰ ਉਹ ਆ ਸਕਦਾ ਹੈ, ਆਪਣੇ ਡਿਪੈਂਡੈਂਟ ਨੂੰ ਵੀ ਨਾਲ ਆਣ ਸਕਦਾ ਹੈ। ਉਹ ਵੀਜ਼ੇ ਖੁੱਲੇ ਬਣਾ ਲਈ, ਠੀਕ ਹੈ, ਔਰ ਅੱਗੇ ਵੀ ਫਿਲਹਾਲ ਖੁੱਲੇ ਰਹਣਗੇ। ਮੇਰੇ ਖਿਆਲ ਕਾਲ ਡ੍ਰੌਪ ਹੋ ਗਈ। ਬਰਕਲ ਇਹਨਾਂ ਦਾ ਜਿਹੜਾ ਸਵਾਲ ਸੀ ਕਿ ਜਿਹਨੇ BSc ਨਰਸਿੰਗ ਕੀਤੀ ਤੇ ਉਹ ਹੈਲਥ ਕੇਅਰ ਅਸਿਸਟੈਂਟ ਦੇ ਆ ਸਕਦਾ ਹੈ, ਜੇ ਬੜੇ ਮਸ਼ਹੂਰ ਵੀਜ਼ੇ ਹੋਏ ਸਨ ਹੈਲਥ ਕੇਅਰ ਅਸਿਸਟੈਂਟ ਜਾਂ ਕੇਅਰ ਟੇਕਰ ਦੇ, ਜਿਹਨਾਂ ਨੂੰ ਆਪਾਂ ਕਹੀਦਾ ਸੀ, ਉਹ ਹਾਲੀ ਵੀ ਖੁੱਲੇ, ਉਹਨਾਂ ਤੇ ਸਖਤਾਈ ਨਹੀਂ ਹੋਈ। ਇਹ ਸਖਤਾਈ ਹੋਊਗੀ ਆਉਣ ਵਾਲੇ ਦਿਨਾਂ 'ਚ। ਇਹ ਵੀ ਮੈਂ ਨਾਲੋਂ ਨਾਲ ਦੱਸੇ। ਜਿਹੜਾ ਪ੍ਰੋਗਰਾਮ ਦਾ ਦੂਸਰਾ ਹਿੱਸਾ ਅੱਜ ਅਸੀਂ ਇਸੀ ਤੇ ਗੱਲ ਕਰਾਂਗੇ, ਜਿਹੜੇ ਵਰਕ ਪਰਮਿਟ ਹੈਗੇ, ਜਿਸ ਸਭ ਤੋਂ ਆਸਾਨ ਵਰਕ ਪਰਮਿਟ ਹੈਲਥ ਕੇਅਰ ਦੇ ਸਨ। ਤੁਸੀਂ ਕਾਲ ਲੈ ਲਓ, ਫਿਰ ਆਪਾਂ ਗੱਲ ਕਰਾਂਗੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਸੀਂ ਵਕੀਲ ਨਾਲ ਗੱਲ ਕਰਦੇ। ਹਾਂਜੀ ਕਰੋ ਜੀ। ਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਈ, ਸਤਿ ਸ਼੍ਰੀ ਅਕਾਲ। ਅਸੀਂ ਪੁੱਛਣਾ ਸੀ, ਜਿੱਦਾਂ ਮੇਰਾ ਬੇਟਾ ਆਇਆ ਆ, ਉਹ 15 ਸਾਲ ਦਾ ਸੀ ਜਦ ਇੱਥੇ ਆਇਆ ਉਹ, ਤੇ ਉਹ ਜਿੱਦਾਂ ਅਸੀਂ ਆਏ ਆ, ਜਿੱਦਾਂ ਮੇਰਾ ਜਵਾਈ ਪੁਰਤਗਾਲ ਤੋਂ ਆਇਆ ਉਹਦੇ ਤੌਰ ਤੇ, ਹਨਾ, ਤੇ ਉਹ ਕੱਚਾ ਆ ਇੱਥੇ, ਤੇ ਉਹਦਾ ਕੋਈ ਕੇਸ ਲੱਗਣ ਦਾ ਹੈਗਾ? ਭੈਣ ਜੀ ਤੁਸੀਂ ਯੂਰਪੀਅਨ ਜਿਹੜੇ ਵੀਜ਼ੇ ਤੇ ਆਏ ਸੋ? ਹਾਂਜੀ। ਤੇ ਬੱਚਾ ਜਦੋਂ ਹੁਣ ਬੱਚਾ 15 ਸਾਲ ਦਾ? ਨਹੀਂ, ਹੁਣ ਤਾਂ 18 ਦਾ ਆ। ਜਿੱਦਾਂ ਉਹਨੂੰ ਮੈਂ 15 ਸਾਲ ਦਾ ਇੱਥੇ ਛੱਡ ਗਈ ਸੀ ਪਹਿਲਾਂ ਹੀ। ਅੱਛਾ, ਉਹ ਕਿਹੜੇ ਵੀਜ਼ੇ ਤੇ ਆਇਆ ਸੀ? ਵਿਜ਼ਿਟ ਵੀਜ਼ੇ ਤੇ ਆਇਆ ਸੀ? ਉਹਦਾ ਜਿੱਦਾਂ ਉਹਦੇ 6 ਮਹੀਨੇ ਦਾ ਵੀਜ਼ਾ ਜਿਹੜਾ ਹੁੰਦਾ ਉੱਤੇ ਆਇਆ ਸੀ।
ਅੱਛਾ ਤੁਸੀਂ ਕਰਨਾ ਇਹ ਸੀ ਨਾ ਭੈਣ ਜੀ, ਜਦੋਂ ਤੁਸੀਂ ਕਿਸ ਸਾਲ 'ਚ ਆਏ ਸੋ UK 'ਚ? ਅਸੀਂ 20 ਚ ਆਏ ਆ। ਤੁਸੀਂ ਜਦੋਂ 2020 ਚ ਆਏ ਸੋ ਨਾ ਤੇ ਉਸ ਦਾ ਤੁਸੀਂ ਆਪਣੇ ਨਾਲ ਹੀ ਕਰਨਾ ਸੀ ਨਾ ਵੀਜ਼ਾ, ਤੇ ਉਸ ਟਾਈਮ ਉਹਦਾ ਲੱਗ ਜਾਣਾ ਸੀ ਵੀਜ਼ਾ। ਇੱਥੇ ਆ ਕੇ ਅਸੀਂ ਜਿੱਦਾਂ 2 ਵਾਰੀ ਲਾਇਆ, ਉਹਦਾ ਕੇਸ ਰਿਫਿਊਜ਼ ਕਰ ਦਿੱਤਾ ਇਹਨਾਂ ਨੇ, ਜਿੱਦਾਂ ਉਹ ਇਹ ਸਾਡੇ ਤੇ ਡਿਪੈਂਡੈਂਟ ਕੁੜੀ ਤੇ ਲਾਇਆ ਸੀ। ਤੇ ਉਹ ਭੈਣ ਜੀ 2 ਵਜ੍ਹਾ ਤੋਂ ਰਿਫਿਊਜ਼ ਹੋ ਸਕਦਾ, ਜਾਂ ਤੇ ਮੁੰਡਾ ਤੁਹਾਡੇ ਜਿਹੜਾ ਬੱਚਾ ਸੀ ਉਸ ਟਾਈਮ 2020 ਚ ਉਹਨਾਂ ਨੇ 18 ਤੋਂ ਘੱਟ ਹੀ ਹੋਣਾ ਨਾ, ਠੀਕ ਹੈ? ਹਾਂਜੀ ਤੇ ਹਾਂਜੀ 18 ਦਾ ਤਾਂ ਅਗਰ ਭੈਣ ਜੀ ਬੜਾ ਕਲੀਅਰ ਅਸੂਲ ਹੈ, ਜਿਹੜਾ ਯੂਰਪੀਅਨ ਕਾਨੂੰਨ ਹੈਗਾ ਨਾ, ਬੜਾ ਕਲੀਅਰ ਅਸੂਲ ਹੈ, ਅਗਰ ਉਸਦੀ ਉਮਰ 18 ਤੋਂ ਘੱਟ ਹੈਗੀ ਆ ਔਰ ਤੁਸੀਂ ਅਗਰ ਉਹਦੇ ਮਾਂ ਪਿਓ ਕਾਗਜ਼ਾਂ ਤੇ ਉਹਦਾ ਤਾਂ ਵੀਜ਼ਾ ਤੁਸਾਂ ਦੇ ਨਾਲ ਲੱਗ ਜਾਣਾ, ਠੀਕ ਹੈ? ਤੁਸਾਂ ਉਹਦਾ ਲਾਇਆ ਹੋਏਗਾ ਐਕਸਟੈਂਡਡ ਫੈਮਿਲੀ ਮੈਂਬਰ, ਠੀਕ ਹੈ? ਸ਼ਾਇਦ ਇਸੀ ਵਜ੍ਹਾ ਤੋਂ ਰਿਫਿਊਜ਼ ਹੋਇਆ। ਅਗਰ ਤੁਸੀਂ ਉਹਨੂੰ ਆਪਣਾ ਬੱਚਾ ਬਣਾ ਕੇ ਲਾਓ 18 ਤੋਂ ਘੱਟ, ਤੇ ਇਹ ਐਪਲੀਕੇਸ਼ਨ ਕਾਮਯਾਬ ਹੋ ਸਕਦੀ ਆ, ਠੀਕ ਹੈ? ਉਹ ਤਾਂ ਹੁਣ ਤਾਂ 18 ਦਾ ਉਹਨੇ ਹੋ ਜਾਣਾ ਹੈ ਜਿੱਦਾਂ ਅਗਰ ਭੈਣ ਜੀ 18 ਤੋਂ ਹੁਣ ਹੋ ਗਿਆ ਤੇ ਹੁਣ ਫਿਰ ਯੂਰਪੀਅਨ ਕਾਨੂੰਨ ਦੇ ਤਹਿਤ ਬੇਸ਼ੱਕ ਨਾ ਲਾਓ, ਤੁਸੀਂ ਹੁਣ ਅੰਗਰੇਜ਼ੀ ਕਾਨੂੰਨ ਦੇ ਤਹਿਤ ਲਾਓ, ਹਿਊਮਨ ਰਾਈਟ ਦੇ, ਕਿ ਜਦੋਂ UK ਸੀ ਉਹ ਨਿਆਣਾ ਸੀ, ਛੋਟਾ ਸੀ ਔਰ ਹਾਲੀ ਵੀ ਤੁਸਾਂ ਤੇ ਡਿਪੈਂਡੈਂਟ ਹੈ, ਤੇ ਉਹਦੇ ਕਾਮਯਾਬੀ ਦੀ ਜਿਹੜੀ ਸਫਲਤਾ ਦੇ ਚਾਂਸਸ ਵੱਧ ਜਾਣਗੇ, ਠੀਕ ਹੈ ਜੀ? ਅੱਛਾ ਮਾਂ ਪਿਓ ਤੇ ਲਾਈਏ ਹੈ ਨਾ ਜੀ, ਉਹ ਵੀ ਲੱਗ ਸਕਦਾ ਹੈਗਾ ਜੀ। ਯੂਰਪੀਅਨ ਐਕਸਟੈਂਡਡ ਦਾ ਜਿਹੜਾ ਕਾਨੂੰਨ ਹੈ ਹੁਣ ਬੰਦ ਹੋ ਗਿਆ, 2021 ਜੂਨ ਤੋਂ ਬਾਅਦ ਉਹ ਬੰਦ ਹੋ ਗਿਆ, ਠੀਕ ਹੈ? ਉਸੇ ਹੁਣ ਉਹ ਸ਼ਾਇਦ ਤੁਸੀਂ ਨਾ ਲਾ ਸਕੋ। ਬਾਕੀ ਤੁਸੀਂ ਜਦੋਂ ਸਾਡੇ ਦਫ਼ਤਰ ਸੰਪਰਕ ਕਰੋਗੇ ਤੇ ਅਸੀਂ ਮਜ਼ੀਦ ਇਨਫੋਰਮੇਸ਼ਨ ਲੈ ਕੇ ਐਡਵਾਈਸ ਦੇ ਸਕਦੇ ਹਾਂ। ਲੇਕਿਨ ਜਿਹੜੀ ਮੋਟੀ ਜੀ ਗੱਲ ਆ ਕਿ ਅਗਰ ਯੂਰਪੀਅਨ ਕਾਨੂੰਨ ਤੇ ਨਹੀਂ ਜਾ ਸਕਦਾ ਕਿਉਂਕਿ 18 ਤੋਂ ਉੱਤੇ ਹੋ ਗਿਆ, ਤੇ ਫਿਰ ਤੁਸੀਂ ਇਹ ਪ੍ਰੂਫ ਕਰੋ ਕਿ ਹਾਲੀ ਵੀ ਤੁਸੀਂ ਉੱਤੇ ਡਿਪੈਂਡੈਂਟ ਹੈਗਾ, ਤੇ ਹਿਊਮਨ ਰਾਈਟ ਦੇ ਤਹਿਤ ਤੁਸੀਂ ਲਾ ਸਕਦੇ ਹੋ ਤੁਸੀਂ, ਠੀਕ ਹੈ ਭੈਣ ਜੀ? ਹਾਂਜੀ ਨਹੀਂ ਜਿੱਦਾਂ ਕਹਿ ਦਿੰਦੇ ਨਾ ਵੀ 7 ਸਾਲ ਬੱਚੇ ਨੂੰ ਇੱਥੇ ਆਏ ਨੂੰ ਅੰਡਰ ਏਜ ਨੂੰ ਹੋ ਜਾਣਾ। ਹਾਂਜੀ, ਉਹ 7 ਸਾਲ UK ਜਿਸ ਬੱਚੇ ਨੂੰ ਹੋਵਨ ਤੇ ਉਹ 18 ਤੋਂ ਪਹਿਲੇ ਲਾ ਸਕਦੇ ਹੋ, 18 ਤੋਂ ਉੱਤੇ ਨਹੀਂ ਲਾ ਸਕਦੇ। ਲੇਕਿਨ ਅੱਛਾ ਬਾਅਦ ਚ ਹਾਂਜੀ ਉਹ 18 ਤੋਂ ਉੱਤੇ ਹੋ ਗਿਆ, ਤੇ ਅਗਰ 7 ਸਾਲ ਉਹਨੇ ਪੂਰੇ ਹੋ ਗਏ ਸਨ ਇੱਥੇ, ਤੇ ਤੁਸੀਂ ਉਹ ਐਪਲੀਕੇਸ਼ਨ ਲਾ ਸਕਦੇ ਹੋ, ਲੇਕਿਨ 18 ਤੋਂ ਉੱਤੇ ਨਹੀਂ ਲਾ ਸਕਦੇ। ਓਕੇ ਥੈਂਕ ਯੂ ਠੀਕ ਹੈ, ਲੇਕਿਨ ਫਿਰ ਵੀ ਤੁਹਾਡਾ ਮਾੜਾ ਕੇਸ ਨਹੀਂ, ਕਿਉਂ ਜਦੋਂ UK 'ਚ ਆਇਆ ਸੀ ਉਹ ਨਿਆਣਾ ਸੀ, 18 ਤੋਂ ਘੱਟ ਸੀ। ਹਾਂਜੀ ਹਾਂਜੀ ਠੀਕ ਹੈ ਭੈਣ ਜੀ? ਓਕੇ ਲਾ ਸਕਦੇ ਹਾਂ। ਓਕੇ ਜੀ ਥੈਂਕ ਯੂ ਬਾਏ। ਥੈਂਕ ਯੂ ਜੀ। ਇਹ ਤਾਂ ਕੋਈ ਭਾਜੀ ਛੋਟੀ ਜੀ ਗੱਲ ਤੋਂ ਜੀ ਬੰਦੇ ਦੀ ਜ਼ਿੰਦਗੀ ਰੋਲ ਜਾਂਦੀ ਆ। ਬਿਲਕੁਲ ਜੀ। ਤੇ ਇਹ ਅਗਰ ਉਸ ਟਾਈਮ ਲਾ ਦਿੰਦੇ ਨਾ ਜਦੋਂ, ਅੱਛਾ ਇਸ ਮੁਲਕ 'ਚ ਆਪਾਂ ਨੂੰ ਕਾਨੂੰਨ ਦੀ ਜ਼ੁਬਾਨੀ ਸੈਕਸ਼ਨ 55 ਕਹਿੰਦੇ ਕਿ ਜਦੋਂ 18 ਤੋਂ ਘੱਟ ਬੱਚਾ ਹੋ ਉਹਦੇ ਬੜੇ ਰਾਈਟਸ ਹੈਗੇ, ਬੜੇ ਰਾਈਟਸ ਹੈਗੇ, ਠੀਕ ਹੈ? ਜੋ ਹੀ ਮੁੰਡਾ 18 ਤੋਂ ਉੱਤੇ ਟੱਪਦਾ ਤੇ ਉਹਦੇ ਰਾਈਟਸ ਬੜੇ ਘੱਟ ਹੋ ਜਾਂਦੇ। ਲੇਕਿਨ ਅਗਰ ਤੁਸੀਂ ਇਹ ਪ੍ਰੂਫ ਕਰੋ ਕਿ ਉਹ ਹਾਲੀ ਵੀ ਡਿਪੈਂਡੈਂਟ ਹੈ ਕਿਸੇ ਬੰਦੇ ਉੱਤੇ, ਉਹਦੀ ਆਪਣੀ ਇੰਡੀਪੈਂਡੈਂਟ ਜ਼ਿੰਦਗੀ ਨਹੀਂ ਹੈਗੀ ਆ, ਠੀਕ ਆ, ਤੇ ਫਿਰ ਵੀ ਤੁਹਾਡੇ ਚਾਂਸਸ ਚੰਗੇ ਹੁੰਦੇ ਨੇ। ਤੇ ਚਲੋ ਗੱਲ ਆਪਾਂ ਦੀ ਜਿਹੜੀ ਟੁੱਟੀ ਸੀ ਕਿ ਜਿਹੜੇ ਵਰਕ ਪਰਮਿਟ ਹੈਗੇ, ਹੁਣ ਸਾਰਾ ਜ਼ੋਰ ਦਸੰਬਰ ਤੋਂ ਬਾਅਦ, ਦਸੰਬਰ 2023 ਤੋਂ ਬਾਅਦ, ਜਨਵਰੀ 2024 ਤੋਂ ਬਾਅਦ ਜਿਹੜਾ ਦਰਵਾਜ਼ਾ ਖੁੱਲਾ ਰਹੂਗਾ UK 'ਚ ਆਪਣੇ ਡਿਪੈਂਡੈਂਟ ਆਣਨੇ ਦਾ, ਉਹ ਸਾਰਾ ਜ਼ੋਰ ਉੱਥੇ ਪੈ ਜਾਊਗਾ। ਕੈਟੇਗਰੀਆਂ ਹੋਰ ਵੀ ਹੈਗੀਆਂ। ਹੁਣ ਆਪਾਂ ਪੰਜਾਬ ਜਾ ਰਹੇ ਹਾਂ ਨਾ, ਉੱਥੇ ਹੀ ਲੋਕਾਂ ਨੂੰ ਐਜੂਕੇਟ ਕਰਾਂਗੇ ਜੀ, ਬਿਲਕੁਲ, ਕਿ ਹੁਣ ਠੱਗੀ ਦੇ ਤਰੀਕੇ ਨਹੀਂ ਆਵਣਗੇ, ਜੈਨੂਇਨ ਤਰੀਕੇ ਨਾਲ ਕੰਮ ਹੋਊਗਾ ਜੀ। ਔਰ ਅਸੀਂ ਹਮੇਸ਼ਾ ਤੁਹਾਨੂੰ ਯਾਦ ਆਵੇ ਪ੍ਰੋਗਰਾਮ ਦੇ ਹਰ ਹਿੱਸੇ 'ਚ ਇਹੀ ਆਖਾ ਕਿ ਤੁਸੀਂ ਜਿਸ ਮਕਸਦ ਵਾਸਤੇ UK 'ਚ ਆਉਣਾ ਚਾਹੁੰਦੇ ਹੋ ਉਹ ਹੀ ਵੀਜ਼ਾ ਅਪਲਾਈ ਕਰੋ। ਹਾਂਜੀ, ਤੁਹਾਨੂੰ ਕਾਲ ਆ ਗਈ ਮੇਰੇ ਜੀ? ਬਿਲਕੁਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਕਾਲ ਡ੍ਰੌਪ ਹੋ ਗਈ। ਚਲੋ ਕਾਲ ਡ੍ਰੌਪ ਹੋ ਗਈ। ਅੱਛਾ, ਤੇ ਇਹ ਭਾਜੀ ਹੁਣ ਆਪਾਂ ਪੰਜਾਬ ਵੀ ਜਿਹੜਾ ਜਾ ਰਹੇ ਹਾਂ ਇੱਕ ਮਿਸ਼ਨ ਦੇ ਲੈ ਕੇ ਜਾ ਰਹੇ ਹਾਂ ਜੀ, ਬੜੇ ਨੇਕ ਇਰਾਦੇ ਨਾਲ ਜਾ ਰਹੇ ਹਾਂ, ਔਰ ਬੜੇ ਦਿਲ ਦੇ ਅੰਦਰ ਇੱਕ ਜੋਸ਼ ਵੀ ਹੈਗਾ ਕਿ ਇੱਕ ਨਵੀਂ ਚੀਜ਼ ਲੈ ਕੇ ਆਵਾਂਗੇ ਜੀ। ਬਿਲਕੁਲ, ਇੱਕ ਨਵਾਂ ਇੱਕ ਚਿਹਰਾ ਦਿਖਾਵਾਂਗੇ ਦੁਨੀਆ ਨੂੰ, ਪੰਜਾਬ ਨੂੰ, ਇੰਡੀਆ ਨੂੰ, UK ਨੂੰ ਵੀ ਦਿਖਾਵਾਂਗੇ ਕਿ ਜਿਹੜੇ ਆਪਣੇ ਬੱਚੇ ਇੰਡੀਆ, ਪਾਕਿਸਤਾਨ ਜਾਂ ਏਸ਼ੀਆ ਤੋਂ ਆਉਂਦੇ, ਉਹ ਹੁਣ ਸਿਰਫ ਮਾਈਗ੍ਰੇਸ਼ਨ ਦੀ ਭੀਖ ਵਾਸਤੇ ਨਹੀਂ ਆਉਂਦੇ ਜਾਂ ਇੱਥੇ ਪੱਕੇ ਹੋਣੇ ਤੇ ਨਹੀਂ ਆਵਣਗੇ, ਉੱਥੋਂ ਦੇ ਦੇਸ਼ਾਂ 'ਚ ਆ ਕੇ ਆਪਣਾ ਲੋਹਾ ਮਨਵਾਉਣਗੇ, ਆਪਣਾ ਟੈਲੈਂਟ ਆਣਗੇ, ਆਪਣੀ ਇਨਵੈਸਟਮੈਂਟ ਆਣਗੇ, ਆਪਣੀ ਸਕਿੱਲ ਆਣਗੇ, ਆਪਣੀ ਐਜੂਕੇਸ਼ਨ ਆਣਗੇ, ਇਸ ਮੁਲਕ ਦੀ ਇਕਨੋਮੀ ਦਾ ਪਹੀਆ ਚਲਾਵਾਂਗੇ। ਜਿਹੜੇ 2021 'ਚ ਅਸੀਂ ਭੀਖ ਮੰਗ ਰਹੇ ਸੀ ਨਾ ਪਾਰਲੀਮੈਂਟ ਦੇ ਬਾਹਰ ਐਮਨੈਸਟੀ ਵਾਸਤੇ, ਤੇ ਰੱਬ ਕਰੇਗਾ ਕਿ 2031 ਜਾਂ 2040 ਵਿੱਚ ਅਸੀਂ ਉਹ ਭੀਖ ਨਹੀਂ ਮੰਗਾਂਗੇ, ਬਲਕਿ ਅਸੀਂ ਕਹਾਂਗੇ ਦੇਖੋ ਇਸ ਮੁਲਕ ਦੀ ਇਕਨੋਮੀ ਦਾ ਪਹੀਆ ਅਸੀਂ ਚਲਾ ਰਹੇ ਹਾਂ ਜੀ। ਤੇ ਇਸ ਸੋਚ ਨਾਲ ਅਸੀਂ ਹੁਣ ਇੰਡੀਆ ਜਾਵਾਂਗੇ, ਪਾਕਿਸਤਾਨ ਜਾਵਾਂਗੇ, ਜਾਂ ਜਿੱਥੇ ਜਿੱਥੇ ਜਾਵਾਂਗੇ, ਬਿਲਕੁਲ, ਕਿ ਅਸੀਂ ਆਪਣਾ ਲੋਹਾ ਇਸ ਤਰ੍ਹਾਂ ਬਣਾਵਾਂਗੇ। ਔਰ ਤੁਸੀਂ ਭਾਜੀ ਦੇਖ ਲਓ ਕਿ ਹੁਣ ਪਾਰਲੀਮੈਂਟ ਤੋਂ ਲੈ ਕੇ ਡਾਕਟਰਾਂ ਤੋਂ ਲੈ ਕੇ ਸਾਰੇ ਸਾਡੇ ਆਪਣੇ ਜਿਹੜੇ ਐਥਨਿਕ ਔਰੀਜਨ ਦੇ ਬੰਦੇ ਆਪਣੀ ਸਰਵਿਸਿਜ਼, ਆਪਣੇ ਕਾਰਨਾਮੇ, ਆਪਣੇ ਜੋਹਰ ਮਨਵਾ ਰਹੇ। ਇਹ ਦੇਖ ਲਓ ਤੁਸੀਂ ਜੀ। ਬਿਲਕੁਲ। ਹਾਂਜੀ ਕਾਲ ਲੈ ਲਈ ਮੇਰੇ ਖਿਆਲ ਨਾਲ ਆਪਾਂ। ਹੈਲੋ ਹੈਲੋ ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਨਹੀਂ ਗੱਲ ਨਹੀਂ ਕਰੀ। ਹੈਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਉਹ ਹੋਰ ਹੀ ਕੋਈ ਬੋਲਦੇ ਜੀ। ਹਾਂਜੀ ਪਿੱਛੋਂ ਆਵਾਜ਼ ਟੀਵੀ ਦੀ ਆਵਾਜ਼ ਬੰਦ ਕਰੋ, ਤੁਸੀਂ ਉੱਦਾਂ ਫੋਨ ਤੇ ਗੱਲ ਕਰੋ ਜੀ। ਨਹੀਂ ਕੋਈ ਹੋਰ ਹੀ ਬੋਲਦਾ ਪਤਾ ਨਹੀਂ। ਨਹੀਂ ਠੀਕ ਹੈ, ਹੁਣ ਕਰੋ ਗੱਲ ਤੁਸੀਂ। ਕਾਲ ਡ੍ਰੌਪ ਹੋ ਗਈ ਹੈ ਜੀ। ਚਲੋ ਕੋਈ ਨਹੀਂ। Continue। ਅੱਛਾ ਭਾਜੀ, ਗੱਲ ਸਾਡੀ ਬੜੀ ਮਜ਼ੇਦਾਰ ਚੱਲ ਰਹੀ ਸੀ ਜੀ। ਤੇ ਆਉਣੇ ਵਾਲਾ ਦੌਰ ਭਾਜੀ ਸਾਡੇ ਦੇਸ਼ਾਂ ਦਾ ਦੌਰ ਹੈਗਾ। ਮੈਂ ਪਹਿਲੇ ਵੀ ਬੜੀ ਦਫਾ ਆਖਿਆ, ਜਿਸ ਨਜ਼ਰੀਏ ਨਾਲ ਜੀ ਮੈਂ ਤੱਕ ਰਿਹਾ, ਜੀ ਆਉਣੇ ਵਾਲਾ ਦੌਰ ਸਾਡੇ ਲੋਕਾਂ ਦਾ ਦੌਰ ਹੈਗਾ। ਜੀ। ਸਾਡੇ ਕੋਲ ਯੰਗ ਆਬਾਦੀ ਹੈਗੀ ਆ, Very good। ਸਾਡੇ ਕੋਲ ਨੌਜਵਾਨ ਤਾਕਤ ਹੈਗੀ ਆ, ਜੀ ਸਾਡੇ ਕੋਲ ਦੁਨੀਆ ਦੇ ਨਾਲ ਟੁਰਨੇ ਦੀ ਸਲਾਹੀਅਤ ਹੈਗੀ ਆ। ਠੀਕ ਆ। ਹੁਣ ਦੇਖ ਲਓ ਭਾਜੀ, ਇੰਡੀਆ ਤੁਸੀਂ ਦੇਖੋ ਜੀ, ਇਕਨੋਮੀ ਕਿੰਨੀ ਮਜ਼ਬੂਤ ਹੋ ਰਹੀ ਆ। ਬਿਲਕੁਲ। ਠੀਕ ਆ। ਏਸ਼ੀਆ ਦਾ ਜਿਹੜਾ ਗ੍ਰਾਫ ਹੋਗਾ ਤਰੱਕੀ ਦਾ, ਵੱਧ ਰਿਹਾ। ਜੀ ਠੀਕ ਹੈ, ਇਹ ਦੇਖ ਲਓ ਤੁਸੀਂ। ਜੀ ਇਹ ਆने वाला दौर, लेकिन साढ़े लोग गलती करते हैं, खास के पंजाबी मैं कहूँगा, बड़ा खुल के कहूँगा, जी क्योंकि अगर मेरी खुल के कहने नाल किसी की इसलाह या दुरुस्तगी होंदी है तो मन कहना चाहिए। बिल्कुल जी। ठीक है। मैं इत्थे अपनी तारीफां से नहीं बैठा, बिल्कुल जी, मैं तुसां दी भी जिथे दुरुस्तगी गलत है करने उत्थे वास्ते गलत, बैठा। जिथे सही है उत्थे अगर अपने बच्चों ਨੂੰ ਅਸੀਂ ਸਹੀ ਰਾਹ ਤੇ ਲਾਵਾਂ ਨਾ जी, ਇਹ ਬੱਚੇ ਬੜੇ ਦੂਰ ਜਾ ਸਕਦੇ। जी। ਇਹਨਾਂ ਨੂੰ 20-20 ਸਾਲ ਦੀ ਇੱਥੇ ਕੈਦ ਕੱਟਣ ਦੀ ਲੋੜ ਨਹੀਂ ਆ। जी। ਇਹ ਆਪਣੇ ਦੇਸ਼ ਦਾ ਨਾਮ ਵਧਾ ਸਕਦੇ ਨੇ, ਭਲੇ ਇੰਡੀਆ ਤੋਂ ਹੋਣ, ਪਾਕਿਸਤਾਨ ਤੋਂ ਹੋਣ, ਕਿਸੇ ਵੀ ਦੇਸ਼ ਤੋਂ ਹੋਣ। हाँ जी। ਠੀਕ ਹੈ। ਮਸਲਾ ਇਹ ਆਉਂਦਾ ਕਿ ਜਿਹੜੇ ਲੋਕੀ ਇਹਨਾਂ ਨੂੰ ਪੁਸ਼ ਕਰ ਰਹੇ ਨੇ, ਇਹੀ ਹੋਮ ਆਫਿਸ ਨੇ 23 ਜੂਨ ਦੀ ਪਾਲਿਸੀ 'ਚ ਆਖਿਆ ਕਿ ਜਿਹੜੇ ਏਜੰਟਸ ਹੈਗੇ, जी। ਕੰਸਲਟੈਂਟਸ ਹੈਗੇ, ਇਹਨਾਂ ਤੇ ਹੀ ਆਖਿਆ ਗਿਆ, ਜਿਹੜਾ ਪ੍ਰੋਗਰਾਮ ਦੇ ਸ਼ੁਰੂ 'ਚ ਆਖਿਆ, जी। ਇਹਨਾਂ ਤੇ ਸ਼ਿਕੰਜਾ ਕਸੋ। ਇਹ ਗਲਤ ਪੱਟੀਆਂ ਪੜਾ ਕੇ ਬੱਚਿਆਂ ਨੂੰ ਭੇਜ ਰਹੇ ਨੇ। जी ਠੀਕ ਹੈ। हाँ जी। ਕਿਉਂਕਿ ਬੱਚੇ ਤੇ ਬਿਲਕੁਲ ਭਾਜੀ ਇਨੋਸੈਂਟ ਹੁੰਦੇ, जी। ਉਹਨਾਂ ਨੂੰ ਤਾਂ ਪਤਾ ਨਹੀਂ ਕਿੱਥੇ ਦੀ ਜ਼ਿੰਦਗੀ 'ਚ ਕੀ ਹੋਣਾ, बिल्कुल। ਉਹ ਕਿਸ ਪਾਸੇ ਜਾ ਰਹੇ। ਉਹ ਤੇ ਇੱਕ ਹੀ ਸੁਪਨਾ ਲੈ ਕੇ ਆਂਦੇ, ਅਸੀਂ ਆਵਾਂਗੇ, ਦਰਖਤਾਂ ਦੇ ਪੈਸੇ ਲਾਵਾਂਗੇ, ਪਿੱਛੇ ਸੇ ਮਹਿਲ ਕੋਠੀਆਂ ਪਿੰਡਾਂ 'ਚ ਬਣਾ ਦੇਵਾਂਗੇ, हाँ जी। ਆਪਣੇ ਕਰਜ਼ੇ ਮੁਕਾ ਦੇਵਾਂਗੇ। जी। ਉਹ ਤੇ ਇਸ ਨੀਅਤ ਨਾਲ ਆਂਦੇ, बिल्कुल। ਲੇਕਿਨ ਜਦੋਂ ਇੱਥੇ ਆਉਂਦੇ ਕਈ ਵਿਚਾਰੇ ਤੇ ਸੁਪਨੇ 에ਅਰਪੋਰਟ ਤੇ ਆਣ ਤੇ ਟੁੱਟ ਜਾਂਦੇ, ਟੁੱਟ ਜਾਂਦੇ, ਉੱਥੋਂ ਹੀ ਡਿਪੋਰਟ ਜਾਂਦੇ। ਜਾਂਦੇ। ਤੇ ਇਹ ਚੀਜ਼ ਵੀ ਹਾਂਜੀ, ਇਹਦੇ ਬਾਰੇ ਆਪਾਂ ਥੋੜੀ ਜਾਣਕਾਰੀ ਤੁਹਾਡੇ ਤੋਂ ਲੈਣੀ ਸੀ ਕਿ ਜਦੋਂ ਏਜੰਟ ਇੱਥੇ ਭੇਜ ਦਿੰਦੇ ਆ, ਯੂਕੇ ਬੰਦਾ ਲੈਂਡ ਹੋ ਗਿਆ, ਜਦੋਂ ਇਮੀਗ੍ਰੇਸ਼ਨ ਉਹਦੀ ਹੋਣੀ ਆ ਉਦੋਂ ਪ੍ਰੋਬਲਮ ਪੈਂਦੀ ਆ। ਕਾਫੀ ਬੰਦੇ ਮੈਂ ਦੇਖੇ ਆ ਡਿਪੋਰਟ ਹੁੰਦੇ ਉੱਥੋਂ ਹੀ। ਇਹਦਾ ਕੀ ਕਾਰਨ ਆ ਕਿ ਭਾਜੀ ਕਾਰਨ ਇਸਦਾ ਬੜਾ ਕਲੀਅਰ ਹੈਗਾ। ਮੈਂ ਬੜੇ ਇਹ ਚੀਜ਼ ਬੜੀ ਜ਼ੋਰ ਦੇ ਕੇ ਕਹਿੰਦਾ ਵਾਂ, ਔਰ ਬੜੇ ਗੁੱਸੇ ਨਾਲ ਵੀ ਕਹਿੰਦਾ ਵਾਂ। ਜੀ ਭਾਜੀ ਤੁਸੀਂ ਮੇਰੀ ਮਿਸਾਲ ਲੈ ਲਓ। ਠੀਕ ਹੈ। ਮੈਂ ਆਪਣੇ ਪਿੰਡ ਤੋਂ ਕਰਜ਼ਾ ਚੁੱਕਿਆ। ਜੀ। ਇਹ ਭਾਜੀ ਬੜੀ ਗੱਲ, ਸਾਰਿਆਂ ਨੂੰ ਆਪਾਂ ਪੈਗਾਮ ਪਹੁੰਚਾਉਣਾ। ਜੀ। ਮੈਂ ਆਪਣੇ ਪਿੰਡ ਤੋਂ ਕਰਜ਼ਾ ਚੁੱਕਿਆ, ਜ਼ਮੀਨ ਵੇਚੀ ਆ, ਪਹਿਲੀ ਵੇਚੀ ਆ, ਬਿਲਕੁਲ। ਮੈਂ ਏਜੰਟ ਨੂੰ ਪੈਸੇ ਦੇ ਦਿੱਤੇ। ਹਾਂਜੀ। ਮੈਂ ਯੂਕੇ 'ਚ ਇਸ ਨੀਅਤ ਨਾਲ ਆਉਂਦਾ ਕਿ ਆਪਣੇ ਬਾਪੂ ਨੂੰ ਇਹ ਕਹਿ ਕੇ, ਆਪਣੇ ਬਾਪ ਨੂੰ, ਅੱਬੂ ਨੂੰ, ਡੈਡ ਨੂੰ ਇਹ ਕਹਿ ਕੇ ਆਉਂਦਾ ਕਿ ਭਾਈ ਸਾਹਿਬ ਜਾਣੇ ਨਾਲ ਹੀ 2-3 ਮਹੀਨੇ 'ਚ ਮੈਂ ਕਰਜ਼ਾ ਲੁਕਾ ਦੂੰਗਾ। ਇਮੇਜਿਨ ਕਰੋ ਭਾਜੀ ਮੇਰੀ ਫੀਲਿੰਗ, ਮੈਂ ਆਪਣੀ ਮਿਸਾਲ ਦੇ ਰਿਹਾ। ਬਿਲਕੁਲ। ਮੈਂ ਰਿਪੋਰਟ ਤੇ ਆਵਾਂ, ਇਸ ਤੋਂ ਪਹਿਲੇ ਕਿ ਮੈਂ ਇੰਗਲੈਂਡ 'ਚ ਵੜਾਂ, ਮੇਰੇ ਇਮੀਗ੍ਰੇਸ਼ਨ ਅਫਸਰ ਨਾਲ ਵੜਨ ਹੀ ਨਾ ਦੇਵੇ, ਉੱਥੋਂ ਮੈਂ ਡਿਪੋਰਟ ਕਰ ਦੇਵੇ, ਮੇਰੇ ਪਿਓ ਤੇ ਕੀ ਅਸਰ ਪਏਗਾ, ਮੇਰੇ ਘਰ ਤੇ ਕੀ ਅਸਰ ਪਏਗਾ, ਮੇਰੀ ਬਦਨਾਮੀ ਕਿਤਨੀ ਹੋਏਗੀ, ਮੇਰੇ ਤੇ ਖੁਦ ਕਿਤਨਾ ਅਸਰ ਪਏਗਾ। ਏਜੰਟਾਂ ਨੂੰ ਮੈਂ ਹੱਥ ਬੰਨ ਕੇ ਰਿਕੁਐਸਟ ਕਰਨਾ, ਇਹ ਜ਼ੁਲਮ ਨਾ ਕਰੋ, ਝੂਠੇ ਕਾਗਜ਼ ਨਾ ਲਾਓ। ਠੀਕ ਹੈ ਜੀ। ਹਾਂਜੀ, ਆਪਾਂ ਕਾਲ ਲੈ ਲਈਏ ਮਾੜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਗੱਲ ਕਰਾਂ? ਜੀ ਜੀ ਭਾਜੀ ਕਰੋ ਗੱਲ। ਹਾਂਜੀ ਅੱਛਾ ਵਕੀਲ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਸੁਣਿਆ ਸਰ, ਸਤਿ ਸ਼੍ਰੀ ਅਕਾਲ। ਅੱਛਾ ਮੈਂ ਪੁੱਛਣਾ ਚਾਹੁੰਦਾ ਸੀ। ਹੈਲੋ ਜੀ ਜੀ ਸੁਣਿਆ ਗੱਲ ਕਰੋ। ਅੱਛਾ ਠੀਕ ਆ। ਅਸੀਂ ਨਾ ਪਹਿਲੇ ਇੱਕ ਮੈਡੀਕਲ ਬੇਸ ਤੇ ਕੇਸ ਲਾਇਆ ਸੀ। ਜੀ 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 ਕਰੋ ਗੱਲ, ਕਰਦੇ ਜਾਓ। ਅੱਛਾ ਠੀਕ ਆ, ਮੈਡੀਕਲ ਬੇਸ ਤੇ ਕੇਸ ਲਾਇਆ ਸੀ ਤੇ ਉਹ ਸਾਡੇ ਨਾ ਪਹਿਲੇ ਫੀਸ ਮਾਫ ਲਈ ਕੀਤਾ ਤੇ ਉਹ ਸਾਡੀ ਫੀਸ ਮਾਫ ਹੋ ਗਈ। ਦੁਬਾਰਾ ਵੀਜ਼ਾ ਅਪਲਾਈ ਕੀਤਾ ਤੇ 1.5 ਸਾਲ ਹੋ ਗਿਆ ਹੈ, ਕੋਈ ਦਾ ਜਵਾਬ ਨਹੀਂ ਆਇਆ। ਕੀ ਇਹ ਐਪਲੀਕੇਸ਼ਨ ਕੈਂਸਲ ਹੋ ਜਾਂਦੀ ਆ ਜਾਂ ਪੈਂਡਿੰਗ ਪਈ ਹੋਈ ਸਾਡੀ? ਠੀਕ ਹੈ ਭਾਜੀ, ਥੈਂਕ ਯੂ ਭਾਜੀ। ਅਗਰ ਤੁਹਾਡੀ ਫੀਸ ਮਾਫ ਹੋ ਗਈ, ਬੜੀ ਚੰਗੀ ਗੱਲ ਆ। ਐਪਲੀਕੇਸ਼ਨ ਕੈਂਸਲ ਨਹੀਂ ਹੁੰਦੀ। ਅੱਜ ਕੱਲ੍ਹ ਜੋ ਇਸ ਤਰ੍ਹਾਂ ਦੀ ਐਪਲੀਕੇਸ਼ਨ ਜਿਸ ਵਿੱਚ ਆਪਾਂ ਫੀ ਮਾਫ ਦੀ ਅਰਦਾਸ ਕਰਦੇ ਹਾਂ, ਉਸੇ ਥੋੜਾ ਟਾਈਮ ਲੱਗ ਜਾਂਦਾ ਤੇ ਉਸੇ ਡਰਨ ਦੀ ਕੋਈ ਲੋੜ ਨਹੀਂ ਆ। ਅਗਰ ਇਹ ਪਹਿਲੀ ਦਫਾ ਲਾਇਆ ਜਾਂ ਦੂਜੀ ਐਕਸਟੈਂਸ਼ਨ ਹੈਗੀ ਆ? ਅੱਛਾ ਚਲੋ, ਫੋਨ ਛੱਡ ਕੱਢ ਗਈ। ਜਿਨ੍ਹਾਂ ਦੇ ਟਾਈਮ ਲੱਗ ਰਿਹਾ ਉਸੇ ਡਰਨ ਦੀ ਕੋਈ ਲੋੜ ਨਹੀਂ ਆ। ਉਹ ਸਮ ਟਾਈਮ ਉਹ ਕੰਪਲੀਕੇਟਿਡ ਕੇਸਿਸ ਹੁੰਦੇ ਜਾਂ ਤੁਸੀਂ ਫੀਸ ਮਾਫ ਦੀ ਦਰਖਾਸਤ ਪਾਈ ਹੁੰਦੀ, ਇਸ ਵਾਸਤੇ ਟਾਈਮ ਜ਼ਿਆਦਾ ਲੱਗਦਾ ਤੇ ਡਰਨ ਦੀ ਕੋਈ ਲੋੜ ਨਹੀਂ ਹੈ ਉਸ ਵਿੱਚ। ਠੀਕ ਹੈ। ਅਗਰ ਤੁਹਾਡੀ ਉਹੀ ਬਿਮਾਰੀ ਹੈਗੀ ਆ ਜਿਸ ਟਾਈਮ ਐਪਲੀਕੇਸ਼ਨ ਲਾਈ ਸੀ, ਉਹ ਚੱਲ ਰਹੀ ਬਿਮਾਰੀ, ਅਗਰ ਡਾਕਟਰ ਕਨਫਰਮ ਕਰ ਦੇਵੇ ਤੇ ਵੀਜ਼ਾ ਮਿਲ ਜਾਊਗਾ। ਜੀ ਬਿਲਕੁਲ। ਠੀਕ ਹੈ ਭਾਜੀ। ਹਾਂਜੀ, ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਤੁਸੀਂ ਆਪਣਾ ਸਵਾਲ ਕਰਦੇ ਹੁੰਦੇ ਆ ਕਿ ਕੰਟੀਨਿਊ ਆਪਣਾ ਸਵਾਲ ਜਿਹੜਾ ਤੁਸੀਂ ਰੱਖਦਿਆ ਕਰੋ।
ਸਮ ਟਾਈਮ ਜੇ ਕਾਲ ਕੱਟ ਵੀ ਜਾਵੇ ਤਾਂ ਵਕੀਲ ਸਾਹਿਬ ਜਿਹੜੇ ਆਪਣਾ ਜਿਹੜਾ ਸਵਾਲ ਦਾ ਜਵਾਬ ਹੈ ਤੁਹਾਨੂੰ ਦੇ ਸਕਣ। ਸੋ ਬਿਲਕੁਲ ਜੀ, ਹੁਣ ਜਵੇਦ ਸਾਹਿਬ ਉੱਥੇ ਆਪਾਂ ਆ ਜਾਂਦੇ ਹਾਂ। ਭਾਜੀ ਇਹ ਮੈਂ ਗੱਲ ਨਾ ਬੜੇ ਦੁਖੀ ਦਿਲ ਨਾਲ ਕਹਿੰਦਾ, ਕਿਉਂਕਿ ਸਟੂਡੈਂਟ ਦੀ ਜੇ ਮੈਂ ਹਾਲਤ ਦੇਖ ਰਿਹਾ ਨਾ, ਹਾਂਜੀ ਯਕੀਨ ਕਰੋ ਇਹ ਮੈਂ ਐਜ਼ ਆ ਵਕੀਲ ਨਹੀਂ ਗੱਲ ਕਰ ਰਿਹਾ ਜੀ, ਮੈਂ ਉਹਨਾਂ ਦੀ ਥਾਂ ਤੇ ਆਪਣੇ ਆਪ ਨੂੰ ਰੱਖ ਕੇ ਸੋਚ ਰਿਹਾ ਜੀ, ਕਿ ਮੈਂ ਅਗਰ ਪੰਜਾਬ ਵਿੱਚ ਹੁੰਦਾ, ਮੇਰੇ ਬਾਪ ਨੇ ਕਰਜ਼ਾ ਚੁੱਕਿਆ ਹੁੰਦਾ ਹਾਂਜੀ ਔਰ ਮਨ ਇਸ ਤਰ੍ਹਾਂ 에ਅਰਪੋਰਟ ਤੋਂ ਵਾਪਸ ਉसी ਲਗੇ ਪੈਰ ਭੇਜਤਾ ਜਾਂਦਾ, ਜੀ, ਮੇਰੀ ਪਰਿਵਾਰ ਤੇ ਕੀ ਬੀਤੇਗੀ। ਜੀ, ਠੀਕ ਹੈ, ਜੀ, ਇਸ ਚੀਜ਼ ਦਾ ਜਿਹੜਾ ਜਵਾਬ ਹੈਗਾ ਨਾ ਸਾਨੂੰ ਆਪਣੇ ਗਰੀਬਾਨ ਵਿੱਚ ਆਪਣੇ ਅੰਦਰ ਝਾਂਕ ਕੇ ਦੇਖਣਾ ਪਏਗਾ। ਐਟ ਦ ਐਂਡ ਆਫ ਦ ਡੇ ਭਾਜੀ ਤੁਸੀਂ ਅਸੀਂ ਇਨਸਾਨ ਆ, ਜੀ, ਸਾਡੇ ਵੀ ਬੜੇ ਪੁਰਾਣੇ ਪਿੱਛੋਂ ਇੱਥੇ ਆਉਂਦੇ ਨੇ। ਠੀਕ ਹੈ, ਤੇ ਇਹ ਚੀਜ਼ ਯਕੀਨ ਕਰੋ ਹੁਣ ਮੈਂ ਹਮੇਸ਼ਾ ਐਜ਼ ਅ ਸਲਿਸਟਰ ਮੈਂ ਹਮੇਸ਼ਾ ਹੀ ਕਹਿੰਦਾ ਬੱਚਿਆਂ ਨੂੰ ਕਿ ਜਦੋਂ ਤੁਸੀਂ ਇੰਡੀਆ ਪਾਕਿਸਤਾਨ ਤੋਂ ਆਉਂਦੇ ਹੋ ਨਾ, ਕਿਉਂਕਿ ਜ਼ਿਆਦਾਤਰ ਅਸੀਂ ਇਹਦੇ ਆਪਣੇ ਦੇਸ਼ਾਂ ਦੇ ਬੰਦਿਆਂ ਨੂੰ ਡੀਲ ਕਰਦੇ ਹਾਂ, ਤੇ ਜਿਹੜਾ ਤੁਹਾਡੀ ਵੀਜ਼ਾ ਪਲੈਨਿੰਗ ਕਰਦਾ ਨਾ, ਜੀ, ਰੱਬ ਦਾ ਵਾਸਤਾ ਹੈ ਉਹ ਬੰਦਾ ਸਹੀ ਢੂੰਡੋ। ਜੀ, ਉਹਨੇ ਤੁਹਾਡੀ ਜ਼ਿੰਦਗੀ ਬਣਾਉਣੀ ਵੀ ਹੈਗੀ ਆ, ਉਹਨੇ ਤੁਹਾਡੀ ਜ਼ਿੰਦਗੀ ਵਿਗਾੜਨੀ ਵੀ ਹੈਗੀ ਆ। ਜੀ। ਉਹ ਅਗਰ ਬੰਦਾ ਸਹੀ ਤੁਹਾਨੂੰ ਮਿਲ ਗਿਆ ਤਾਂ ਸਮਝ ਲਓ ਸਾਰੀ ਜ਼ਿੰਦਗੀ ਉਹਦੇ ਪੈਰਾਂ ਨੂੰ ਹੱਥ ਲਾਇਓ, ਕਿਉਂਕਿ ਉਹਨੇ ਤੁਹਾਡਾ ਜੀਵਨ ਸਵਾਰ ਦੇਣਾ। ਅਗਰ ਉਸ ਬੰਦੇ ਨੇ ਤੁਹਾਡੇ ਝੂਠੇ ਮੁੱਠੇ ਕਾਗਜ਼ ਲਾ ਕੇ ਤੁਹਾਨੂੰ 10 ਸਾਲ ਦਾ ਬੈਨ ਲਵਾ ਦਿੱਤਾ ਤੇ ਉਸਨੇ ਤੁਹਾਡੀ ਜ਼ਿੰਦਗੀ ਤੁਹਾਡੇ ਪਰਿਵਾਰ ਦਾ ਕਤਲ ਕਰ ਦਿੱਤਾ, ਤੇ ਉਹ ਬੰਦਾ ਬੜਾ ਸਹੀ ਹੋਣਾ ਜ਼ਰੂਰੀ ਹੈਗਾ। ਤੇ ਸਹੀ ਬੰਦੇ ਢੂੰਡੋ, ਇਹ ਨਹੀਂ ਕਿ ਮੈਂ ਹੀ ਸਹੀ ਹੈਗਾ, ਕਿਉਂਕਿ ਮੈਂ ਗੱਲ ਕਹਿ ਰਿਹਾ ਬੜੇ ਚੰਗੇ ਸਾਡੇ ਕੋਲ ਵੀ ਚੰਗੇ ਬੰਦੇ ਅੱਗੇ, ਲੇਕਿਨ ਬੰਦੇ ਦਾ ਇੰਤਖਾਬ ਸਹੀ ਕਰੋ। ਹਾਂਜੀ ਕਾਲ ਆ ਰਹੀ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਹੁਣੇ ਚਾਲੂ ਕੀਤਾ ਸੀ, ਤੁਹਾਨੂੰ ਕਾਲ ਡ੍ਰੌਪ ਹੋ ਗਈ ਸੀਗੀ। ਹਾਂਜੀ ਜਿਹੜਾ ਮੈਂ ਕਿਹਾ ਸੀਗਾ ਵੀ ਮੁੰਡੇ ਨੇ BSc ਕੀਤੀ ਹੈ ਨਰਸਿੰਗ ਵਿੱਚ, ਤਾਂ ਉਹ ਮਤਲਬ ਇੱਥੇ ਆਉਣੇ ਚਾਹੁੰਦੇ ਆ ਜੀ। ਤੇ ਵਕੀਲ ਹੋਣੀ ਦੱਸਿਆ ਸੀਗਾ ਕਹਿੰਦੇ ਸਪਾਂਸਰ ਕਰੇ ਕੋਈ ਹਨਾ ਤਾਂ ਫੇਰ ਠੀਕ ਆ, ਲੇਕਿਨ ਜਿਹੜੀਆਂ NHS ਦੀਆਂ ਜੋਬਾਂ ਆ ਉਹਨਾਂ ਵਾਸਤੇ ਨਹੀਂ ਇੱਦਾਂ ਹੀ ਹੁੰਦਾ। ਹਾਂਜੀ ਭਾਜੀ ਬੜਾ ਅੱਛਾ ਸਵਾਲ ਕੀਤਾ ਭਾਜੀ। NHS ਵਾਲੇ ਸਮ ਟਾਈਮ ਆਪਣੇ ਜਿਹੜੇ ਇਹਨਾਂ ਦੇ ਹੁੰਦੇ ਨੇ ਰਿਕਰੂਟਮੈਂਟ ਟੀਮਾਂ, ਉਹ ਉਸਦੇ ਥਰੂ ਡਾਇਰੈਕਟ ਵੀ ਭਰਤੀ ਕਰਦੇ ਜਿਨ੍ਹਾਂ ਕੋਲ ਚੰਗੀ ਵੱਡੀ ਕੁਆਲੀਫਿਕੇਸ਼ਨ ਲੱਗੀ ਆ, ਉਸ ਵਿੱਚ ਪੈਸਾ ਧੇਲਾ ਵੀ ਤੁਹਾਨੂੰ ਕੋਈ ਖਾਸ ਨਹੀਂ ਲੱਗਦਾ। ਲੇਕਿਨ ਮਸਲਾ ਇਹ ਕਿ NHS ਦੇ ਉਸ ਲੈਵਲ ਤੇ ਪਹੁੰਚਣੇ ਵਾਸਤੇ ਇਤਨਾ ਆਸਾਨ ਨਹੀਂ ਹੁੰਦਾ। ਠੀਕ ਹੈ, ਤੇ ਇਸ ਵਾਸਤੇ NHS ਤੋਂ ਹਟ ਕੇ ਜਿਹੜੇ ਪ੍ਰਾਈਵੇਟ ਸੈਕਟਰ 'ਚ ਅੱਗੇ ਕੇਅਰ ਹੋਮ ਹੋ ਗਏ, ਕੇਅਰ ਏਜੰਸੀਆਂ ਹੋ ਗਈਆਂ, ਉਹ ਸਮ ਟਾਈਮ ਪੈਸੇ ਲੈ ਦੁਆ ਕੇ ਜੋ ਵੀ ਅੱਜ ਕੱਲ੍ਹ ਚੱਲ ਰਿਹਾ ਪਤਾ ਹੀ ਹੋਏਗਾ ਤੁਹਾਨੂੰ, ਉਹ ਫਿਰ ਪਰਮਿਟ ਦੇ ਦਿੰਦੇ। ਤੇ ਇੱਕ ਉਹ ਵੀ ਤਰੀਕਾ ਹੈਗਾ, ਅਗਰ ਡਾਇਰੈਕਟ ਤੁਸੀਂ NHS 'ਤੇ ਅਪਲਾਈ ਕਰਨਾ ਚਾਹੋ ਤੇ NHS ਦੀ ਵੈਬਸਾਈਟ 'ਤੇ ਜਾ ਕੇ ਡਾਇਰੈਕਟ ਵੀ ਮੁੰਡਾ ਅਪਲਾਈ ਕਰ ਸਕਦਾ, ਕੋਈ ਉਸ 'ਤੇ ਪਾਬੰਦੀ ਨਹੀਂ ਹੈਗੀ ਆ, ਤੁਸੀਂ ਕਰ ਸਕਦੇ ਹੋ, ਮੁੰਡਾ ਤੁਹਾਨੂੰ ਬਿਲਕੁਲ ਕਰ ਸਕਦਾ ਉੱਥੇ। ਨਹੀਂ ਉਹਨੇ ਸਹੀ ਮਤਲਬ BSc ਕੀਤੀ ਹੈ ਨਰਸਿੰਗ ਵਿੱਚ ਭਾਜੀ ਉਹ ਗੱਲ ਤੁਹਾਨੂੰ ਠੀਕ ਹੈ, ਉਹ ਤੁਹਾਨੂੰ NHS ਦੀ ਵੈਬਸਾਈਟ 'ਤੇ ਜਾ ਕੇ ਜੌਬ ਢੂੰਢਣੀ ਪਊਗੀ। ਠੀਕ ਆ, ਕਿਉਂਕਿ ਲਾਜ਼ਮੀ ਨਹੀਂ ਕਿ ਇੰਡੀਆ ਦੀ BSc ਨਰਸਿੰਗ UK ਦੀ NHS ਦੇ ਬਰਾਬਰ ਡਿਗਰੀ ਹੋਵੇ। ਠੀਕ ਆ, ਤੇ ਉਹ ਉਹਨਾਂ ਨੇ ਖਾਲੀ BSc ਨਰਸਿੰਗ ਕਰਨ ਨਾਲ ਸਟ੍ਰੇਟ ਅਵੇ NHS ਵਰਕ ਪਰਮਿਟ ਨਹੀਂ ਦਿੰਦੀ, ਉਹਨਾਂ ਦੀ ਆਪਣੀ ਸ਼ਰਤਾਂ ਹੁੰਦੀਆਂ ਵੀਜ਼ੇ ਦੀਆਂ, ਐਕਸਪੀਰੀਅੰਸ ਦੀਆਂ, ਉਹ ਪੂਰੀਆਂ ਕਰਨੀਆਂ ਪੈਂਦੀਆਂ। ਠੀਕ ਹੈ ਭਾਜੀ, ਥੈਂਕ ਯੂ ਜੀ। ਓਕੇ ਜੀ। ਤੇ ਭਾਜੀ ਇਸ ਤਰ੍ਹਾਂ ਚਲੋ ਗੱਲ ਸਾਡੀ ਚੱਲ ਰਹੀ ਸੀ ਇਸ ਮੁੱਦੇ ਤੇ ਕਿ ਜਿਹੜੇ ਕੰਸਲਟੈਂਟ ਏਜੰਟਸ ਹੁੰਦੇ, ਕਿਉਂਕਿ ਮੈਂ ਵੀ ਇੰਡੀਆ ਜਾ ਰਿਹਾ, ਪਾਕਿਸਤਾਨ ਜਾ ਰਿਹਾ, ਮੈਂ ਇਸ ਤੇ ਬੜੀ ਰਿਸਰਚ ਕੀਤੀ ਆ। ਠੀਕ ਆ, ਚੰਗੇ ਚੰਗੇ ਵੀ ਅੱਗੇ, ਮਾੜੇ ਮਾੜੇ ਵੀ ਬਹੁਤ ਅੱਗੇ, ਕਿਉਂਕਿ ਇੰਡੀਆ ਜਿਸ ਟਾਈਮ ਇਹ ਕੰਮ ਬਹੁਤ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ। ਸੇਮ ਇਨ ਪਾਕਿਸਤਾਨ, ਉੱਥੇ ਵੀ ਬੜਾ ਜ਼ੋਰਾਂ ਸ਼ੋਰਾਂ ਚੱਲ ਰਿਹਾ। ਹਰ ਬੰਦਾ UK 'ਚ ਆਉਣਾ ਚਾਹੁੰਦਾ, ਕੈਨੇਡਾ ਜਾਣਾ ਚਾਹੁੰਦਾ, ਆਸਟ੍ਰੇਲੀਆ ਜਿੱਥੇ ਵੀ ਜਾਣਾ ਚਾਹੁੰਦਾ, ਕਿਉਂਕਿ ਅਸੀਂ UK 'ਚ ਬੈਠੇ ਹਾਂ ਤੇ ਅਸੀਂ UK ਦੀ ਜ਼ਿਆਦਾ ਗੱਲ ਕਰਨੀ ਆ। ਇੱਥੇ ਆਉਣੇ ਵਾਸਤੇ ਵੀਜ਼ਾ लगना पिछले 2 साल स्टूडेंट वीज़ा हाथ दर्ज ज़्यादा लगा, पूरे जहाज़ पार के थे आए, लेकिन इतने आके स्टूडेंट फंस गया एक टनल के अंदर, क्योंकि अगे बाहर निकलने का रास्ता नहीं सी। बिल्कुल स्टडी उन्होंने को कंप्लीट नहीं हुई, क्योंकि वो इस नीयत नाल आए नहीं सन कि उन्हें स्टडी कंप्लीट करनी, या वो इस नीयत नाल आए नहीं सन कि असं यूनिवर्सिटी फीसां भरनियां। वो तो पहले दिन तो इस नीयत नाल आए सन कि असं आने नाल ही पैसे कमाने, यूनिवर्सिटी का दरवाज़ा नहीं तकना और पैसे पिछे कर्जे लाने, या इतने आके ਵਿਆਹ ਵੂ ਕਰਕੇ ਜਾਂ ਪਰਮਿਟ ਲੈ ਕੇ ਪੱਕੇ ਹੋ ਜਾਵਾਂਗੇ। ਤੇ ਸਾਰੀ ਗੱਲ ਹੈ ਜਦੋਂ ਇਤਨਾ ਜ਼ਿਆਦਾ ਸਟੂਡੈਂਟ ਆ ਗਿਆ 2 ਸਾਲਾਂ 'ਚ, ਬੰਦੇ ਇੱਥੋਂ ਡਿਪੋਰਟ ਹੋਈ ਨਹੀਂ ਕੋਵਿਡ ਦੇ ਕਾਰਨ ਕਰਕੇ। ਠੀਕ ਆ, ਉੱਥੇ ਇਲੀਗਲ ਬੰਦਿਆਂ ਦੀ ਕ੍ਰਾਸਿੰਗ ਵੀ ਹੋ ਗਈ, ਤੇ UK ਹਕੂਮਤ ਦੇ ਹੋਮ ਆਫਿਸ ਤੇ, ਹਸਪਤਾਲਾਂ ਤੇ, ਸਕੂਲਾਂ ਤੇ, ਘਰਾਂ ਤੇ, ਜਾਵਾਂ ਤੇ, ਹਰ ਜਗ੍ਹਾ ਤੇ ਪ੍ਰੈਸ਼ਰ ਪੈ ਗਿਆ। ਤੇ ਜ਼ਾਰੀ ਕਰ ਉਹਨਾਂ ਫਿਰ ਬੰਦਿਆਂ ਨੂੰ जिस तादाद की जहाज भर के आए हुण जहाज भर के वापस भी जावांगे, और छोटी छोटी गलतियां ते तुसानू कवनगे ब्रीच ऑफ इमीग्रेशन रूल्स, इमीग्रेशन रूल की ब्रीच की है, चक के बाहर मारो उन्होंने, जो कि हो भी रहा अजकल। ठीक है, इमीग्रेशन वाले जो काम से छापा मारते ना,
ਉਹ ਧੱਕਾ ਦੇ ਕੇ ਇੱਥੋਂ ਦੇ ਮੂੰਹ ਚੋਂ ਕਢਵਾ ਲੈਂਦੇ ਕਿ ਤੁਸੀਂ ਫੁੱਲ ਟਾਈਮ ਕੰਮ ਕਰ ਰਹੇ ਹੋ, ਕਿਉਂਕਿ ਚੋਰ ਦੇ ਦਿਲ ਵੈਸੇ ਹੀ ਡਰ ਹੁੰਦਾ, ਔਰ ਬੱਚੇ ਜ਼ਿਆਦਾ ਕਰਦੇ ਵੀ ਆਪਣੇ, ਠੀਕ ਹੈ, ਕਿਉਂਕਿ ਉਹਨਾਂ ਨੇ ਆਪਣੇ ਪੈਸੇ ਪੂਰੇ ਕਰਨੇ। ਤੇ ਇਹ ਇੱਕ ਬੜੀ ਉਹਨਾਂ ਨੂੰ ਵੀ ਚੀਜ਼ ਪਤਾ ਹੈ, ਸਾਡੇ ਜੇ ਬੰਦੇ ਉਸ ਅੰਦਰ ਵੀ ਕੰਮ ਕਰਦੇ ਹੋਮ ਆਫਿਸ ਦੀ, ਉਹ ਦੱਸ ਦੇਣ ਕਿ ਸਾਡੇ ਬੱਚੇ ਇੱਥੇ ਪੈਸੇ ਕਮਾ ਕੇ ਫੀਸਾਂ ਵੀ ਭਰਦੇ ਔਰ ਇੱਥੇ ਪੈਸੇ ਕਮਾ ਕੇ ਪਿੱਛੇ ਕਰਜ਼ੇ ਵੀ ਲਾਉਂਦੇ, ਪਤਾ ਹੋਮ ਆਫਿਸ ਦੀ ਗੱਲ ਲੱਗੀ ਆ, ਲੇਕਿਨ ਸਿਰਫ ਅੱਖ ਉੱਤੇ ਪਰਦਾ ਪਾਇਆ ਤਾਂ ਕਿ ਸੱਚਾ ਬਣਨੇ ਵਾਸਤੇ। ਤੇ ਉਹ ਹੁਣ ਚੀਜ਼ਾਂ ਸਾਰੀਆਂ ਇੱਕ ਇੱਕ ਕਰਕੇ ਖੁੱਲ ਰਹੀਆਂ, ਖੁੱਲ ਤੇ ਖੈਰ ਪਹਿਲੇ ਵੀ ਰਹੀਆਂ ਸਨ, ਲੇਕਿਨ ਜਦੋਂ ਇਹਨਾਂ ਨੇ ਲੁੱਕ यूके ਦੀ ਇਮੀਗ੍ਰੇਸ਼ਨ ਇਜ਼ ਮੋਰ ਪੋਲੀਟੀਕਲ, यूके ਇਮੀਗ੍ਰੇਸ਼ਨ ਕਾਫੀ ਬਿਊਰੋਕ੍ਰੈਟਿਕ ਇਮੀਗ੍ਰੇਸ਼ਨ ਹੈਗੀ ਆ, ਠੀਕ ਹੈ, ਇਹ ਕੈਨੇਡਾ ਦੀ ਤਰ੍ਹਾਂ ਨਹੀਂ ਹੈਗਾ ਜਿੱਥੇ ਡਿਪੋਰਟ ਕਰਦੇ ਨਹੀਂ, ਬਹੁਤ ਘੱਟ ਕਰਦੇ ਨੇ। ਇੱਥੇ ਜਦੋਂ ਜ਼ਰੂਰਤ ਦੇ ਮੁਤਾਬਿਕ ਜ਼ਰੂਰਤ ਹੁੰਦੀ ਆ ਕਿਸੇ ਨੂੰ ਵੀ ਵਾੜ ਦਿੰਦੇ, ਜ਼ਰੂਰਤ ਨਹੀਂ ਹੁੰਦੀ ਤੇ ਪੜ੍ਹੇ ਲਿਖੇ ਬੰਦੇ ਨੂੰ ਚੱਕ ਕੇ ਬਾਹਰ ਮਾਰ ਦਿੰਦੇ। ਇਹ यूके ਦੀ ਇਮੀਗ੍ਰੇਸ਼ਨ ਦਾ ਇਹਦੇ ਵਿੱਚ ਡਿਫੈਕਟ ਵੀ ਪੈਂਦਾ, ਜਿਹੜੇ ਪੜ੍ਹਨ ਆਏ ਆ, ਮੰਨ ਲਓ ਜਿਹੜੇ ਵਧੀਆ ਪੜ੍ਹੇ ਲਿਖੇ ਆ ਜਿਨ੍ਹਾਂ ਨੇ ਗਾਂ ਵਰਕ ਪਰਮਿਟ ਸਵਿਚ ਕੀਤੇ ਜਾਂ ਕੁਝ ਵੀ, ਉਹਨਾਂ ਨੂੰ ਡਿਫੈਕਟ ਪੈਂਦਾ ਇਸ ਗੱਲ ਦਾ? ਭਾਜੀ ਜਿਹੜੇ ਜੈਨੂਇਨ ਹੈਗੇ ਨਾ ਉਹਨੂੰ ਤਾਂ ਕੋਈ ਡਿਫੈਕਟ ਨਹੀਂ ਪਾਊਗਾ, ਉਹਨਾਂ ਤੇ ਕੋਈ ਅਸਰ ਨਹੀਂ ਪਾਊਗਾ, ਉਹ ਜੈਨੂਇਨ ਹੈਗੇ, ਠੀਕ ਹੈ, ਠੀਕ ਹੈ। ਸਿਰਫ ਇਹ ਹੋਗਾ ਕਿ ਸਖਤਾਈ ਜ਼ਿਆਦਾ ਹੋ ਜਾਏਗੀ ਔਰ ਸਮ ਟਾਈਮ ਜੈਨੂਇਨ ਬੰਦਾ ਵੀ ਰੂਲ ਦੀ ਅਵੇਅਰਨੈਸ ਨਹੀਂ ਹੁੰਦੀ, ਕਿਉਂਕਿ यूके ਦੇ ਰੂਲ ਨਾ ਇੱਕ ਸੜਕ ਦੇ ਇੱਕ ਉਸ ਡਿੰਗੇ ਮੋੜ ਦੀ ਤਰ੍ਹਾਂ ਜਲੇਬੀ ਦੀ ਤਰ੍ਹਾਂ ਡਿੰਗੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਬੰਦਾ ਕੀ ਕਰੇ, ਠੀਕ ਹੈ। ਹਰ ਆਏ ਦਿਨ ਕੋਈ ਨਾ ਕੋਈ ਰੂਲ ਹੀ ਚੇਂਜ ਹੋ ਜਾਂਦਾ, ਠੀਕ ਹੈ। ਤੇ ਇਸ ਵਾਸਤੇ ਇਹੀ ਮੈਂ ਕਹਾਂਗਾ ਕਿ ਜਿੰਨੇ ਵੀ ਸਟੂਡੈਂਟਸ ਅੱਗੇ ਜਿਹੜੇ ਪੜ੍ਹੇ ਲਿਖੇ ਰੈਗੂਲੇਟਡ ਸਲਿਸਟਰ ਅੱਗੇ ਜਾਂ ਚੰਗੇ ਨੌਲੇਜ ਵਾਲੇ ਸਿਆਣੇ ਬੰਦੇ ਅੱਗੇ, ਉਹਨਾਂ ਨਾਲ ਰਾਬਤੇ 'ਚ ਰਹੋ, ਹੋਮ ਆਫਿਸ ਦੀ ਵੈਬਸਾਈਟ ਨਾਲ ਸਬਸਕ੍ਰਾਈਬ ਕਰੋ ਕਿ ਜਿਹੜਾ ਵੀ ਨਵਾਂ ਰੂਲ ਆਵੇ ਉਸ ਦੀ ਅਗਾਈ ਹੋਵੇ, ਠੀਕ ਹੈ, ਕਿ ਇਹ ਨਾ ਆਖੋ ਕਿ ਜੇ ਮੈਨੂੰ ਰੂਲ ਦਾ ਪਤਾ ਨਹੀਂ ਸੀ ਇਸ ਵਾਸਤੇ ਮੈਨੂੰ ਮਾਫੀ ਦਿੱਤੀ ਜਾਵੇ ਜਾਂ ਇਸ ਤਰ੍ਹਾਂ ਦੀ ਕੋਈ ਅਰਦਾਸ ਬਾਤ ਨਾ ਪਾਓ। ਹਮੇਸ਼ਾ ਰੂਲ ਦੇ ਨਾਲ ਆਪਣਾ ਰਾਬਤਾ ਰੱਖੋ, ਵਕੀਲ ਚੰਗੇ ਵਕੀਲਾਂ ਨਾਲ ਰਾਬਤਾ ਰੱਖੋ, ਤਾਂ ਹੀ ਆਪਾਂ ਸੋਸ਼ਲ ਮੀਡੀਆ ਤੇ ਟੀਵੀ ਚੈਨਲ ਦਾ ਸ਼ੋਅ ਕਰਨ ਦਾ ਇਹੀ ਮਕਸਦ ਆ ਕਿ ਲੋਕਾਂ ਨੂੰ ਨੌਲੇਜ ਦਿੱਤੀ ਜਾਵੇ, ਰੂਲ ਤੇ ਨਿਯਮ ਤੇ ਮੁਤਾਬਿਕ ਰਹਿ ਕੇ ਵੀਜ਼ੇ ਤੇ ਟਾਈਮ ਗੁਜ਼ਾਰਨ ਦੇ ਮੁਤਾਬਿਕ ਆਪਣਾ ਟਾਈਮ ਪਾਸ ਕਰਨ, ਤਾਂ ਹੀ ਆਪਾਂ ਐਜੂਕੇਟ ਕਰ ਰਹੇ ਹਾਂ। ਇਸ ਚੈਨਲ ਤੇ ਆਉਣ ਦਾ ਹੀ ਮਕਸਦ ਇਹੀ ਹੈ। ਹਾਂਜੀ ਬਿਲਕੁਲ, ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ ਸਹੀ ਜਿਹੜੀ ਗੱਲ ਹੈ ਨਾ, ਸਾਡੇ ਜਿਹੜੇ ਧੋਖੇਬਾਜ਼ ਏਜੰਟ ਜਿਹੜੇ ਆਪਾਂ ਕਹਿ ਦਿੰਦੇ ਆ ਕਿ ਪੰਜਾਬ ਵਿੱਚ ਜਾਂ ਕਿਤੇ ਵੀ ਜਿਹੜੀ ਵੀ ਕੰਟਰੀ ਵਿੱਚ ਉਹ ਬੈਠੇ ਨੇ, ਉਹ ਸਹੀ ਤਰੀਕੇ ਨਾਲ ਤੁਹਾਡੇ ਜਿਹੜੇ ਫਾਈਲ ਆ ਜਾਂ ਤੁਹਾਡੀ ਜਿਹੜੀ ਸਟੱਡੀ ਆ ਉਹਨੂੰ ਸਹੀ ਤਰੀਕੇ ਨਾਲ ਨਹੀਂ ਦੇਖਦੇ, ਤੁਹਾਨੂੰ ਸਿਰਫ ਸੁਪਨਾ ਦਿਖਾ ਦਿੰਦੇ ਆ ਕਿ ਅਸੀਂ यूके ਜਾਣਾ, ਪਰ ਇੱਥੇ ਆ ਕੇ ਜਦੋਂ ਜੋ ਬੰਦੇ ਨੂੰ ਇੱਥੇ ਚਲਾਉਣਾ ਪੈਂਦਾ ਜਾਂ ਜੇ ਇੰਟਰਵਿਊ ਵਿੱਚ ਪਾਸ ਨਾ, ਇੰਗਲਿਸ਼ ਦੀ ਇੰਟਰਵਿਊ ਵਿੱਚ ਪਾਸ ਨਾ ਹੋਵੇ ਤਾਂ ਮੇਰੇ ਖਿਆਲ ਨਾਲ ਉਹ ਡਿਪੋਰਟ ਕਰ ਦਿੰਦੇ ਜਾਂ ਕੋਈ ਪੁੱਛ ਲੈਂਦੇ ਆ, ਕਿਉਂਕਿ ਏਜੰਟਾਂ ਨੇ ਸਾਰੀ ਆਪਣੀ ਗੈਟਮੈਂਟ ਕੀਤੀ ਹੁੰਦੀ ਆ, ਉਹਨਾਂ ਦਾ ਕਰਕੇ ਜਿਹੜੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਸਟੂਡੈਂਟ ਨਵਿਆਂ ਨੂੰ, ਉਹ ਜਿਹੜੀ ਆ ਫਿਰ ਉਹ ਰੱਬ ਜਾਣਦਾ ਜਾਂ ਉਹ ਜਾਣਦਾ, ਕਿਉਂਕਿ ਏਜੰਟਾਂ ਦਾ ਕੁਛ ਨਹੀਂ, ਉਹਨਾਂ ਨੇ ਪੈਸੇ ਲੈ ਕੇ ਤੇ ਤੁਹਾਡਾ ਜਿਹੜਾ ਬੰਦਾ ਆ ਤੁਹਾਨੂੰ ਇਹ ਜਹਾਜ਼ 'ਚ ਚੜਾ ਦੇਣਾ, ਉਸ ਤੋਂ ਬਾਅਦ ਫਿਰ ਉਹੀ ਜਾਣੇ। ਸੋ ਜਵੇਦ ਸਾਹਿਬ ਇਹਨਾਂ ਦੇ ਉੱਤੇ ਫਿਰ ਹੁਣ ਕਾਫੀ ਸ਼ਿਕੰਜਾ ਕੱਸਿਆ ਜਾਊਗਾ। ਜੀ ਭਾਜੀ ਬਿਲਕੁਲ, ਹਕੂਮਤ ਦੇਖੋ ਇੱਕ ਹੱਦ ਤੱਕ ਸ਼ਿਕੰਜਾ ਕਰ ਸਕਦੀ ਆ। ਮੈਂ ਇਹੀ ਕਹਾਂ, ਪੰਜਾਬੀ ਦਾ ਇੱਕ ਅਸੂਲ ਹੈ ਮੁਸ਼ਤਰੀ ਹੁਸ਼ਿਆਰ ਬਾਸ਼, ਕਿ ਜਿਹੜਾ ਬੰਦਾ ਚੀਜ਼ ਖਰੀਦਦਾ ਉਹਨੂੰ ਖੁਦ ਹੁਸ਼ਿਆਰ ਰਹਿਣਾ ਚਾਹੀਦਾ, ਉਹਨੂੰ ਬੜਾ ਖੁਦ ਖਬਰਦਾਰ ਰਹਿਣਾ ਚਾਹੀਦਾ, ਵਿਜੀਲੈਂਟ ਰਹਿਣਾ ਚਾਹੀਦਾ। ਇਹਨਾਂ ਸਟੂਡੈਂਟ ਨੂੰ ਮੈਂ ਕਹੂੰਗਾ ਕਿ ਚੰਗੇ ਬੰਦੇ ਕੋਲ ਜਾਵਣ ਜਿਨ੍ਹਾਂ ਦੀ ਰੈਪੂਟੇਸ਼ਨ ਅੱਛੀ ਹੈਗੀ ਆ, ਜਿਨ੍ਹਾਂ ਦੇ ਨਾਮ ਚੰਗੇ ਹੈਗੇ ਮਾਰਕੀਟ ਵਿੱਚ ਜਾਂ ਜਿਨ੍ਹਾਂ ਤੋਂ ਉਹਦੀ ਜਾਣ ਪਛਾਣ ਲੱਗੀ ਆ, ਤੇ ਬਿਲਕੁਲ ਜਾ ਕੇ ਗਲੀ ਮਹੱਲੇ ਦੇ ਬੰਦਿਆਂ ਕੋਲ ਜਾਂ ਨਵੇਂ ਬੰਦਿਆਂ ਕੋਲ ਜਾ ਕੇ ਤੁਸੀਂ ਆਪਣੇ ਕੇਸ ਖਰਾਬ ਨਾ ਕਰੋ। ਖਾਲੀ ਇਹ ਸਟੂਡੈਂਟ ਦੀ ਗੱਲ ਨਹੀਂ ਹੈਗੀ ਭਾਜੀ, ਜਿਹੜੇ ਲੋਕੀ ਵਿਜ਼ਿਟਰ ਤੇ ਆਉਂਦੇ ਨਾ, ਯਕੀਨ ਕਰੋ ਮਨ ਇਤਨੀ ਰੀਸੈਂਟਲੀ ਕੁਇਰੀਜ਼ ਆਈਆਂ ਕਿ ਉਹਨਾਂ ਦੇ ਵੀ 10-10 ਸਾਲ ਦੇ ਬੈਨ ਲੱਗੇ ਪਏ, ਬਾਅਦ ਚੋਂ ਪਤਾ ਲੱਗਦਾ ਕਿ ਏਜੰਟ ਨੇ ਗਲਤ ਕਾਗਜ਼ ਲਾਏ ਸਨ ਨਾਲ, ਠੀਕ ਆ। ਤੇ ਇਹ ਵੀ ਬੜੀ ਸ਼ਿਕਾਇਤਾਂ ਆ ਗਈਆਂ ਤੇ ਰੱਬ ਮਿਹਰ ਕੀਤੀ ਜਦੋਂ ਅਸੀਂ ਜਾਵਾਂਗੇ ਉੱਥੇ ਵਿਜ਼ਿਟਰ ਵੀਜ਼ਾ ਬਣਾਤੇ ਵੀ, ਹਾਂਜੀ ਕੋਈ ਵੀ ਵੀਜ਼ਾ ਹੋਵੇ ਜਿਸ ਤੁਸੀਂ ਗਲਤ ਇਨਫੋਰਮੇਸ਼ਨ ਦੋਗੇ ਜਾਂ ਜਿਸ ਝੂਠਾ ਮੂਠਾ ਕਾਗਜ਼ ਲਾਓਗੇ, ਔਰ ਹਕੂਮਤ ਹੋਮ ਆਫਿਸ ਨੇ ਅਗਰ ਉਹ ਤੁਹਾਡੀ ਚੋਰੀ ਪਕੜ ਲਈ ਤੇ ਸਿੱਧਾ ਉਹਨਾਂ ਚੱਕ ਕੇ 10 ਸਾਲ ਦਾ ਬੈਨ ਲਾ ਦੇਣਾ। ਤੇ ਜ਼ਾਹਿਰ ਗੱਲ ਹੈ ਜਿਹਨੇ ਝੂਠੇ ਕਾਗਜ਼ ਲਾਏ ਹੋਣਗੇ ਉਹ ਚੈਲੰਜ ਕਰੂਗਾ ਨਹੀਂ, ਜਿਹੜਾ ਸੱਚਾ ਹੋਊਗਾ ਉਹ ਤੇ ਉੱਤੇ ਹਾਈ ਕੋਰਟ ਤੱਕ ਵੀ ਲੈ ਕੇ ਜਾਊਗਾ, ਐਡਮਿਨ ਰਿਵਿਊ ਜਾਂ ਜੋ ਵੀ ਉਹਦਾ ਕਰੂਗਾ ਉਹ ਕਹੇਗਾ ਮੈਂ ਤਾਂ ਸੱਚਾ ਹੈਗਾ। ਹਾਂਜੀ, ਤੇ ਮੈਂ ਯਕੀਨ ਕਰੋ ਵੱਡੇ ਵੱਡੇ ਸਰਕਾਰੀ ਅਫਸਰ ਵੀ ਦੇਖੇ ਇੰਡੀਆ ਪੰਜਾਬ ਤੋਂ, ਏਜੰਟਾਂ ਨੇ ਉਹਨਾਂ ਦੇ ਕਾਗਜ਼ਾਂ ਵਿੱਚ ਝੂਠੇ ਮੂਠੇ ਕਾਗਜ਼ ਲਾਏ, ਕਿਉਂਕਿ ਜਦ ਕਿ ਉਹ ਸਹੀ ਹੈ, ਉਹਨਾਂ ਦਾ ਸਾਰਾ ਕੁਝ ਉਹਨਾਂ ਦਾ ਸਹੀ ਹੋ ਸਕਦਾ ਸੀ, ਠੀਕ ਹੈ ਨਾ। ਲਾ ਇਲਮੀ ਹੈ ਭਾਜੀ, ਪਿਓਰ ਲਾ ਇਲਮੀ ਹੈ, ਇਗਨੋਰੈਂਸ ਹੈਗੀ ਆ, ਲੋਕਾਂ ਨੂੰ ਜਿਹੜੀ ਹੈ ਆਪਣੇ ਰਾਈਟਸ ਦਾ ਸਹੀ ਤਰ੍ਹਾਂ ਪਤਾ ਨਹੀਂ ਹੈਗਾ। ਮੈਂ ਬਾਰ-ਬਾਰ ਕਹਿ ਰਿਹਾ ਅੱਜ ਦੀ ਤਾਰੀਖ ਵਿੱਚ यूके ਦਾ ਵੀਜ਼ਾ ਲੈਣਾ ਮੁਸ਼ਕਿਲ ਨਹੀਂ ਹੈਗਾ, ਫਿਰ ਤੁਹਾਨੂੰ ਚੱਜ ਨਹੀਂ ਆਉਂਦਾ ਕਿ ਵਰਤੌਣੀ ਕੇ ਜੀਏ ਆਪਣੀ ਐਪਲੀਕੇਸ਼ਨ ਭਰਨੀ ਕੇ ਜੀਏ, उसके अंदर इन्फॉर्मेशन के देनी है, थोड़ी प्लानिंग के जो करनी है, किसी अकल बुद्धि वाले बंदे को जाओ तो वीज़ा लगना कोई बड़ी गल नहीं है, ठीक है। बार बार मैं कहना, ठीक है। और यकीन करो इमिग्रेशन साड़ी ना भाजी साड़ी लोगों की, मैं अपनी भी गल करदा सी, तुसां दी सब दी करदा, साड़ी भेड़ चाल होंदी आ। अगर स्टूडेंट जा रहे ना सारे कहेंगे असीं भी स्टूडेंट जावांगे, बिजनेस वीज़े ते जा रहे सारे ने वही लैंड पकड़ लैनी है, ठीक है। ते तुसीं
ਸਟੂਡੈਂਟ ਵੀਜ਼ੇ ਤੇ ਹਟ ਕੇ ਵੀ ਵੀਜ਼ੇ ਹੈਗੇ। ਇਨੋਵੇਟਰ ਫਾਊਂਡਰ ਨਵਾਂ ਆਇਆ, ਹਾਂਜੀ ਉਹ ਵੀ ਬੜਾ ਚੰਗਾ ਵੀਜ਼ਾ ਹੈਗਾ। ਹਾਂਜੀ ਗੱਲ ਇਹ ਹੈ ਦੱਸਣੇ ਵਾਲੇ ਕੋਈ ਨਹੀਂ ਜੀ, ਸਭ ਕਹਿੰਦੇ ਨੇ ਕਿ ਬਸ ਪੈਸੇ ਦੇ ਕੇ ਉਹਦੇ ਬਾਰੇ ਆਪਾਂ ਲਾਸਟ ਸ਼ੋਅ ਵਿੱਚ ਗੱਲ ਕੀਤੀ ਸੀ ਭਾਜੀ। ਉਸੇ ਲਾਸਟ ਸ਼ੋਅ 'ਚ ਗੱਲ ਕੀਤੀ ਆ, ਲੇਕਿਨ ਗੱਲ ਇਹ ਨਾ ਕਿ ਆਪਣੇ ਲੋਕਾਂ ਨੂੰ ਜਦੋਂ ਤੱਕ ਹੱਥ ਪਕੜ ਕੇ ਰਸਤਾ ਨਾ ਤਕਾਇਆ ਜਾਵੇ ਨਾ, ਉਹਨਾਂ ਚੱਲਣਾ ਨਹੀਂ। ਇਹ ਸਾਡੇ ਬੰਦਿਆਂ ਮੇਰੇ ਖਿਆਲ ਨਾਲ ਆਪਾਂ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਵੀ ਦੇ ਦਿਓ, ਕਿਉਂਕਿ ਆਪਾਂ ਭਾਜੀ ਲੋਕ ਜਿਹੜਾ ਬੰਦਾ ਵੀ ਹੈ ਜਿਸ ਕੋਲ 4 ਪੈਸੇ ਹੈਗੇ, ਇੰਗਲਿਸ਼ ਥੋੜੀ ਸੋਹਣੀ ਬੋਲ ਲੈਂਦਾ, ਕੋਈ ਦਿਮਾਗ ਹੀ ਥੋੜਾ ਜਿਹਾ ਅਕਲ ਆਈਡੀਆ ਹੈਗਾ, ਇਨੋਵੇਟਰ ਫਾਊਂਡਰ ਤੇ ਵੀ ਜਾ ਸਕਦਾ। ਠੀਕ ਹੈ, ਉਸ ਵਿੱਚ ਖਰਚਾ ਵੀ ਬਹੁਤ ਜ਼ਿਆਦਾ ਨਹੀਂ ਹੈਗਾ। ਜਿਹੜੀ ਇੰਡੋਰਸਿੰਗ ਬਾਡੀਆਂ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ, ਉਹਨਾਂ ਨੂੰ ਆਪਣਾ ਬਿਜ਼ਨਸ ਆਈਡੀਆ ਪੇਸ਼ ਕਰੋ। ਠੀਕ ਆ, ਅਗਰ ਉਹਨਾਂ ਨੂੰ ਬਿਜ਼ਨਸ ਆਈਡੀਆ ਪਸੰਦ ਆਉਂਦਾ ਤੇ ਉਹ ਤੁਹਾਨੂੰ ਇੱਕ ਲੈਟਰ ਦੇ ਦੇਣਗੇ। ਉਹ ਲੈਟਰ ਲੈ ਕੇ ਤੁਸੀਂ ਅੰਬੈਸੀ ਦੇ ਥਰੂ ਐਪਲੀਕੇਸ਼ਨ ਕਰੋ ਤੇ ਤੁਸੀਂ 3 ਸਾਲ ਦਾ ਵੀਜ਼ਾ ਲੈ ਸਕਦੇ ਹੋ। ਉਹ ਇਤਨਾ ਪਿਆਰਾ ਵੀਜ਼ਾ ਹੈਗਾ ਕਿ 3 ਸਾਲ ਬਾਅਦ ਤੁਸੀਂ ਪੱਕੇ ਹੋ ਜਾਂਦੇ ਹੋ। ਉਹ ਇਤਨਾ ਪਿਆਰਾ ਵੀਜ਼ਾ ਹੈਗਾ, ਤੁਸੀਂ ਬਿਜ਼ਨਸ ਦੇ ਨਾਲ ਨਾਲ ਫੁੱਲ ਟਾਈਮ ਕੰਮ ਵੀ ਕਰ ਸਕਦੇ ਹੋ। ਉਹ ਇਤਨਾ ਚੰਗਾ ਵੀਜ਼ਾ ਹੈਗਾ ਕਿ ਤੁਹਾਡੀ ਫੈਮਿਲੀ ਪਰਿਵਾਰ ਵੀ ਨਾਲ ਆ ਸਕਦਾ। ਤੁਸੀਂ ਲਾਜ਼ਮੀ ਹੈ ਕਿ ਗਲਤ ਕੰਮ ਵਿੱਚ ਦੀ ਤਰਫ ਵਧਣਾ। ਇਹ ਸਾਰੀਆਂ ਗੱਲਾਂ ਆਪਾਂ ਲੈ ਕੇ ਉੱਥੇ ਦੱਸਾਂਗੇ, ਐਜੂਕੇਟ ਕਰਾਂਗੇ। ਸਾਡੇ ਲੋਕਾਂ ਦੇ ਕੀ ਬੜਾ ਪ੍ਰੋਬਲਮ ਹੈ ਨਾ, ਉਹ ਕਹਿੰਦੇ ਨੇ ਕਿ ਅੱਜ ਕੋਈ ਸਕੀਮ ਲੱਗੀ ਆ ਤੇ ਅੱਜ ਹੀ ਹੋਵੇ ਕੰਮ, ਸਬਰ ਤੇ ਕਰਨਾ ਹੀ ਨਹੀਂ। ਅਗਰ ਥੋੜਾ ਜਿਹਾ ਤੁਸੀਂ ਸਬਰ ਕਰੋ, ਥੋੜਾ ਜਿਹਾ ਆਪਣਾ ਬਿਜ਼ਨਸ ਪਲਾਨ ਡਿਵੈਲਪ ਕਰੋ ਜਾਂ ਜੋ ਵੀ ਸਟ੍ਰੈਟਜੀ ਦਿਮਾਗ ਲਾਓ ਤੁਸੀਂ, ਤੇ ਕੋਈ ਵੱਡੀ ਗੱਲ ਨਹੀਂ ਹੈਗੀ ਆ। ਠੀਕ ਹੈ, ਲੁੱਕ ਮੈਂ ਬਾਹਰ ਆ ਕਹਿੰਦਾ ਯੂਕੇ ਦੀ ਇਮੀਗ੍ਰੇਸ਼ਨ ਕਦੀ ਬੰਦ ਹੋ ਨਹੀਂ ਸਕਦੀ, ਕਿਉਂਕਿ ਪਿਛਲੇ 70-80 ਸਾਲਾਂ ਤੋਂ ਵਰਸ਼ਾਂ ਤੋਂ ਇਹ ਕੰਟਰੀ ਇਮੀਗ੍ਰੈਂਟ ਦੀ ਸਟਰੈਂਥ ਹੀ ਚੱਲ ਰਿਹਾ। ਪਰ ਇਹ ਸੜਕਾਂ 'ਤੇ ਕੰਮ ਕਰਨਾ ਹੋਵੇ, ਮਕਾਨਾਂ ਬਣਾਉਣੇ ਹੋਣ, ਕਾਰ ਵਾਸ਼ ਕਰਨੇ ਹੋਣ, ਕਾਰਪੈਂਟਰੀ ਦਾ ਕੰਮ ਹੋਵੇ, ਕੰਸਟਰਕਸ਼ਨ ਦਾ ਹੋਵੇ, ਇਹ ਜਿਹੜਾ ਦੇਸ਼ ਹੈਗਾ ਇਹ ਇਮੀਗ੍ਰੈਂਟਸ ਦੀ ਬੇਸ 'ਤੇ ਹੀ ਚੱਲਦਾ ਹੈਗਾ। ਠੀਕ ਹੈ, ਔਰ ਸਾਡਾ ਇਹ ਫਾਇਦਾ ਹੈਗਾ ਕਿਉਂਕਿ ਇੰਡੀਆ ਇੱਕ ਵੱਡਾ ਦੇਸ਼ ਹੈਗਾ, ਭਾਰਤ ਇੱਕ ਵੱਡਾ ਦੇਸ਼ ਹੈਗਾ। ਉੱਥੋਂ ਜਿਹੜੇ ਯੰਗ ਆਬਾਦੀ ਹੈਗੀ ਆ, ਹਮੇਸ਼ਾ ਯੂਕੇ ਗਵਰਨਮੈਂਟ ਨੂੰ ਹਮੇਸ਼ਾ ਉੱਥੋਂ ਹੀ ਬੰਦੇ ਚਾਹੀਦੇ ਹੁੰਦੇ। ਚਾਈਨਾ ਤੋਂ ਬਾਅਦ ਇੰਡੀਆ ਦਾ ਨਾਂ ਹੈਗਾ। ਇਨਫੈਕਟ ਰੀਸੈਂਟ ਫਿਗਰਸ ਇਹ ਕਹਿੰਦੇ ਕਿ ਐਜੂਕੇਸ਼ਨ ਦੇ ਅੰਦਰ, ਸਟੂਡੈਂਟ ਦੇ ਅੰਦਰ ਇੰਡੀਆ ਵੀ ਉੱਤੇ ਜਾ ਰਿਹਾ ਚਾਈਨਾ ਕੋਲ ਵੀ। ਤੇ ਕਹਿਣ ਦਾ ਮਤਲਬ ਹੈਗਾ ਕਿ ਇੰਡੀਆ ਕੋਲ ਇਤਨੀ ਸਟਰੈਂਥ ਹੈਗੀ ਆ ਆਪਣੇ ਜਿਹੜੇ ਬੱਚੇ ਭੇਜਦੇ ਨੇ, ਉਹਨਾਂ ਦੇ ਪੈਸੇ ਦੀ, ਉਹਨਾਂ ਦੇ ਟੈਲੈਂਟ ਦੀ, ਉਹ ਤੇ ਯੂਕੇ ਨੂੰ ਗੁੱਡਿਆਂ ਦੇ ਬਲ ਤੇ ਲੈ ਕੇ ਆ ਸਕਦਾ ਕਿ ਤੁਸੀਂ ਇਹ ਕਾਨੂੰਨ ਬਣਾਓਗੇ, ਅਸੀਂ ਆਪਣੇ ਬੱਚੇ ਭੇਜਣਾ ਛੋੜ ਦੇਵਾਂਗੇ। ਠੀਕ ਹੈ, ਲੇਕਿਨ ਇਹ ਬਸ ਸਾਡੇ ਲੋਕਾਂ ਨੂੰ ਇਹੀ ਕਿ ਗਲਤ ਤਰੀਕੇ ਨਾਲ ਚੱਲ ਕੇ ਕੁਝ ਨਾ ਕੁਝ ਆਪਣਾ ਨਾਮ ਬਦਨਾਮ ਕਰਨਾ। ਸੇਮ ਆਈ ਸੇ ਫॉर ਪਾਕਿਸਤਾਨ ਐਸ ਵੈਲ। ਉੱਥੇ ਵੀ ਜਿਹੜੇ ਬੱਚੇ ਆਉਂਦੇ ਉਹ ਵੀ ਏਜੰਟ ਉਹਨਾਂ ਨੂੰ ਪੁੱਠੀਆਂ ਸਿੱਧੀਆਂ ਪੱਟੀਆਂ ਪੜਾ ਕੇ ਭੇਜਦੇ, ਔਰ ਨਤੀਜਾ ਇੱਥੇ ਆ ਕੇ ਤੁਸੀਂ ਕੋਟੀਆਂ ਦੇ ਬਾਰੇ ਮਜਬੂਰ ਹੋ ਜਾਂਦੇ ਹੋ। ਮੈਂ ਇੱਥੇ ਡਾਕਟਰ ਵੀ ਰੁਲਦੇ ਹੋਏ ਤੱਕੇ, ਇੰਜੀਨੀਅਰ ਰੁਲਦੇ ਹੋਏ ਤੱਕੇ, ਵਕੀਲ ਵੀ ਰੁਲਦੇ ਹੋਏ ਤੱਕੇ, ਵੱਡੇ IT ਦੇ ਇੰਜੀਨੀਅਰ ਰੁਲਦੇ ਹੋਏ ਤੱਕੇ। ਓਨੈਸਟਲੀ ਆਈ ਹੈਵ ਸੀਨ them in a very miserable situation। ਮੈਂ ਉਹਨਾਂ ਨੂੰ ਇਹੀ ਕਹਿੰਦਾ ਕਿ ਯਾਰ ਤੁਸੀਂ ਅਗਰ ਥੋੜੀ ਜਿਹੀ ਪਲੈਨਿੰਗ ਕਰਕੇ ਆਉਂਦੇ ਤੇ ਸ਼ਾਇਦ ਅੱਜ ਤੁਸੀਂ ਮੇਰੇ ਸਾਹਮਣੇ ਇਸ ਤਰ੍ਹਾਂ ਇਸ ਬੇਬਸੀ ਦੇ ਆਲਮ ਵਿੱਚ ਨਾ ਬੈਠੇ ਹੁੰਦੇ। ਸੋ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਕਿ NHS ਬਾਰੇ, NHS ਤੋਂ ਸਿੱਧਾ ਵੀਜ਼ਾ ਜਿਹੜਾ ਉਹਨਾਂ ਨੇ ਫਾਊਂਡ ਕਰਨਾ ਹੋਵੇ। ਜੀ ਭਾਜੀ, NHS ਦੀ ਆਪਣੀ ਵੈਬਸਾਈਟ ਲੱਗੀ ਆ। NHS ਬੰਦੇ ਰਿਕਰੂਟ ਕਰਦਾ, ਲੇਕਿਨ NHS ਨੇ ਆਪਣੀ ਰਿਕਰੂਟਮੈਂਟ ਦੀ ਇੱਕ ਡਿਪਾਰਟਮੈਂਟ ਰੱਖਾ। ਤੇ ਨੋਰਮਲੀ ਜਿੱਥੇ ਤੱਕ ਮੇਰਾ ਨੌਲੇਜ ਕਹਿੰਦਾ NHS ਆਊਟ ਆਫ UK ਸਟ੍ਰੇਟ ਅਵੇ ਸਮ ਟਾਈਮ ਨਹੀਂ ਲੈਂਦਾ, ਕਿਉਂਕਿ ਉਸੇ ਸਰਕਾਰ ਦੇ ਬਹੁਤ ਸਾਰੇ ਹੋਰ ਵੀ ਚੀਜ਼ਾਂ ਹੁੰਦੀਆਂ, ਸਟੈਪਸ ਹੁੰਦੇ। ਠੀਕ ਹੈ, ਤੇ ਅਗਰ ਤੁਸੀਂ ਐਜ਼ ਅ ਸਟੂਡੈਂਟ ਵੀ ਆ ਜਾਓ, ਮੈਂ ਭਾਜੀ ਕਈ ਕੁੜੀਆਂ ਮੈਂ ਉਹਨਾਂ ਨੂੰ ਇੱਥੇ ਆ ਕੇ ਸਵਿਚ ਕਰ ਸਕਦੇ ਜੀ। ਸ਼ਾਬਾਸ਼, ਇਹ ਗੱਲ ਆ। ਇੱਥੇ ਜਿਹੜੇ ਦਸੰਬਰ ਤੱਕ ਜਿਨ੍ਹਾਂ ਨੇ ਸਵਿਚ ਕਰਨਾ ਉਹ ਸਿੱਧਾ NHS ਦੀ ਵੈਬਸਾਈਟ ਤੇ ਜਾ ਕੇ ਵੀ ਕਰ ਸਕਦੇ। ਦਸੰਬਰ ਤੋਂ ਬਾਅਦ ਕਰਨਾ ਚਾਹੁੰਦੇ ਤੇ ਉਹਨਾਂ ਨੂੰ ਆਪਣੀ ਸਟੱਡੀ ਕੰਪਲੀਟ ਕਰਨੀ ਪਊਗੀ, ਉਸ ਤੋਂ ਬਾਅਦ ਵੀ NHS ਜਾ ਸਕਦੇ। 2-3 ਕੁੜੀਆਂ ਪਿਛਲੇ 2 ਮਹੀਨਿਆਂ ਭਾਜੀ, ਮੈਂ ਗॉड ਟਰੂਥ ਕਿ ਮੈਂ ਉਹਨਾਂ ਨੂੰ ਦੱਸਿਆ, ਦੋਵਾਂ ਦਾ ਪਰਮਿਟ ਵੀ ਲੱਗ ਗਿਆ ਔਰ ਪੈਸੇ ਉਹਨਾਂ ਦੇ ਨਾ ਹੋਣੇ ਦੇ ਬਰਾਬਰ ਲੱਗੇ, ਸਿਰਫ ਵਕੀਲਾਂ ਦੀ ਫੀਸਾਂ ਹੀ ਲੱਗੀਆਂ। ਠੀਕ ਹੈ, ਤੇ NHS ਵੀ ਬੱਚੇ ਡਾਇਰੈਕਟ ਜਾ ਸਕਦੇ। ਭਾਈ ਸਾਹਿਬ ਜੋ BSc ਨਰਸਿੰਗ ਦੀ ਗੱਲ ਆਪਾਂ ਸ਼ੁਰੂ ਕਰਦੇ ਹਾਂ ਕਿ ਅਗਰ ਉਹ ਬੱਚਾ ਕਰਨਾ ਚਾਹੂ ਤੇ ਕਰ ਵੀ ਸਕਦਾ, NHS ਵੈਬਸਾਈਟ ਤੇ ਜਾ ਸਕਦਾ। ਜੀ ਬਿਲਕੁਲ। ਯੂਕੇ ਦੀ ਆਸਾਨੀ ਹੋਗੀ, ਯੂਕੇ ਬਾਅਦ ਥੋੜੀ ਸਮ ਟਾਈਮ ਦਿੱਕਤ ਹੁੰਦੀ ਹੈ। ਜੇ ਮੇਰੇ ਖਿਆਲ ਨਾਲ ਸਿੱਧਾ ਜਾਣਾ ਹੋਵੇ ਜੀ ਬਿਲਕੁਲ ਜਵੇਰ ਸਾਹਿਬ ਜਿਸ ਤਰ੍ਹਾਂ ਕਹਿੰਦੇ ਨੇ ਕਿ ਜੇ ਤੁਸੀਂ ਯੂਕੇ ਆਉਣਾ ਜਾਂ ਤੁਸੀਂ ਸਟੱਡੀ ਵੀਜ਼ੇ ਤੇ ਆ ਜਾਓ ਜਾਂ ਤੁਸੀਂ ਵਰਕ ਪਰਮਿਟ ਤੇ ਆ ਜਾਓ, ਇਸ ਤੋਂ ਬਾਅਦ ਤੁਸੀਂ ਜਿਹੜਾ NHS ਨਾਲ ਤੁਸੀਂ ਜਿਹੜਾ ਇਹ ਕਰ ਸਕਦੇ ਆ। ਮੇਰੇ ਖਿਆਲ ਨਾਲ ਜੇ ਆਪਾਂ ਸਟੇਟ ਵੇ ਨਹੀਂ ਲੈਂਦਾ, ਸੋ ਜਿਨ੍ਹਾਂ ਨੇ ਵੀ ਇਹ ਕੋਈ ਵਧੀਆ ਆਪਣਾ ਨਰਸਿੰਗ ਵਿੱਚ ਪੜ੍ਹਾਈ ਕੀਤੀ ਹੈ, ਸੋ ਸਟੇਟ ਵੇ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਦੇਖ ਸਕਦੇ ਹੋ। ਜਵੇਰ ਸਾਹਿਬ, ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਈਏ ਆਪਣੇ ਜਿਹੜਾ 9 ਜੂਨ ਤੋਂ 15 ਜੂਨ ਤੱਕ ਤੁਸੀਂ ਚੰਡੀਗੜ੍ਹ ਜਾ ਰਹੇ ਆ ਪੰਜਾਬ ਤੋਂ, ਉਹਦੇ ਬਾਰੇ ਤੁਸੀਂ ਥੋੜ੍ਹੀ ਜਿਹੀ ਅਪਡੇਟ ਦਿਓ। ਬਿਲਕੁਲ ਭਾਜੀ, ਰੱਬ ਦੀ ਮਿਹਰ ਦੇ ਨਾਲ, ਤੁਸਾਂ ਦੇ ਪਿਆਰ ਦੇ ਨਾਲ, ਪੰਜਾਬੀਆਂ ਦੇ ਮੁਹੱਬਤ ਦੇ ਨਾਲ, ਠੀਕ ਹੈ, ਗੋਲਡਨ ਟੈਂਪਲ ਵਾਲੇ ਦੇ ਪਿਆਰ ਦੇ ਨਾਲ, ਸਭ ਦੀ ਉੱਥੇ ਦੀ ਦੁਆਵਾਂ ਅਸੀਸਾਂ ਦੇ ਨਾਲ, ਤੇ 9 ਜੂਨ ਤੋਂ 15 ਜੂਨ ਤੱਕ ਮੈਂ ਪੰਜਾਬ ਚੰਡੀਗੜ੍ਹ ਹੋਊਂਗਾ। 16 ਤੋਂ 22 ਤੱਕ ਮੈਂ ਪੰਜਾਬ ਪਾਕਿਸਤਾਨ ਔਰ ਉੱਥੇ ਹੋਊਂਗਾ। ਠੀਕ ਹੈ,
ਤੇ ਦੋਨਾਂ ਦੇਸ਼ਾਂ 'ਚ ਮੈਨੂੰ ਜਾਣਾ ਪੈਂਦਾ ਹੈ। ਬਿਲਕੁਲ ਜੀ, ਇੱਕੋ ਹੀ ਆ, ਮਤਲਬ ਭੈਣ ਭਰਾਵਾਂ ਦੀ ਲੜਾਈ ਹੋ ਜਾਂਦੀ ਆ। ਦੋ ਤਾਂ ਪੋਲੀਟੀਸ਼ੀਅਨ ਨੇ ਬਣਾਇਆ ਤੇ ਦੋਨਾਂ ਪੰਜਾਬਾਂ 'ਚ ਮੈਨੂੰ ਜਾਣਾ ਪੈਂਦਾ। ਹਾਂਜੀ, ਠੀਕ ਹੈ, ਹਾਂ, ਠੀਕ ਹੈ, ਸਾਂਝੇ ਹੋ ਗਏ ਨਾ ਤੁਸੀਂ। ਹਾਂਜੀ, ਦੋਨਾਂ ਪੰਜਾਬਾਂ 'ਚ ਮੈਨੂੰ ਜਾਣਾ ਪੈਂਦਾ ਤੇ ਰੱਬ ਕਰੇਗਾ ਇਹ ਉੱਥੇ ਜਾ ਕੇ ਫੇਸ ਟੂ ਫੇਸ ਲੋਕਾਂ ਨੂੰ ਮਿਲਾਂਗੇ। ਪੰਜਾਬ ਚੰਡੀਗੜ੍ਹ ਇਸ ਮੈਂ ਜਾਊਂਗਾ, ਉੱਥੇ ਮੈਰੀ ਟੋਟਲ ਸੈਮੀਨਾਰ ਹੈਗਾ 13 ਜੂਨ ਨੂੰ, ਤੇ ਆਪਣੇ ਸਾਰੇ ਪੰਜਾਬੀਆਂ ਨੂੰ, ਆਪਣੇ ਜਿਹੜੇ ਵੀ ਲੋਕੀ ਹੈਗੇ ਉਹਨਾਂ ਨੂੰ ਆ ਸਕਦੇ ਨੇ, ਫ੍ਰੀ ਆਫ ਕਾਸਟ ਆ। ਉੱਥੇ ਪਾਣੀ ਵੀ, ਕਿਚਨ, ਰੋਟੀ ਉੱਥੇ ਦਾ ਬੰਦੋਬਸਤ ਸ਼ਾਇਦ ਹੋਏਗਾ, ਖਾਣੇ ਪੀਣੇ ਦਾ ਮੈਰੀ ਟੋਟਲ ਵਿੱਚ। ਹਾਂਜੀ, ਤੇ ਆਪਾਂ ਨੇ ਫੁੱਲ ਤਿਆਰੀ ਕੀਤੀ ਹੈ ਉੱਥੇ। ਤੁਸੀਂ ਆਵਨ ਤਿਆਰੀ ਤੁਸੀਂ ਆਪ ਕੀਤੀ ਹੈ ਸਾਰੀ ਇੱਥੋਂ? ਅਸੀਂ ਕੀਤੀ, ਹਾਂਜੀ ਭਾਜੀ, ਅਸੀਂ ਕੀਤੀ, ਹਾਂਜੀ। ਤੇ ਤੁਸੀਂ ਇਕੱਲੇ ਜਾ ਰਹੇ ਇੱਥੋਂ ਕਿ ਹੋਰ? ਭਾਜੀ ਮੈਂ ਤੇ ਮੇਰੇ ਨਾਲ 1-2 ਟੀਮ ਦੇ ਬੰਦੇ ਜਾ ਰਹੇ, ਤੇ ਰੱਬ ਮਿਹਰ ਕੀਤੀ ਕਿਉਂਕਿ ਮੈਂ ਪਹਿਲੀ ਦਫਾ ਜਾ ਰਿਹਾ, ਤੇ ਜਦੋਂ ਇੱਕ ਦਫਾ ਮੇਰਾ ਸਿਲਸਿਲਾ ਉੱਥੇ ਬਣ ਜਾਊਗਾ ਤੇ ਫਿਰ ਹਰ 2-3 ਮਹੀਨੇ ਬਾਅਦ ਹੀ ਫਿਰ ਸਾਡਾ ਸਫ਼ਰ ਰਹੇਗਾ ਉੱਥੇ, ਤੇ ਫਿਰ ਹੋਰ ਉੱਥੇ ਪਿਆਰ ਮੁਹੱਬਤ ਸਾਡਾ ਵਧੇਗਾ, ਹੋਰ ਅਸੀਂ ਸਰਵਿਸਿਜ਼ ਦੇ ਸਕਦੇ ਹਾਂ। ਤੇ ਇਹ ਸਾਡਾ ਭਾਜੀ ਪਲਾਨ ਹੈਗਾ। ਜਸਟ ਤੁਸੀਂ ਇੱਕ ਸੈਮੀਨਾਰ ਕਰਨਾ ਜਾਂ ਤੁਸੀਂ ਕਿੱਥੇ ਤੁਹਾਡਾ ਆਫਿਸ ਹੋਊਗਾ, ਫਿਰ ਉੱਥੇ ਜਿਹੜੇ ਲੋਕ ਆਉਣਗੇ ਭਾਜੀ ਆਫਿਸ ਜੀ ਅਸੀਂ ਚੰਡੀਗੜ੍ਹ ਦੇਖਿਆ ਪਿਆ, ਠੀਕ ਹੈ, ਤੇ ਤਿਆਰੀ ਉੱਥੇ ਬਿਲਕੁਲ ਮੁਕੰਮਲ ਆ। ਲੇਕਿਨ ਹੁਣ ਤੇ ਮੈਂ ਜਾ ਰਿਹਾ, ਤੇ ਉੱਥੇ ਜਾ ਕੇ ਜਦੋਂ ਉਸ ਤੋਂ ਬਾਅਦ ਫਿਰ ਪ੍ਰੋਪਰ ਉਹੀ ਆਫਿਸ ਰੱਖਾਂਗੇ ਅਸੀਂ ਉੱਥੇ। ਸੋਚ ਤੇ ਸਾਡੀ ਇਹੀ ਹੈਗੀ ਆ। ਆਫਿਸ ਹੀ ਹੋਗਾ ਚੰਡੀਗੜ੍ਹ ਸੈਕਟਰ 34 'ਚ ਹੈਗਾ ਆਫਿਸ ਜੀ, ਸੈਕਟਰ 34 ਸੈਕਟਰ 34, ਤੇ ਉੱਥੇ ਆਪਾਂ ਨੇ ਸਾਰਾ ਇਹ ਕਰਨਾ। ਤੇ ਉਸ ਤੋਂ ਬਾਅਦ ਫਿਰ ਰੱਬ ਨੇ ਮਿਹਰ ਕੀਤੀ, ਜਦੋਂ ਚੀਜ਼ਾਂ ਮੈਂ ਖੁਦ ਜ਼ਮੀਨੀ ਹਕਾਇਕ ਦੇਖਾਂਗਾ, ਤੇ ਫਿਰ ਉੱਥੇ ਫਿਰ ਆਪਾਂ ਸ਼ੁਰੂ ਤੇ ਕਰਨਾ ਭਾਜੀ, ਦੈਟਸ ਫॉर ਸ਼ੋਰ, ਠੀਕ ਹੈ। ਤੇ ਕਿਉਂਕਿ ਸੋਚ ਸਮਝ ਕੇ ਕਰਨਾ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਦੁਕਾਨ ਲਾਈਏ ਉਹ ਬੰਦ ਨਾ ਹੋਵੇ, ਚਲਦੀ ਰਹੇ ਅੱਗੇ, ਕਿਉਂਕਿ ਇਟਸ ਨਾਟ ਅ ਵਨ ਡੇ ਡਿਸੀਜਨ ਕਿ ਫਿਰ ਆਪਾਂ ਨੇ ਅੱਗੇ ਉੱਥੇ ਚਲਾਈ ਰੱਖਣਾ ਸਿਲਸਿਲਾ। ਜੀ ਬਿਲਕੁਲ ਜੀ। ਜਿਸ ਤਰ੍ਹਾਂ ਜਵੇਦ ਸਾਹਿਬ ਨੇ ਦੱਸਿਆ ਕਿ ਜਿਹੜੇ ਜਦੋਂ ਚੰਡੀਗੜ੍ਹ ਤੁਸੀਂ ਚੰਡੀਗੜ੍ਹ ਜਾਣਗੇ ਜਵੇਦ ਸਾਹਿਬ, ਤੇ ਆਪਣੀਆਂ ਜਿਹੜੀਆਂ ਕੋਈ ਵੀ ਜਿਹੜੀਆਂ ਤੁਸੀਂ ਆਪਣੀਆਂ ਮੁਸ਼ਕਲਾਂ ਆ, ਤੁਸੀਂ ਉੱਥੇ ਜਾ ਕੇ ਵੀ ਮਿਲ ਸਕਦੇ ਇਹਨਾਂ ਨੂੰ, ਪਰ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਇਹਨਾਂ ਦੇ ਤੁਸੀਂ ਵੈਬਸਾਈਟ 'ਤੇ ਜਾਂ ਇਹਨਾਂ ਦੇ ਕੋਈ ਸੋਸ਼ਲ ਮੀਡੀਆ ਅਕਾਊਂਟ ਦੇ ਤੋਂ ਤੁਸੀਂ ਲੈ ਸਕਦੇ ਹੋ। ਤੇ ਇਹਨਾਂ ਦੇ ਆਫਿਸ ਵੀ ਜਾ ਕੇ ਤੁਸੀਂ ਫੋਨ ਕਰ ਸਕਦੇ ਹੋ ਐਨੀ ਟਾਈਮ, ਤੁਸੀਂ ਇਹਨਾਂ ਕੋਲ ਹੋਰ ਕੋਈ ਜਾਣਕਾਰੀ ਉਹਦੇ ਬਾਰੇ ਲੈਣੀ ਹੈ ਤੇ ਉਹ ਵੀ ਤੁਸੀਂ ਲੈ ਸਕਦੇ ਹੋ। ਤੇ ਆਫਿਸ ਦਾ ਨੰਬਰ ਸਾਡੇ ਸਟੂਡੀਓ 'ਚ ਤੁਸੀਂ ਲੈ ਸਕਦੇ ਹੋ, ਸਟੂਡੀਓ ਦਾ ਨੰਬਰ ਸਕਰੀਨ 'ਤੇ ਲੱਗਾ ਜੀ। ਸੋ ਜਵੇਦ ਸਾਹਿਬ, ਜਾਂਦੇ ਜਾਂਦੇ ਆਪਾਂ ਗੱਲ ਇਹ ਕਰਦੇ ਹਾਂ ਕਿ ਜਦੋਂ ਵਰਕ ਪਰਮਿਟ 'ਤੇ ਕੋਈ ਆਉਂਦਾ ਇੱਥੇ ਕੋਈ ਅਪਲਾਈ ਕਰਦਾ ਵਰਕ ਪਰਮਿਟ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕੋਈ ਵੀ ਵਰਕ ਪਰਮਿਟ, ਉਹਦੇ ਨਾਲ ਕੋਈ ਬੱਚਾ ਹੋਵੇ 7-8 ਸਾਲ ਦਾ, ਉਹ ਤਾਂ ਮੇਰੇ ਖਿਆਲ ਨਾਲ ਹੁਣ ਵਿੱਚ ਸੇਮ ਚੀਜ਼ ਹੀ ਆ ਜਾਣੀ ਨਾ ਜਿਹੜੀ ਆਪਾਂ ਗੱਲ ਭਾਈ। ਜਿਸ ਹਸਬੈਂਡ ਵਾਈਫ ਦਾ ਵਰਕ ਪਰਮਿਟ ਹੈਗਾ ਔਰ ਉਹਨਾਂ ਦਾ ਬੱਚਾ ਹੈਗਾ, ਹਾਂਜੀ, ਤੇ ਉਹਨਾਂ ਨੂੰ ਜੋ ਹੀ ਹਸਬੈਂਡ ਵਾਈਫ ਪੱਕੇ ਹੋਣਗੇ ਤਾਂ ਬੱਚਾ ਵੀ ਪੱਕਾ ਹੋ ਜਾਊਗਾ। ਨਾਰਮਲੀ ਜਿਹੜੇ ਬੰਦੇ ਵਰਕ ਪਰਮਿਟ 'ਤੇ ਹੁੰਦੇ ਉਹ 5 ਸਾਲਾਂ ਬਾਅਦ ਪੱਕੇ ਹੋ ਜਾਂਦੇ, ਠੀਕ ਹੈ। 5 ਸਾਲਾਂ ਬਾਅਦ ਅਗਰ ਸੇਮ ਇੰਪਲੋਇਰ ਨੂੰ ਕੰਮ ਕਰਨ ਜਿਹਨੇ ਵਰਕ ਪਰਮਿਟ ਦਿੱਤਾ, ਅਗਰ ਉਸ ਨਾਲ ਜੁੜ ਕੇ ਕੰਮ ਕਰਨ ਤੇ 5 ਸਾਲਾਂ ਬਾਅਦ ਹਸਬੈਂਡ ਵਾਈਫ ਪੱਕੇ ਹੋ ਜਾਵਣਗੇ। ਜਦ ਮੇਨ ਐਪਲੀਕੈਂਟ ਪੱਕਾ ਹੋਊਗਾ ਤੇ ਜਿਹੜੇ ਡਿਪੈਂਡੈਂਟ ਹੁੰਦੇ ਨਾਲ ਉਹ ਵੀ ਪੱਕੇ ਹੋ ਜਾਂਦੇ, ਠੀਕ ਹੈ। ਜਿਹੜੇ ਤੁਸੀਂ 7 ਸਾਲਾਂ ਦੀ ਗੱਲ ਆਖੀਏ, ਉਹ ਜਿਹੜੇ ਬੰਦੇ ਕੱਚੇ ਰਹਿ ਗਏ ਥੇ, ਠੀਕ ਹੈ, ਔਰ ਜਿਨ੍ਹਾਂ ਦਾ ਬੱਚਾ ਇੱਥੇ UK 'ਚ ਪੈਦਾ ਹੋਇਆ, ਉਹ ਹੁਣ 7 ਸਾਲਾਂ ਦਾ ਕਾਨੂੰਨ ਹੈ, ਸ਼ਾਇਦ ਤੁਸੀਂ ਉਸ ਸੈਂਸ ਦੀ ਗੱਲ ਆਖੀ ਆ। ਤੇ ਜਿਹੜੇ ਬੰਦੇ, ਅੱਛਾ ਇਹ ਵੀ ਗੱਲ ਹੈਗੀ ਆ, ਬਹੁਤ ਸਾਰੇ ਸਟੂਡੈਂਟ ਇਹ ਵੀ ਸਵਾਲ ਪੁੱਛਦੇ ਕਿ ਬੱਚੇ ਅਗਰ ਇੱਥੇ ਪੈਦਾ ਹੋ ਜਾਵਣ, ਠੀਕ ਆ, ਤੇ ਉਹ ਕਦੋਂ ਪੱਕੇ ਹੋਣਗੇ? ਤੇ ਬੱਚੇ ਜਿਹੜੇ ਇੱਥੇ ਪੈਦਾ ਹੋਣਗੇ ਉਹ 7 ਸਾਲਾਂ ਬਾਅਦ ਪੱਕੇ ਹੋਣਗੇ, ਕਿਉਂਕਿ 5 ਸਾਲਾਂ ਦਾ ਕਾਨੂੰਨ ਆਲਮੋਸਟ ਖਤਮ ਹੋ ਗਿਆ ਜਿਹੜਾ ਸਟੇਟਲੈਸ ਕਾਨੂੰਨ ਸੀ, ਠੀਕ ਹੈ। ਹੁਣ ਕੋਈ ਵੀ ਬੱਚਾ ਹੋਵੇ, ਕਿਸੇ ਵੀ ਨਾਗਰਿਕ, ਕਿਸੇ ਵੀ ਦੇਸ਼ ਦਾ ਹੋਵੇ, ਇੰਡੀਆ, ਪਾਕਿਸਤਾਨ, ਨਾਈਜੀਰੀਆ, ਅਫਰੀਕਾ, ਜਿੱਥੇ ਦਾ ਵੀ ਹੋਵੇ, ਉਸ ਬੱਚੇ ਨੇ 7 ਸਾਲ ਗੁਜ਼ਾਰ ਲਿੱਤੇ, ਭਲੇ ਮਾਂ ਪਿਓ ਕੋਲ ਵੀਜ਼ਾ ਹੈਗਾ ਜਾਂ ਨਹੀਂ ਹੈਗਾ, ਠੀਕ ਹੈ। ਮੈਂ ਫਿਰ ਕਹਿੰਦਾ ਜਿਹੜੇ ਬੱਚੇ UK 'ਚ ਪੈਦਾ ਹੁੰਦੇ, ਭਲੇ ਮਾਂ ਪਿਓ ਕੋਲ ਵੀਜ਼ਾ ਹੈਗਾ ਜਾਂ ਨਹੀਂ ਹੈਗਾ, 7 ਸਾਲਾਂ ਬਾਅਦ ਉਸ ਬੱਚੇ ਨੂੰ ਇਨਡੈਫੀਨਿਟ ਪੱਕੀ ਮੋਹਰ ਮਿਲਣੀ। ਤੇ ਨਾਲੋਂ ਨਾਲ 2022 ਸਰਕਾਰ ਨੇ ਇੱਕ ਹੋਰ ਵੀ ਬੜਾ ਅੱਛਾ ਕਾਨੂੰਨ ਦੱਸਿਆ ਹੋਮ ਆਫਿਸ ਨੇ, ਜਿਹੜੇ ਬੱਚੇ ਆਪਣੇ ਦੇਸ਼ਾਂ ਤੋਂ ਆਉਂਦੇ, ਇੱਥੇ ਪੈਦਾ ਨਹੀਂ ਹੁੰਦੇ, ਉਹ ਵੀ ਅਗਰ 60 ਸਾਲ ਪੂਰੇ ਕਰਨ ਤਾਂ ਉਹ ਵੀ ਪੱਕੇ ਹੋ ਸਕਦੇ, ਪਰ 18 ਸਾਲ ਤੋਂ ਪਹਿਲਾਂ। ਹਾਂਜੀ, 18 ਸਾਲ ਤੋਂ ਪਹਿਲੇ। ਜੇ ਕੋਈ ਵੱਡਾ ਬੱਚਾ ਮੰਨ ਲਓ ਜੇ 18 ਸਾਲ ਤੱਕ ਪੂਰੇ ਕਰਦਾ ਹੈ, ਹਾਂਜੀ, ਫਿਰ ਨਹੀਂ ਬਿਲਕੁਲ, ਕਿਉਂਕਿ 18 ਸਾਲ ਤੋਂ ਉੱਤੇ ਬੱਚਾ ਤਾਂ ਨਹੀਂ ਰਹੂਗਾ, ਉਹ ਐਡਲਟ ਹੋ ਜਾਊਗਾ, ਉਹ ਤੇ ਫਿਰ ਐਡਲਟ ਹੋ ਜਾਊਗਾ, ਵੱਡਾ ਹੋ ਜਾਊਗਾ, ਉਹ ਫਿਰ ਬੱਚਾ ਨਹੀਂ ਰਹੂਗਾ। ਸਿਰਫ ਇੱਕ ਸੂਰਤ ਹੋ ਸਕਦਾ, ਉਹ ਪ੍ਰੂਵ ਕਰੇ ਉਸ ਟਾਈਮ ਮਾਂ ਪਿਓ ਤੇ ਪੱਕੇ ਹੋਣ, ਜਾਂ ਉਹ ਪ੍ਰੂਵ ਕਰੇ ਕਿ ਉਹ ਹਾਲੇ ਵੀ ਮਾਂ ਪਿਓ ਤੇ ਡਿਪੈਂਡੈਂਟ ਆ। ਚਲੋ ਉਹ ਇੱਕ ਅਲੱਗਾ ਬਹਿਸ ਆ, ਲੇਕਿਨ ਮੋਟਾ ਜਿਹਾ ਕਾਨੂੰਨ ਲਗਾ, ਬੇਸਿਕ ਕਾਨੂੰਨ ਲਗਾ, ਜਿਸ ਬੱਚੇ ਨੇ UK 'ਚ ਪੈਦਾ ਹੋਇਆ, ਭਲੇ ਉਹਦੇ ਪੇਰੈਂਟਸ ਕੋਲ ਵੀਜ਼ਾ ਹੈਗਾ ਜਾਂ ਨਹੀਂ ਹੈਗਾ, 7 ਸਾਲ ਪੂਰੇ ਕਰੇ। ਔਰ ਜਿਹੜੇ ਬੱਚੇ UK 'ਚ ਪੈਦਾ ਨਹੀਂ ਵੀ ਹੋਏ, ਉਹ ਵੀ ਅਗਰ ਅਪਰੂਵ ਕਰਨ ਕਿ ਉਹ ਸੋਸਾਇਟੀ 'ਚ ਬੜੀਆਂ ਹੋਰ ਵੀ ਚੀਜ਼ਾਂ ਹੈਗੀਆਂ, ਜਿਸ ਮੇਨ ਚੀਜ਼ ਇਹ ਹੈਗੀ ਆ, ਇਸ ਸੋਸਾਇਟੀ ਦਾ ਹਿੱਸਾ ਬਣ ਗਏ, ਉਹਨਾਂ ਦੀ ਦੋਸਤੀ ਯਾਰੀਆਂ ਇੱਥੇ ਪੈ ਗਈਆਂ, ਉਹਨਾਂ ਦੇ ਇੱਥੇ ਮਾਹੌਲ ਵਿੱਚ ਉਹਨਾਂ ਦੀ ਅੱਛੀ ਪਰਵਰਿਸ਼ ਹੋ ਰਹੀ ਆ, ਤੇ ਹਕੂਮਤ ਹੋਮ ਆਫਿਸ ਉਹਨਾਂ ਨੂੰ ਵੀਜ਼ਾ ਜਾਂ ਪੱਕੀ ਮੋਹਰ ਦੇ ਸਕਦੀ ਹੈਗੀ ਆ।
ਜੀ ਬਿਲਕੁਲ ਜੀ, ਜਿਹੜਾ ਸਟੇਟਲੈਸ ਦਾ ਆਪਾਂ ਸੀਗਾ 5 ਈਅਰ ਦਾ, ਉਹ ਤਾਂ ਮੇਰੇ ਖਿਆਲ ਨਾਲ ਵਕੀਲ ਸਾਹਿਬ ਕਹਿੰਦੇ ਬੰਦ ਹੋ ਗਿਆ, ਆਲਮੋਸਟ ਬੰਦ ਹੋ ਗਿਆ, ਜਾਂ ਵੀਜ਼ਾ ਨਹੀਂ ਦਿੰਦੇ, ਕਾਨੂੰਨ ਉਹੀ ਹੈਗਾ, ਲੇਕਿਨ ਉਸ ਤੇ ਵੀਜ਼ਾ ਨਹੀਂ ਦਿੰਦੇ। ਅਸੀਂ ਕੰਮ ਕਰ ਰਹੇ ਇਸ ਤੇ ਵੀ, ਬੜੇ ਵੱਡੇ ਬੈਰਿਸਟਰਾਂ ਕੋਲੋਂ, ਦਿੱਗਜ ਵਕੀਲਾਂ ਕੋਲ ਵੀ ਸਾਡੀ ਗੱਲਾਂ ਬਾਤਾਂ ਹੋਈਆਂ। ਉਹ ਹੋਮ ਆਫਿਸ, ਮੈਂ ਮੁਖਤਸਰ ਸੌਰੀ ਮੈਂ ਗੱਲ ਕਰ ਰਿਹਾ ਸੁਣੀ ਭਾਜੀ, ਮਾਦਰਤ ਚਾਹੁੰਦਾ, ਅਗਰ ਅਸੀਂ 5 ਸਾਲ ਦੀ ਬੇਸ ਤੇ ਲਾ ਦਿੰਦੇ ਹਾਂ, ਕਿਉਂਕਿ ਉਹ ਪੰਜਾਬੀ ਜ਼ਿਆਦਾ ਜਿਹੜਾ ਕਮਿਊਨਿਟੀ ਲਾਉਂਦੀ ਸੀ ਉਸ ਕੇਸ ਵਿੱਚ, ਅਸੀਂ ਲਾ ਲੈਂਦੇ ਹਾਂ, ਵੀਜ਼ਾ ਨਹੀਂ ਮਿਲਦਾ, ਅਸੀਂ ਕੋਰਟ 'ਚ ਲੜਾਈ ਲੜਦੇ ਹਾਂ ਕੇਸ, ਜਦੋਂ ਤੱਕ ਕੇਸ ਲੜਾਂਗੇ 2 ਸਾਲ ਵੈਸੇ ਹੀ ਬੀਤ ਜਾਣੇ, ਉਸ ਤੋਂ ਬਾਅਦ ਸਾਡਾ ਵੈਸੇ ਹੀ ਪੱਕੇ ਹੋਣ ਦਾ ਅਧਿਕਾਰ ਬਣ ਜਾਂਦਾ, ਤੇ ਇਸ ਵਾਸਤੇ ਪੈਸੇ ਲਾਣਾ ਉਸ ਤੇ ਇਟ ਡਸਨਟ ਮੇਕ ਐਨੀ ਸੈਂਸ। ਠੀਕ ਹੈ, ਇਹ ਵੀ ਜਿਹੜਾ ਜਵਾਬ ਵਕੀਲ ਸਾਹਿਬ ਨੇ ਬਹੁਤ ਵਧੀਆ ਦਿੱਤਾ ਕਿ ਜਦੋਂ ਅਸੀਂ 5 ਸਾਲ ਦਾ ਕੇਸ ਲਾ ਦਿੰਦੇ ਹਾਂ, ਜਾਂ ਵਕੀਲ ਵੀ ਕਹਿੰਦੇ ਨਹੀਂ ਲਾ ਲਓ, ਜਾਂ ਮਾਂ ਪਿਓ ਜਿੱਦ ਕਰਦੇ ਆ ਕਿ ਅਸੀਂ ਲਾ ਦਿੰਦੇ ਹਾਂ, ਉਹ ਲਾ ਦੇਣਗੇ, ਪਰ 2 ਸਾਲ ਬਾਅਦ ਜਿਹੜਾ ਜਦੋਂ ਕੇਸ ਚੱਲਿਆ, ਵਕੀਲ ਸਾਹਿਬ ਦੇ ਕਹਿਣ ਦਾ ਮਤਲਬ ਇਹ ਆ ਕਿ 2 ਸਾਲ ਜਦੋਂ ਕੇਸ ਚੱਲਿਆ, ਉਸ ਤੋਂ ਬਾਅਦ 7 ਸਾਲ ਫਿਰ ਵੀ ਹੋ ਜਾਣੇ ਆ। ਸੋ ਤੁਸੀਂ ਆਪਣੇ ਜਿਹੜੇ ਪੈਸੇ ਆ ਉਹ ਨਾ ਖਰਾਬ ਕੀਤੇ ਜਾਣ, ਮੇਰੇ ਖਿਆਲ ਦਾ ਇਹੀ ਜਵਾਬ ਹੈ ਇਹਦਾ ਜੀ। ਸੋ ਜਿਹੜੇ ਆਪਣੇ ਪੈਸੇ ਆ ਤੁਸੀਂ ਨਾ ਖਰਾਬ ਕਰੋ, ਸੋ ਉਸ ਦੇ ਵਿੱਚ ਹੀ ਜਾਓ ਜਿਹੜਾ 7 ਸਾਲ ਵਾਲਾ ਕੇਸ ਆ। ਵਕੀਲ ਸਾਹਿਬ ਜਾਂਦੇ ਜਾਂਦੇ ਸਾਨੂੰ ਇਹ ਦੱਸੋ ਕਿ ਫਿਰ ਉਹੀ ਗੱਲ ਆ ਜਾਂਦੀ ਆ, ਕਿਉਂਕਿ ਬਹੁਤ ਸਵਾਲ ਜੇ ਸਾਡੇ ਨਾਲ ਕਰਦੇ ਨੇ ਸਾਡੇ ਦੋਸਤ ਪੁੱਛਦੇ ਨੇ ਕਿ ਜਿਹੜਾ ਆਪਾਂ ਐਮਨੈਸਟੀ ਦਾ ਕੁਛ ਨਾ ਕੁਛ ਬਣੂ, ਜਾਂ ਇਹ ਜਿਹੜੀ ਭਾਜੀ ਅਗਰ ਜ਼ਿੰਦਗੀ 'ਚ ਮੇਰੇ ਰੱਬ ਨੇ ਚਾਹਿਆ ਨਾ, ਠੀਕ ਹੈ, ਹਾਂਜੀ, ਮੈਂ ਆਪਣੇ ਮਰਨੇ ਤੋਂ ਪਹਿਲੇ, ਪਤਾ ਨਹੀਂ ਇਹ ਰੱਬ ਜਾਣਦਾ ਹੈ ਕਿਸ ਦੀ ਉਮਰ ਕਿੰਨੇ ਦਿਨਾਂ ਦੀ ਲਿਖੀ ਆ, ਐਮਨੈਸਟੀ से एक दफ़ा फिर पार्लियामेंट के सामने जाऊँगा, इस ते आवाज़ चुकांगा। इस टाइम चूँकि यूके के अंदर जी नैट माइग्रेशन है उस ते बड़ा शोर पै रहा वध गई है। इस टाइम अगर असी एमनैस्टी से आवाज़ चकीए तो प्रॉब्लम ये होगा, वो गल नहीं सुनी जाऊगी, रादर बड़ा बुरा इंपैक्ट पऊगा। हूँ रिसेंटली होम ऑफिस ने काफ़ी सख्ताई छापे मारना शुरू किए, क्योंकि बंदे ज़्यादा इस कंट्री आबादी ज़्यादा बढ़ गई है, दूसरे लफ्ज़ तो एमनैस्टी ते फिलहाल कोई नरमी नहीं है, और आने वाले दिनों कोई लग भी नहीं रही, वजह कि नैट माइग्रेशन बढ़ गई आ। तुसी एमनैस्टी की गल कर रहे हो भाजी, एमनैस्टी जोड़े इलीगल बंदे वास्ते या ठीक है, जोड़े लीगल बंदे उन्होंने चक चक के बाहर सट्टने की सोच रहे हैं, तो सामने ही ना नैट माइग्रेशन बढ़ गई है, तो असी किस मुँह नाल एमनैस्टी की जी गल है हुकूमत सामने रखी है, आस नहीं रख सकते, ठीक है जी। तो इस वास्ते एमनैस्टी वास्ते कोई अपडेट नहीं है। हाँ, कल हुकूमत कोई रातों रात कोई पॉलिसी आने जो कि लग नहीं रहा, क्योंकि हुकूमत खुद बड़े मसाइल का शिकार है। एक तरफ मुल्क के अंदर राइजिंग कॉस्ट लिविंग क्राइसिस चल रहे, ब्रैक्सिट का भी मसला हाली क्लीयर उस तरह के नाल जेडे ब्रैक्सिट करने तो बाद जड़ा ये सोच रहे सन उहदे सानू जड़े फ्रूट या फल मिलूगा या जो इकोनॉमी से चंगे असर पवनगे वो भी हाली नहीं मिले। इमिग्रेशन का मसला पै गया, रशिया यूक्रेन की वार की वजह तो एनर्जी क्राइसिस पै गए, ठीक है, प्रॉपर्टी जी मार्केट हैगी आ, ठीक है, इकोनॉमी शरीक होने की वजह तो वो भी इतनी कोई तगड़ी नहीं हैगी। जो ये सारे मुल्क मसले मसाइल चल रहे होवन तो एमनैस्टी की गल करना सानू शोभा नहीं देता दूसरे लफ्ज़। हाउएवर असी यही कहांगे, फिर कहांगे हुकूमत को चाहिए इन लोगों को सिस्टम में हिस्सा बनावन ताकि वह भी टैक्स पेयर की मदद बनन, इसका हिस्सा बनन। बिल्कुल जी, दुरुस्त सवाल दुरुस्त जवाब। सो बहुत बहुत थैंक यू जबीर साहब, तुसीं शो में पहुंचे, अपना कीमती समा कढ़िया, तो टाइम दियां जिहड़ियां सूइयां तुहानूं पता हुण टक टक करन लग गईयां, तेज़ हो गईयां। सो बिल्कुल जी, नैक्सट टाइम प्रोग्राम जिहड़ा साडा इह आऊगा 2 वीकां बाद, सेम प्रोग्राम सेम लाइव सवाल जवाब इमिग्रेशन लीगल टाइम दे आपां होणगे। इसे प्रोग्राम में 7 ਤੋਂ 8 लाइव होंदा जी सैटरडे। सो उदों तक सानूं दिओ इजाजत। सत श्री अकाल। थैंक यू।